ਮੈਂ ਮਾਫੀ ਚਾਹੁੰਦਾ ਤੇ ਨਾਲ ਇੱਕ ਗਰੁੱਪ ਵੀ ਗਿਰ ਸਕਦਾ ਹੈ। ਪਲੀਜ਼ ਸਰ ਮੈਂ ਨਹੀਂ ਤੁਸੀਂ ਸਾਡੇ ਸਿਸਟਮ ਨੂੰ ਚੈਲੰਜ ਕਰਦੇ ਹੋ। ਸਰ ਪਲੀਜ਼ ਮੈਂ ਮਾਫੀ ਚਾਹੁੰਦਾ, ਇਹ ਵੱਡੇ ਮਹਾਂਪੁਰਖ ਕਹਿ ਕੇ ਗਏ ਸੀ ਕਿ ਬੜਾ ਭਿਆਨਕ ਸਮਾਂ ਆਉਣ ਵਾਲਾ ਹੈ। ਕਰ ਰਹੇ ਨੇ ਉਹ ਕਹਿੰਦੇ ਨੇ ਵੀ ਗੁਰੂ ਗ੍ਰੰਥ ਸਾਹਿਬ ਪਰਚੀਆਂ ਚੋਂ ਨਿਕਲੇ ਹੀ ਹੈ, ਉਹ ਅਸੀਂ ਲਾਹਨਤ ਭੇਜਦੇ ਹਾਂ ਅਸੀਂ ਲੋਕਾਂ ਨੂੰ। ਇਹਦੇ ਵਿੱਚ ਨਾਨਕ ਸਾਹਿਬ ਦਾ ਇੱਕ ਡੇਰਾ ਹੈ ਜੀ, ਜਗਰਾਉਂ ਰੋਡ ਦੇ ਉੱਤੇ। ਉੱਥੇ ਇੱਕ ਲੜਕੀ ਨੂੰ 3 ਦਿਨ ਨਸ਼ੇ ਦੇ ਟੀਕੇ ਲਾ ਲਾ ਕੇ ਉਹਦੀ ਇੱਜ਼ਤ ਲੁੱਟੀ ਗਈ। ਉਹ ਜਿਸ ਵੇਲੇ ਹੋਸ਼ ਦੇ ਵਿੱਚ ਆਉਣ ਲੱਗਦੀ ਸੀ ਉਹਨੂੰ ਮੁੜ ਕੇ ਟੀਕਾ ਠੋਕ ਦਿੰਦੇ ਸੀ। ਉਹ ਕਿਤੇ ਟੀਕਾ ਲਾਉਣ ਦੇ ਵਿੱਚ ਲੇਟ ਹੋ ਗਏ ਤੇ ਉਹ ਕੁੜੀ ਹੋਸ਼ ਦੇ ਵਿੱਚ ਆ ਗਈ ਥੋੜੀ ਜਿਹੀ। ਉਹਨੇ ਖਿੜਕੀ ਦੇ ਵਿੱਚੋਂ ਲੋਕਾਂ ਨੂੰ ਇਸ਼ਾਰੇ ਕੀਤੇ, ਲੋਕੀ ਉੱਥੇ ਪਹੁੰਚੇ ਤੇ ਜਾ ਕੇ ਜਿਸ ਵੇਲੇ ਉਹ ਪਤਾ ਕਰਾਇਆ ਗਿਆ ਸਾਰਾ ਤੇ ਪਤਾ ਲੱਗਾ ਕਿ ਉਸ ਬੱਚੀ ਦੀ 3 ਦਿਨਾਂ ਤੋਂ ਇੱਜ਼ਤ ਲੁੱਟ ਰਹੇ ਨੇ। ਮੈਂ ਇਸ ਗੱਲ ਦਾ ਅੱਖੀਂ ਗਵਾਹ ਕਿਉਂਕਿ ਸਾਡਾ ਖਾਲਸਾ ਪੰਚਾਇਤ ਦਾ ਜਿਹੜਾ ਯੂਨਿਟ ਹੈ ਨਾ, ਉਹ ਉੱਥੇ ਪਹੁੰਚ ਗਿਆ ਫਟਾਫਟ। ਉਹਨਾਂ ਨੂੰ ਪਤਾ ਲੱਗਾ, ਉਹਨਾਂ ਨੇ ਮੈਨੂੰ ਟੈਲੀਫੋਨ ਕੀਤਾ ਕਿ ਮੈਂ ਵੀ ਇੱਥੋਂ ਕਾਰ ਚੁੱਕ ਕੇ ਪਹੁੰਚ ਗਿਆ ਜੀ। ਉਹਨਾਂ ਦਾ ਜਿਹੜਾ ਡੇਰੇ ਦਾ ਡੇਰੇਦਾਰ ਸੀ ਉਹ ਥੋੜਾ ਜਿਹਾ ਅਪਾਹਜ ਸੀ ਤੇ ਉਹ ਮੈਨੂੰ ਕਹਿਣ ਲੱਗਾ, ਭਾਈ ਸਾਹਿਬ ਤੁਸੀਂ ਸਾਰਾ ਗੁੱਸਾ ਸਾਡੇ ਤੇ ਕੱਢ ਰਹੇ ਹੋ, ਆਹ ਵੇਖੋ ਮੈਂ ਤੇ ਅਪਾਹਜ ਹਾਂ। ਤੇ ਜਿਸ ਵੇਲੇ ਉਸ ਕਮਰੇ ਦੇ ਵਿੱਚ ਤਲਾਸ਼ੀਆਂ ਲਈਆਂ ਗਈਆਂ ਤੇ ਉਹਦੇ ਵਿੱਚੋਂ ਅਸ਼ਲੀਲ ਵੀਡੀਓ ਵੀ ਨਿਕਲੀਆਂ ਤੇ ਉਹਦੇ ਵਿੱਚੋਂ ਹੋਰ ਕਈ ਕੁਝ ਗੰਦ ਦਾ ਸਮਾਨ ਤੇ ਨਸ਼ੇ ਦੇ ਟੀਕੇ ਜਿਹੜੇ ਨਿਕਲੇ। ਟਕਸਾਲ ਵੀ ਅਖੌਤੀ ਟਕਸਾਲ ਵੀ ਆਉਂਦੀ ਹੈ, ਉਹਨਾਂ ਦਾ ਵੀ ਇਹੀ ਧੰਦਾ। ਇਹ ਨਾਲ ਧੰਦੇ ਜਿਹੜੇ ਨੇ ਇਹਨਾਂ ਨੇ ਕ੍ਰੀਏਟ ਕੀਤੇ ਹੋਏ ਨੇ। ਮੈਂ ਇੱਕ ਗੱਲ ਐਗਜ਼ਾਮਪਲ ਦੇ ਨਾਲ ਗੱਲ ਕਰਦਾ ਕਿ ਕੋਈ ਬੰਦਾ ਜਿਹੜਾ ਇਹ ਐਲਾਨੀਆ ਤੌਰ ਤੇ ਕਵੇ ਕਿ ਮੈਂ ਤਾਂ ਕਨਸਟੀਟਿਊਸ਼ਨ ਨੂੰ ਜਾਂ ਸੰਵਿਧਾਨ ਨੂੰ ਨਹੀਂ ਮੰਨਦਾ, ਲੇਕਿਨ ਉਹ ਕੋਈ ਐਸਾ ਸਮਾਂ ਆਵੇ ਆਪਣੀ ਸ਼ਿਕਾਇਤ ਲੈ ਕੇ ਜੱਜ ਦੇ ਕੋਲ ਪਹੁੰਚ ਜਾਏ ਕਿ ਮੈਨੂੰ ਆਹ ਤਕਲੀਫ ਆ, ਤਾਂ ਜੱਜ ਦਾ ਫਰਜ਼ ਨਹੀਂ ਬਣਦਾ ਕਿ ਉਹਨੂੰ ਪੁੱਛੇ ਕਿ ਤੂੰ ਤਾਂ ਸੰਵਿਧਾਨ ਨੂੰ ਮੰਨਦਾ ਹੀ ਨਹੀਂ, ਫਿਰ ਕਿਸ ਸੰਵਿਧਾਨ ਦੇ ਤਹਿਤ ਤੂੰ ਐਪਲੀਕੇਸ਼ਨ ਲੈ ਕੇ ਮੇਰੇ ਕੋਲ ਆਇਆ, ਆਪਣੀ ਸ਼ਿਕਾਇਤ ਲੈ ਕੇ ਆਇਆ। ਪਹਿਲਾਂ ਸੰਵਿਧਾਨ ਨੂੰ ਮੰਨ, ਫਿਰ ਤੂੰ ਐਲੀਜੀਬਲ ਹੋਏਗਾ ਕਿ ਸਾਡੇ ਸਾਹਮਣੇ ਆਪਣੇ ਕੇਸ ਨੂੰ ਪ੍ਰੈਜ਼ੈਂਟ ਕਰੇ। ਲੇਕਿਨ ਜਥੇਦਾਰ ਅਕਾਲ ਤਖਤ ਸਾਹਿਬ ਇਹਨਾਂ ਡੇਰਿਆਂ ਤੇ ਜਾਂਦੇ ਵੀ ਨੇ। ਹੁਣ ਜਦੋਂ ਸ਼ਿਕਾਇਤਾਂ ਹੁੰਦੀਆਂ ਨੇ, ਕੋਈ ਮਸਲਾ ਹੁੰਦਾ ਤਾਂ ਇਹ ਡੇਰੇਦਾਰ ਜਥੇਦਾਰ ਅਕਾਲ ਤਖਤ ਕੋਲ ਵੀ ਜਾਂਦੇ ਨੇ। ਤਾਂ ਕੀ ਜਥੇਦਾਰ ਅਕਾਲ ਤਖਤ ਸਾਹਿਬ ਦਾ ਇੱਕ ਫਰਜ਼ ਨਹੀਂ ਬਣਦਾ ਕਿ ਉਹਨਾਂ ਲੋਕਾਂ ਨੂੰ ਪਹਿਲਾਂ ਕਿਹਾ ਜਾਵੇ ਕਿ ਤੁਸੀਂ ਸਿੱਖ ਰਹਿਤ ਮਰਿਆਦਾ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਮੋਹਰ ਹੇਠਾਂ ਪੰਥ ਨੇ ਪ੍ਰਵਾਨ ਕੀਤੀ ਹੈ ਉਹਨੂੰ ਪਹਿਲਾਂ ਮੰਨੋ, ਫਿਰ ਤੁਸੀਂ ਕੋਈ ਅਕਾਲ ਤਖਤ ਸਾਹਿਬ ਤੇ ਆਪਣੀ ਸ਼ਿਕਾਇਤ ਜਾਂ ਕੋਈ ਗਿਲਵਾ ਸ਼ਿਕਵਾ ਰੱਖਣ ਦੇ ਕਾਬਲ ਹੋ ਸਕਦੇ ਹੋ। ਸਤਿ ਸ੍ਰੀ ਅਕਾਲ ਜੀ, ਮੈਂ ਜਸਪਾਲ ਸਿੰਘ ਤੇ ਸਵਾਗਤ ਹੈ ਸਾਰਿਆਂ ਦਾ ਬ੍ਰੇਨ ਔਨ ਟੀਵੀ ਤੇ। ਦਰਸ਼ਕੋ, ਜਿਵੇਂ ਵਾਰ-ਵਾਰ ਸਾਰੇ ਮੀਡੀਆ ਦੇ ਵਿੱਚ ਇੱਕ ਗੱਲ ਬੜੀ ਉੱਭਰ ਕੇ ਸਾਹਮਣੇ ਆ ਰਹੀ ਹੈ ਕਿ ਸਿੱਖ ਕੌਮ ਜਿਹੜੀ ਹੈ ਪਿਛਲੇ ਕਾਫੀ ਲੰਮੇ ਸਮੇਂ ਤੋਂ ਨਿਰਾਸ਼ਾ ਦੇ ਦੌਰ ਦੇ ਵਿੱਚੋਂ ਨਿਕਲ ਰਹੀ ਹੈ। ਪਰ ਇਸ ਨਿਰਾਸ਼ਾ ਦੇ ਦੌਰ ਦੇ ਵਿੱਚੋਂ ਜੋ ਕੌਮ ਨਿਕਲ ਰਹੀ ਹੈ, ਇਸ ਨਿਰਾਸ਼ਾਜਨਕ ਦੌਰ ਦੀ ਜ਼ਿੰਮੇਵਾਰੀ ਕੋਈ ਵੀ ਧਿਰ ਲੈਣ ਨੂੰ ਤਿਆਰ ਨਹੀਂ ਹੈਗੀ। ਸੋਚਣ ਵਾਲੀ ਗੱਲ ਇਹ ਆ ਕਿ ਕਿਸੇ ਸਕੂਲ ਦੇ ਵਿੱਚ ਜੇਕਰ ਵਿਦਿਆਰਥੀ ਧੜਾ-ਧੜ ਫੇਲ ਹੁੰਦੇ ਰਹਿਣ ਤਾਂ ਜ਼ਿੰਮੇਵਾਰੀ ਤਾਂ ਸਕੂਲ ਪ੍ਰਸ਼ਾਸਨ ਦੀ ਬਣਦੀ ਹੈ। ਚਲੋ 100 ਦੇ ਵਿੱਚੋਂ 2-4 ਇੱਕ ਅੱਧਾ ਕੋਈ ਬੱਚਾ ਵਿਦਿਆਰਥੀ ਫੇਲ ਹੋ ਗਿਆ, ਫਿਰ ਤਾਂ ਸਕੂਲ ਦੀ ਜ਼ਿੰਮੇਵਾਰੀ ਨਹੀਂ ਬਣਦੀ। ਲੇਕਿਨ ਜੇਕਰ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀ ਫੇਲ ਹੋਣ ਤਾਂ ਜ਼ਿੰਮੇਵਾਰੀ ਸਕੂਲ ਪ੍ਰਸ਼ਾਸਨ ਨੂੰ, ਟੀਚਰਾਂ ਨੂੰ ਹੀ ਲੈਣੀ ਪਏਗੀ। ਉਹ ਸਕੂਲ ਦੇ ਕਿਸੇ ਪੀਐਨ ਦੀ ਜ਼ਿੰਮੇਵਾਰੀ ਨਹੀਂ ਬਣਦੀ। ਇਸੇ ਤਰੀਕੇ ਨਾਲ ਜੇ ਕੋਈ ਮਰੀਜ਼ ਧੜਾ-ਧੜ ਮਰਦੇ ਰਹਿਣ ਹਸਪੀਟਲ ਦੇ ਵਿੱਚ ਤਾਂ ਜ਼ਿੰਮੇਵਾਰੀ ਸਿਹਤ ਕਰਮੀਆਂ ਦੀ ਬਣਦੀ ਹੈ, ਡਾਕਟਰਾਂ ਦੀ ਬਣਦੀ ਹੈ, ਕੋਈ ਬਾਹਰ ਮੈਡੀਕਲ ਸਟੋਰ ਵਾਲੇ ਦੀ ਨਹੀਂ ਬਣਦੀ, ਕਿਉਂਕਿ ਦਵਾਈ ਡਾਕਟਰ ਰਿਕਮੈਂਡ ਕਰ ਰਿਹਾ, ਡਾਕਟਰ ਲਿਖ ਕੇ ਦੇ ਰਿਹਾ। ਲੇਕਿਨ ਦੁਖਾਂਤ ਇਹ ਹੈ ਕਿ ਸਾਡੇ ਸਿੱਖਾਂ ਦੇ ਵਿੱਚ ਇੱਕ ਰਿਲੀਜੀਅਸ ਬੋਡੀ, ਧਾਰਮਿਕ ਦੁਨੀਆ ਐਸੀ ਬਣ ਗਈ ਕਿ ਜਿਨ੍ਹਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ। ਉਹ ਬੜੀ ਚਲਾਕੀ ਦੇ ਨਾਲ ਜਦੋਂ ਕਿ ਇਹੋ ਜਿਹੀ ਗੱਲ ਹੁੰਦੀ ਹੈ ਤਾਂ ਰੱਬ ਦੇ ਉੱਪਰ ਗੱਲਾਂ ਸੁੱਟ ਕੇ ਭੱਜ ਜਾਂਦੇ ਨੇ, ਕਿਸਮਤ ਦੇ ਉੱਪਰ ਗੱਲਾਂ ਸੁੱਟ ਕੇ ਭੱਜ ਜਾਂਦੇ ਨੇ, ਜਾਂ ਸੰਤਾਂ ਮਹਾਂਪੁਰਖਾਂ ਨੇ ਇੱਕ ਢਕੌਂਚਲਾ ਫੜਿਆ ਹੋਇਆ ਕਿ ਉਹ ਕਹਿਣਗੇ ਕਿ ਕਲਯੁਗ ਆ ਗਿਆ। ਕਈ ਵਾਰੀ ਸੰਤਾਂ ਦੇ ਮੂੰਹ ਇਹ ਗੱਲਾਂ ਸੁਣੀਆਂ ਨੇ ਕਿ ਮਹਾਂਪੁਰਸ਼, ਵੱਡੇ ਮਹਾਂਪੁਰਖ ਕਹਿ ਕੇ ਗਏ ਸੀ ਕਿ ਬੜਾ ਭਿਆਨਕ ਸਮਾਂ ਆਉਣ ਵਾਲਾ ਹੈ। ਹੁਣ ਭਿਆਨਕ ਸਮਾਂ ਕੀ ਹੋਏਗਾ, ਕਿਹੋ ਜਿਹਾ ਹੋਏਗਾ, ਇਹਦੀ ਕਦੇ ਡੈਫੀਨੇਸ਼ਨ ਨਹੀਂ ਦਿੱਤੀ ਗਈ। ਸੋ ਇਹ ਗੱਲ ਦੇ ਉੱਪਰ ਵਿਚਾਰ ਕਰਨੀ ਹੈ ਕਿ ਜ਼ਿੰਮੇਵਾਰ ਹੈ ਕੌਣ, ਜ਼ਿੰਮੇਵਾਰੀ ਲਏਗਾ ਕੌਣ ਇਸ ਕੌਮ ਦੀ, ਜੇ ਅੱਜ ਬਦਕਿਸਮਤੀ ਦੇ ਦੌਰ ਦੇ ਵਿੱਚੋਂ ਨਿਕਲ ਰਹੇ ਨੇ। ਸੋ ਇਹ ਜ਼ਿੰਮੇਵਾਰੀ ਤੈਅ ਕਰਨ ਵਾਸਤੇ ਹੀ ਆਪਾਂ ਗੱਲਬਾਤ ਕਰਾਂਗੇ। ਮੇਰੇ ਨਾਲ ਹੈਗੇ ਨੇ ਭਾਈ ਰਜਿੰਦਰ ਸਿੰਘ ਜੀ, ਸ਼੍ਰੋਮਣੀ ਖਾਲਸਾ ਪੰਚਾਇਤ ਤੋਂ, ਜਿਨ੍ਹਾਂ ਬਾਰੇ ਸਾਰੇ ਆਪਾਂ ਜਾਣਦੇ ਹਾਂ। ਬੜੇ ਲੰਮੇ ਸਮੇਂ ਤੋਂ ਸਿੱਖ ਪੰਥ ਦੀ, ਕੌਮ ਦੀ ਚੜ੍ਹਦੀ ਕਲਾ ਵਾਸਤੇ ਜੱਦੋ-ਜਹਿਦ ਕਰਦੇ ਆ ਰਹੇ ਨੇ ਔਰ ਆਪਣੇ ਦਸਵੰਧ ਦੇ ਤੌਰ ਤੇ ਕਰਦੇ ਆ ਰਹੇ ਨੇ, ਕਿਸੇ ਕੋਲੋਂ ਕੋਈ ਪੈਸਾ ਨਹੀਂ ਲੈਂਦੇ, ਜਿਵੇਂ ਇੱਕ ਰਿਵਾਜ ਬਣਿਆ ਹੋਇਆ ਲੈਣ ਦਾ ਕੌਮ ਦੇ ਵਿੱਚ। ਔਰ ਦੂਸਰੇ ਪਾਸੇ ਭਾਈ ਹਰਦੇਵ ਸਿੰਘ ਜੰਮੂ ਜੀ ਨੇ, ਜੋ ਉਹ ਵੀ ਬੜੇ ਲੰਮੇ ਚਿਰ ਤੋਂ ਜਿਵੇਂ ਵੀ ਕੌਮ ਦੀ ਸੇਵਾ ਕਰ ਸਕਦੇ ਨੇ, ਲਿਖ ਕੇ ਬੋਲ ਕੇ ਉਹ ਕਰ ਰਹੇ ਨੇ। ਔਰ ਇਹ ਵੀ ਜੰਮੂ ਜੀ ਵੀ ਆਪਣੀ ਜੇਬ ਦੇ ਵਿੱਚੋਂ, ਆਪਣੀ ਜੋ ਵੀ ਉਹਨਾਂ ਦੀ ਆਰਥਿਕ ਪੋਜੀਸ਼ਨ ਹੈਗੀ ਉਸ ਹਿਸਾਬ ਦੇ ਨਾਲ ਕਰਦੇ ਨੇ। ਸੋ ਇਹਨਾਂ ਆਪਾਂ ਸੱਜਣਾ ਦੇ ਨਾਲ ਗੱਲ ਕਰਾਂਗੇ। ਸਭ ਤੋਂ ਪਹਿਲਾਂ ਤਾਂ ਮੈਂ ਸਵਾਗਤ ਕਰਦਾ ਦੋਨੋਂ ਭਾਈ ਸਾਹਿਬ ਦਾ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਰ, ਸਭ ਤੋਂ ਪਹਿਲਾਂ ਗੱਲ ਮੈਂ ਭਾਈ ਰਜਿੰਦਰ ਸਿੰਘ ਜੀ ਤੋਂ ਕਰਾਂਗਾ, ਲੇਕਿਨ ਉਸ ਤੋਂ ਪਹਿਲਾਂ ਮੈਂ ਇੱਕ ਤੁਹਾਨੂੰ ਆਡੀਓ ਸੁਣਾਉਣੀ ਚਾਹੁੰਦਾ। ਉਹ ਆਡੀਓ ਸੁਣਨ ਤੋਂ ਬਾਅਦ ਫਿਰ ਆਪਾਂ ਅੱਗੇ ਗੱਲ ਕਰਾਂਗੇ ਵੀ ਆਪਣੀ ਪੋਜੀਸ਼ਨ ਆਪਾਂ ਜਾਣਾ ਕਿੱਧਰ ਨੂੰ ਆ। ਸੋ ਥੋੜਾ ਜਿਹਾ ਵੇਟ ਕਰੋ ਇੱਕ। ਯਾਦ ਰੱਖਿਓ, ਜਿਉਂਦੇ ਰਹੇ ਆ ਗੋਲਕ ਨਹੀਂ ਰੱਖਾਂਗੇ। ਯਾਦ ਰੱਖਿਓ, ਕੰਮਕਾਰ ਸ਼ੁਰੂ ਕਰਕੇ ਵਿਖਾਵਾਂਗੇ ਤੁਹਾਨੂੰ, ਪਰਮੇਸ਼ਰ ਦੁਆਰ ਚਲਾਵਾਂਗੇ ਕਮਾਈ ਕਰਕੇ। ਚੜਾਵੇ ਨਾਲ ਨਹੀਂ, ਕਾਰੋਬਾਰ ਨਾਲ। ਤੁਸੀਂ ਕਹਿੰਦੇ ਆ ਨਾ ਕੰਮ ਕਰਦੇ ਆ ਤੇ 10ਵਾਂ ਹਿੱਸਾ ਗੁਰਦੁਆਰੇ ਦਿੰਦੇ ਆ। ਜਿੱਦੇ ਮੈਂ ਕਰੂੰ, ਮੈਂ 99% ਪਰਮੇਸ਼ਰ ਦੁਆਰ ਨੂੰ ਦਊਂਗਾ। 99% ਜਦੋਂ ਮੈਂ ਕਾਰੋਬਾਰ ਕਰਾਂ। 1% ਮੇਰਾ, 99 ਪਰਮੇਸ਼ਰ ਦੁਆਰ ਦਾ। ਏਦਾਂ ਕਰਾਂਗੇ। ਤੁਹਾਡੇ ਸਾਹਮਣੇ ਆ, ਜਿਉਂਦੇ ਰਹੇ, ਕਦੇ ਕਹਿਣਾ ਹੀ ਨਾ ਪਵੇ ਵੀ ਆਹ ਭਾਈ ਤੁਹਾਡੀ ਹੈਲਪ ਮਾਇਆ ਦੀ ਲੋੜ ਹੈ। ਸਾਡਾ ਆਪਣਾ ਛੋਟਾ ਮੋਟਾ ਇਸ ਤਰ੍ਹਾਂ ਦਾ ਕੰਮਕਾਰ ਕਰਕੇ। ਇਹ ਆਡੀਓ ਆਪਾਂ ਸਾਰਿਆਂ ਨੇ ਸੁਣ ਲਈ ਆ। ਸੋ ਇੱਕ ਭਾਈ ਸਾਹਿਬ ਨੇ ਗੱਲ ਕਹੀ ਹੋਈ ਆ ਕਿ ਅਸੀਂ ਕੰਮਕਾਰ ਵੀ ਕਰਾਂਗੇ, ਲੇਕਿਨ ਉਹਨਾਂ ਨੇ ਗੱਲ ਕਹੀ ਆ ਕਿੰਨੇ ਕੁ ਖਰੇ ਉਤਰਨਗੇ ਸਮਾਂ ਦੱਸੇਗਾ। ਲੇਕਿਨ ਦੇਖਣ ਦੇ ਵਿੱਚ ਇਹ ਆਉਂਦਾ ਕਿ ਮੋਸਟਲੀ ਜਿਹੜੇ ਬਾਬੇ ਨੇ, ਆਪਾਂ 100% ਹੀ ਕਹਿ ਕੇ ਚੱਲਦੇ ਆ ਕਿ ਤਕਰੀਬਨ ਜਿੰਨੇ ਸੰਤ ਬਾਬੇ ਨੇ ਜਾਂ ਧਾਰਮਿਕ ਦੁਨੀਆ ਦੇ ਨਾਲ ਅਟੈਚ ਨੇ, ਪ੍ਰਚਾਰਕ ਨੇ, ਜੋ ਵੀ ਹੈਗੇ ਨੇ, ਉਹਨਾਂ ਨੇ ਆਪਣੇ ਵਿੱਚੋਂ ਕਿਰਤ ਦਾ ਸਿਧਾਂਤ ਜਿਹੜਾ ਮਨਫੀ ਕਰਕੇ ਰੱਖਿਆ ਹੋਇਆ। ਆਪਾਂ ਕਿਸੇ ਇੱਕ ਧਿਰ ਦੀ ਗੱਲ ਨਹੀਂ ਕਰ ਰਹੇ, ਇੱਕ ਸਾਂਝੀ ਗੱਲ ਆ। ਸੋ ਇਹਦੇ ਵਾਸਤੇ ਹੀ ਜ਼ਿੰਮੇਵਾਰੀਆਂ ਤੈਅ ਕਰਨ ਵਾਸਤੇ ਕਿ ਕਿਹੜੀ ਧਿਰ ਕੌਮ ਦੀ ਨਿਰਾਸ਼ਾਜਨਕ ਜਿਹੜਾ ਦੌਰ ਚੱਲ ਰਿਹਾ ਇਹਦੇ ਵਾਸਤੇ ਕਿਵੇਂ ਜ਼ਿੰਮੇਵਾਰ ਹੈ, ਕੌਣ ਜ਼ਿੰਮੇਵਾਰ ਹੈ। ਸੋ ਇਹਦੀ ਗੱਲ ਕਰਾਂਗੇ। ਸਭ ਤੋਂ ਪਹਿਲਾਂ ਮੈਂ ਭਾਈ ਰਜਿੰਦਰ ਸਿੰਘ ਜੀ ਨੂੰ ਇਨਵਾਈਟ ਕਰੂੰਗਾ ਕਿ ਸਰ, ਤੁਸੀਂ ਆਪਣਾ ਜਿਹੜਾ ਪ੍ਰਤੀਕਰਮ ਆ, ਤੁਹਾਡੀ ਟਿੱਪਣੀ ਕੀ ਕਹਿੰਦੀ ਹੈ ਇਸ ਵਿਸ਼ੇ ਦੇ ਬਾਰੇ। ਦੇਖੋ ਜਸਪਾਲ ਸਿੰਘ ਜੀ, ਜਿਹੜੀ ਤਾਂ ਅਸਲੀਅਤ ਹੈ ਉਹ ਹੈ ਕਿ ਇਹਦੇ ਵਾਸਤੇ ਸਭ ਤੋਂ ਜ਼ਿਆਦਾ ਜ਼ਿੰਮੇਵਾਰ ਹੋਣਾ ਚਾਹੀਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ। ਠੀਕ ਹੈ ਜੀ। ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਬਣਾਈ ਇਸੇ ਮਕਸਦ ਵਾਸਤੇ ਗਈ ਹੈ ਜੀ। ਉਹਦੀ ਹੋਂਦ ਇਸੇ ਵਾਸਤੇ ਆਈ ਹੈ ਔਰ ਇਹੀ ਕਹਿ ਕੇ ਉਹ ਹਰ ਵਾਰੀ ਵੋਟ ਲੈਂਦੇ ਨੇ। ਠੀਕ ਹੈ। ਲੇਕਿਨ ਜੇ ਮੈਂ ਇਹ ਕਹਾਂ ਕਿ ਸ਼੍ਰੋਮਣੀ ਕਮੇਟੀ ਬਿਲਕੁਲ ਆਪਣੇ ਇਸ ਫਰਜ਼ ਨੂੰ ਨਿਭਾਉਣ ਦੇ ਵਿੱਚ ਨਾਕਾਮਯਾਬ ਹੋਈ ਹੈ ਜੀ, ਤੇ ਉਹਦੇ ਵਿੱਚ ਕੋਈ ਝੂਠ ਨਹੀਂ। ਉਹ ਨਾਕਾਮਯਾਬੀ ਲਫ਼ਜ਼ ਵੀ ਮੈਂ ਸਮਝਦਾ ਛੋਟਾ ਪੈ ਗਿਆ, ਕਿਉਂਕਿ ਅਸਲ ਦੇ ਵਿੱਚ ਤੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਜਿੰਨੇ ਫੰਡਸ ਨੇ, ਜਿੰਨੀ ਸੰਗਤ ਦਾ ਚੜਾਵਾ ਆ ਰਿਹਾ, ਪਿਆਰ ਨਾਲ ਭੇਟਾ ਕੀਤਾ ਹੋਇਆ ਪੈਸਾ, ਹੋਰ ਭੇਟਾਵਾਂ, ਉਹਨਾਂ ਸਾਰਿਆਂ ਦੀ ਟੋਟਲ ਦੁਰਵਰਤੋਂ ਹੋ ਰਹੀ ਹੈ ਜੀ। ਕੁਝ ਤਾਂ ਠੀਕ ਹੈ, ਐਸਟੈਬਲਿਸ਼ਮੈਂਟ ਦੇ ਖਰਚੇ ਦੇ ਵਿੱਚ ਜਾਂਦਾ, ਉਹਦੀ ਕੋਈ ਸ਼ੱਕ ਨਹੀਂ ਜੀ, ਪਰ ਬਾਕੀ ਦੀ ਜਿਹੜੀ ਹੈ ਘੋਰ ਦੁਰਵਰਤੋਂ ਹੋ ਰਹੀ ਹੈ ਜੀ। ਇੱਕ ਦੂਜਾ ਪੱਖ ਸੀਗਾ, ਜਿਵੇਂ ਹੁਣ ਤੁਸੀਂ ਇੱਕ ਵੀਡੀਓ ਸੁਣਾਈ ਜੀ, ਮੈਂ ਕਰਨਾ ਆਡੀਓ ਸੁਣਾਈ ਜੀ, ਮੈਨੂੰ ਨਹੀਂ ਪਤਾ ਕਿੰਨੀ ਕੁ ਪੁਰਾਣੀ ਹੈ। ਜੀ ਜੀ ਜੀ। ਇੱਕ ਪੰਜਾਬ ਦੇ ਵਿੱਚ ਪੈਰਲਲ ਬਾਡੀ ਬਣੀ ਹੋਈ ਹੈ ਆ ਜਿਹੜੀ ਬਾਬਿਆਂ ਦੀ। ਤੁਸੀਂ ਆਪਾਂ ਇੱਕ ਮਜਬੂਰੀ ਚ ਉਹਨਾਂ ਦੀ ਪਹਿਚਾਣ ਵਾਸਤੇ ਲਫ਼ਜ਼ ਬਾਬੇ ਵਰਤਣਾ ਪੈਂਦਾ ਹੈ, ਲੇਕਿਨ ਅਸਲ ਦੇ ਵਿੱਚ ਬਾਬਾ ਲਫ਼ਜ਼ ਤੇ ਜਿਹੜਾ ਸਿੱਖ ਧਰਮ ਦੀ ਦੁਨੀਆ ਦੇ ਵਿੱਚ ਸਿਰਫ ਗੁਰੂ ਨਾਨਕ ਸਾਹਿਬ ਵਾਸਤੇ ਵਰਤਿਆ ਗਿਆ ਜੀ। ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ ਜੀ। ਗੁਰੂ ਨਾਨਕ ਸਾਹਿਬ ਨੂੰ ਬਾਬਾ ਆਖਿਆ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾ ਬਾਜੋਂ ਦੋਵੇਂ ਰੋਈ ਜੀ। ਲੇਕਿਨ ਇਹ ਵੀ ਆਪਣੇ ਆਪ ਨੂੰ ਸਾਰੇ ਬਾਬੇ ਅਖਵਾਉਂਦੇ ਨੇ। ਗੱਲ ਸਿਰਫ ਬਾਬੇ ਅਖਵਾਉਣ ਤੱਕ ਨਹੀਂ, ਆਪਣੇ ਨਾਂ ਵਾਲੇ ਨਾਲ ਬੜੀਆਂ ਵੱਡੀਆਂ ਡਿਗਰੀਆਂ ਲਾਈਆਂ ਨੇ, ਮਹਾਂਪੁਰਖ, ਬ੍ਰਹਮ ਗਿਆਨੀ, ਪਤਾ ਨਹੀਂ ਕਿੰਨੇ ਕਿੰਨੇ ਲਾਏ ਹੋਏ ਨੇ। 107 108 1008 ਗਿਣਤੀਆਂ ਨਾਲ ਲਾਈਆਂ ਹੋਈਆਂ ਨੇ ਜੀ। ਪੰਜਾਬ ਦੇ ਵਿੱਚ ਇਹਨਾਂ ਨੇ ਘੇਰਾ ਪਾਇਆ ਹੋਇਆ ਜੀ। ਪੰਜਾਬ ਦੇ ਮੇਰੇ ਖਿਆਲ ਹਰ ਪਿੰਡ ਦੇ ਵਿੱਚ ਇੱਕ ਡੇਰਾ ਸਥਾਪਿਤ ਹੈ। ਜੇ ਅਸੀਂ ਸ਼੍ਰੋਮਣੀ ਕਮੇਟੀ ਤੋਂ ਬਾਹਰ ਆ ਕੇ ਵੀ ਵੇਖੀਏ ਕਿ ਜੇ ਇਸ ਮਕਸਦ ਲਈ ਇਹ ਹੋਂਦ ਵਿੱਚ ਆਣੀਆਂ ਚਾਹੀਦੀਆਂ ਜਾਂ ਇਹ ਕਹਿੰਦੀਆਂ ਕਿ ਅਸੀਂ ਹੋਂਦ ਵਿੱਚ ਆਏ ਹਾਂ ਜੀ, ਪੰਜਾਬ ਦੇ ਵਿੱਚ ਜਿੰਨਾ ਇਹਨਾਂ ਡੇਰਿਆਂ ਦਾ ਪਸਾਰ ਹੋਇਆ, ਅੱਜ ਚਾਹੀਦਾ ਕਿ ਪੰਜਾਬ ਦੇ ਵਿੱਚ ਇੱਕ ਗੁਰਸਿੱਖੀ ਦੀ ਠੰਡੀ ਪੌਣ ਵਗ ਰਹੀ ਹੋਵੇ ਜੀ। ਗੁਰਸਿੱਖੀ ਵਾਲਾ ਮਾਹੌਲ ਹੋਵੇ, ਹਰ ਘਰ ਦੇ ਵਿੱਚ ਗੁਰਸਿੱਖੀ ਹੋਵੇ
ਔਰ ਸਿੱਖ ਸਿਧਾਂਤਾਂ ਦੇ ਅਨੁਸਾਰ ਜੀ ਰਹੇ ਹੋਣ, ਜੀ ਵਿਕਾਰਾਂ ਤੋਂ ਇੱਥੇ ਦੇ ਲੋਕ ਦੂਰ ਹੋਣ ਔਰ ਉੱਚੇ ਸੁੱਚੇ ਜੀਵਨ ਵਾਲੇ ਹੋਣ, ਜੇ ਇਹ ਜੀ। ਲੋਕ ਆਪਣਾ ਫਰਜ਼ ਨਿਭਾ ਰਹੇ ਹੋਣ। ਲੇਕਿਨ ਜਿਹੜਾ ਵੇਖਣ ਦੇ ਵਿੱਚ ਆ ਰਿਹਾ ਉਹ ਤਾਂ ਬਿਲਕੁਲ ਇਸ ਤੋਂ ਉਲਟਾ ਹੈ। ਸਭ ਤੋਂ ਪਹਿਲਾਂ ਆਪਾਂ ਸਿੱਖੀ ਸਰੂਪ ਦੀ ਗੱਲ ਕਰੀਏ। ਸਿੱਖੀ ਸਰੂਪ ਮੈਂ ਕਹਾਂ ਜ਼ਿਆਦਾ ਨਹੀਂ ਹੋ ਗਿਆ ਪੰਜਾਬ ਦੇ ਵਿੱਚ। ਮੈਂ ਸਰ ਮਾੜਾ ਜਿਹਾ ਤੁਹਾਨੂੰ ਉਹ ਟੋਕਦਾ ਸਰੂਪ ਆ ਤੋਂ ਵੀ ਉੱਤੇ ਜਾ ਕੇ ਮੈਂ ਗੱਲ ਸੁਣਾ। ਖਾਲਸਾ ਜੀ, ਮੈਂ ਮਾੜਾ ਜਿਹਾ ਤੁਹਾਨੂੰ ਰੋਕਣ ਦੀ ਕਰ ਰਿਹਾ, ਮਾਫੀ ਚਾਹੁੰਦਾ। ਤੁਹਾਡੇ ਕੋਲ ਨਾ ਸਿਰਫ 2 ਮਿੰਟ ਹੋਰ ਰਹਿ ਗਏ ਨੇ, ਤੁਸੀਂ ਆਪਣੀ 2 ਮਿੰਟ ਦੇ ਵਿੱਚ ਗੱਲ ਖਤਮ ਕਰੋ। ਅੱਛਾ ਜੀ ਚਲੋ। ਦੂਜਾ ਉਹਦੇ ਬਾਅਦ ਜਿਹੜਾ ਸਿੱਖੀ ਸਿਧਾਂਤਾਂ ਦੀ ਗੱਲ ਹੈ। ਅੱਜ ਪੰਜਾਬ ਦੇ ਵਿੱਚ ਜਿਵੇਂ ਨਸ਼ਿਆਂ ਦਾ ਹੜ੍ਹ ਵਗ ਰਿਹਾ ਜੀ, ਇਹ ਨਸ਼ਿਆਂ ਦਾ ਹੜ੍ਹ ਵਗਣਾ ਆਪਣੇ ਆਪ ਦੇ ਵਿੱਚ ਇੱਕ ਪ੍ਰਮਾਣ ਹੈ ਜੀ ਕਿ ਇਹਨਾਂ ਲੋਕਾਂ ਨੇ ਆਪਣਾ ਕੋਈ ਧਾਰਮਿਕ ਫਰਜ਼ ਨਹੀਂ ਨਿਭਾਇਆ। ਜੀ, ਜਿਹੜਾ ਇਹ ਦਾਅਵਾ ਕਰਦੇ ਨੇ ਕਿ ਅਸੀਂ ਇਹ ਧਾਰਮਿਕ ਕਾਰਜ ਦੇ ਵਾਸਤੇ ਆਪਣੇ ਡੇਰੇ ਬਣਾਏ ਨੇ, ਆਪਣਾ ਸਾਰਾ ਸਿਸਟਮ ਬਣਾਇਆ, ਉਹ ਇਹਨਾਂ ਨੇ ਆਪਣਾ ਧਾਰਮਿਕ ਕਾਰਜ ਜਿਹੜਾ ਪੂਰਾ ਨਹੀਂ ਕੀਤਾ। ਤੁਸੀਂ ਜਿਹੜੀ ਹੁਣੇ ਆਡੀਓ ਸੁਣਾਈ ਸੀ ਜੀ, ਉਹ ਅੱਜ ਕੱਲ ਆਪਣੇ ਆਪ ਨੂੰ ਬਾਬਾ ਨਹੀਂ ਅਖਵਾਉਂਦਾ, ਸੰਤ ਨਹੀਂ ਅਖਵਾਉਂਦਾ, ਜੀ, ਲੇਕਿਨ ਉਹਨੇ ਆਪਣੇ ਆਪ ਦੇ ਵਿੱਚ ਇੱਕ ਨੌਜਵਾਨੀ ਦੀ ਉਮਰ ਦੇ ਇੱਕ ਵੱਡਾ ਅੰਪਾਇਰ ਖੜੀ ਕੀਤੀ ਹੋਈ ਹੈ। ਜੇ ਉਸ ਅੰਪਾਇਰ ਦੀ ਉਹ ਪ੍ਰੋਪਰ ਵਰਤੋਂ ਕਰੇ ਤੇ ਉਹਦੇ ਨਾਲ ਹੀ ਕੌਮ ਦਾ ਬੜਾ ਵੱਡਾ ਹਿੱਤ ਹੋ ਸਕਦਾ ਹੈ। ਲੇਕਿਨ ਸਵਾਏ ਗੱਲਾਂ ਦੇ ਸਭ ਤੋਂ ਬੇਸਿਕ ਜਿਹੜੀ ਗੱਲ ਹੈ, ਜਿਹਦੇ ਨਾਲ ਮੈਂ ਗੱਲ ਆਪਣੀ ਖਤਮ ਕਰਨਾ ਚਾਹੁੰਦਾ ਜੀ, ਗੁਰੂ ਨਾਨਕ ਸਾਹਿਬ ਨੇ ਜਿਹੜਾ ਸਿਧਾਂਤ ਦਿੱਤਾ ਉਹ ਹੈ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਜੀ, ਇੱਥੇ ਨਾਮ ਜਪਣ ਦੀ ਗੱਲ ਜਿਹੜੀ ਹੈ ਨਾ ਦੂਜੇ ਨੰਬਰ ਤੇ ਹੈ। ਪਹਿਲੀ ਗੱਲ ਹੈ ਕਿਰਤ ਕਰੋ ਦੀ। ਜਿਹੜਾ ਕਿਰਤੀ ਨਹੀਂ ਉਹ ਸਿੱਖ ਨਹੀਂ। ਤੇ ਜਿਹੜੇ ਇਹ ਸਾਰਾ ਸਿਲਸਿਲਾ ਚਲਾ ਰਹੇ ਨੇ ਉਹ ਤੇ ਆਪ ਹੀ ਕਿਰਤੀ ਨਹੀਂ, ਉਹਨਾਂ ਨੂੰ ਪਤਾ ਹੀ ਨਹੀਂ ਕਿਰਤ ਕੀ ਹੁੰਦੀ ਹੈ। ਉੱਤੇ ਲੋਕਾਂ ਦੇ ਦਿੱਤੇ ਉੱਤੇ ਪਲ ਰਹੇ ਨੇ। ਜਿਹੜੇ ਆਪ ਕਿਰਤੀ ਨਹੀਂ ਉਹ ਅੱਗੋਂ ਲੋਕਾਂ ਨੂੰ ਕੀ ਕਿਰਤੀ ਬਣਾਉਣਗੇ ਤੇ ਧਰਮ ਦੀ ਕੀ ਸਿੱਖਿਆ ਦੇਣਗੇ। ਇਹ ਟੋਟਲ ਫੇਲਿਅਰ ਹੈ ਸਿਸਟਮ ਦਾ, ਜਿਹਦੇ ਉੱਤੇ ਬਹੁਤ ਜ਼ਿਆਦਾ ਆਸਰਾ ਕੀਤਾ ਜਾ ਰਿਹਾ। ਸ਼੍ਰੋਮਣੀ ਕਮੇਟੀ ਵੀ ਸੋਚਦੀ ਹੈ ਵੀ ਸਾਡਾ ਫਰਜ਼ ਜਿਹੜਾ ਖਤਮ ਹੋ ਗਿਆ, ਬਥੇਰੇ ਬਾਬੇ ਬੈਠੇ ਨੇ ਉਹ ਪ੍ਰਚਾਰ ਕਰੀ ਜਾਣਗੇ, ਔਰ ਜਿਹੜਾ ਉਹ ਪ੍ਰਚਾਰ ਕਰ ਰਹੇ ਨੇ ਉਹ ਸਾਹਮਣੇ ਸਾਨੂੰ ਨਜ਼ਰ ਆ ਰਿਹਾ। ਉਹ ਜੋ ਕੁਝ ਨਜ਼ਰ ਆ ਰਿਹਾ ਉਹ ਬਰਬਾਦੀ ਹੈ। ਉਹ ਬਰਬਾਦੀ ਤੋਂ ਸਿਵਾ ਹੋਰ ਕੁਝ ਨਹੀਂ। ਹਰਦੇਵ ਜੀ, ਤੁਸੀਂ ਵਿਸ਼ਾ ਵੀ ਸੁਣ ਲਿਆ, ਭਾਈ ਰਜਿੰਦਰ ਸਿੰਘ ਦੀ ਗੱਲ ਵੀ ਸੁਣ ਲਈ, ਔਰ ਜਿਹੜੀ ਆਡੀਓ ਆਪਾਂ ਚਲਾਈ ਸੀ ਉਹ ਵੀ ਸੁਣ ਲਈ। ਤੁਹਾਡੀ ਟਿੱਪਣੀ ਕੀ ਕਰਨਾ ਚਾਹੋਗੇ ਤੁਸੀਂ ਇਸ ਵਿਸ਼ੇ ਦੇ ਉੱਪਰ? ਦੇਖੋ, ਪਹਿਲੀ ਮੇਰੀ ਟਿੱਪਣੀ ਇਹ ਹੈ, ਤੁਹਾਡੇ ਕੋਲ ਭਾਜੀ 5 ਮਿੰਟ ਨੇ ਹਰਦੇਵ ਜੀ। 5 ਮਿੰਟ ਦੇ ਵਿੱਚ ਤੁਸੀਂ ਆਪਣੀ ਗੱਲ ਖਤਮ ਕਰਨੀ, ਕਿਉਂਕਿ 5 ਮਿੰਟ ਆਪਾਂ ਸਰਦਾਰ ਰਜਿੰਦਰ ਸਿੰਘ ਨੂੰ ਦਿੱਤੇ ਸੀ। ਠੀਕ ਹੈ, ਠੀਕ ਜੀ। ਮੇਰੀ ਟਿੱਪਣੀ ਇਹ ਹੈ ਸਰ ਕਿ ਪਹਿਲੇ ਤੇ ਜਿਹੜੀ ਤੁਸੀਂ ਜਿੱਥੋਂ ਸ਼ੁਰੂਆਤ ਕੀਤੀ ਹੈ ਆਡੀਓ ਤੋਂ, ਜੀ, ਉਹ ਆਡੀਓ ਮੇਰੇ ਖਿਆਲ ਨਾਲ ਸ਼ਾਇਦ ਰੀਸੈਂਟਲੀ ਹੋਏ, ਜਿੱਥੋਂ ਤੱਕ ਮੈਨੂੰ ਲੱਗਦਾ ਹੈ। ਠੀਕ ਹੈ ਜੀ। ਔਰ ਇੱਕ ਦਬਾਅ ਦੇ ਹੇਠ ਹੋ ਸਕਦੀ ਹੈ ਉਹ ਆਡੀਓ ਜਾਰੀ ਕੀਤੀ ਗਈ ਹੋਏ। ਵੀਡੀਓ ਹੋਣੀ ਹੈ ਜਦੋਂ ਤੁਸੀਂ ਆਡੀਓ ਸੁਣਾਈ ਹੈ ਕਿ ਇੱਕ ਬਹੁਤ ਵੱਡਾ ਪ੍ਰਸ਼ਨ ਤੇ ਆ ਹੀ ਰਿਹਾ ਨਾ, ਜੋ ਉਹਨਾਂ ਨੇ ਉਸ ਗਰੁੱਪ ਨੇ, ਉਸ ਟੀਮ ਨੇ ਇੱਕ ਖੜਾ ਕੀਤਾ ਹੈ ਕਿ ਸਾਰੇ ਪ੍ਰਚਾਰਕ ਮੰਗ ਖਾਣੇ ਨੇ ਜਾਂ ਸਾਰੇ ਧਰਮ ਦੇ ਨਾਂ ਤੇ ਪਲ ਰਹੇ ਨੇ। ਉਹ ਧਰਮ ਗਲਤ ਚੀਜ਼ ਹੈ, ਇਹ ਹੈ ਹੀ ਨਹੀਂ ਸੀ, ਔਰ ਪਰਮਾਤਮਾ ਹੈ ਹੀ ਨਹੀਂ। ਇਸ ਤਰ੍ਹਾਂ ਦੀ ਜਿਹੜੀਆਂ ਗੱਲਾਂ ਕੀਤੀਆਂ ਨੇ ਉਹਦੇ ਉੱਪਰ ਇੱਕ ਬੜਾ ਵੱਡਾ ਕੁਐਸਚਨ ਉਹਨਾਂ ਦੇ ਆ ਰਿਹਾ ਬਈ ਤੁਸੀਂ ਆਪ ਕਿਰਤੀ ਕਿਉਂ ਨਹੀਂ ਹੋ। ਔਰ ਜਿਸ ਤਰ੍ਹਾਂ ਇੰਪ੍ਰੈਸ਼ਨ ਦੇਣ ਦੀ ਕੋਸ਼ਿਸ਼ ਕੀਤੀ ਸੀ ਕਿ ਬੜੇ ਤਿਆਗ ਦੀ ਕੋਸ਼ਿਸ਼ ਕੀਤੀ ਕਿ ਜਿਹਦਾ ਆਨੰਦਪੁਰ ਛੱਡਿਆ ਸੀ ਗੁਰੂ ਸਾਹਿਬ ਨੇ, ਆਪਾਂ ਸਭ ਕੁਝ ਛੱਡ ਦੇਣਾ, ਉਹ ਅਜੇ ਤੱਕ ਛੱਡਿਆ ਨਹੀਂ। ਹੁਣ ਇੱਕ ਨਵੀਂ ਗੱਲ ਵਿੱਚ ਆਈ ਹੈ ਕਿ ਬਈ ਅਸੀਂ ਲੋਕ ਦਸਵੰਧ ਦੇ ਦੇਣ ਤੇ ਆਪਾਂ 99% ਦਿਆਂਗੇ। ਇਹਦੇ ਵਿੱਚ ਆਪਣੇ ਆਪ ਵਿੱਚ ਇੱਕ ਸਵਾਲ ਪੈਦਾ ਹੋ ਗਿਆ ਕਿ ਫਿਲਹਾਲ ਇੰਨੇ ਸਾਲਾਂ ਤੋਂ ਉਹ ਜਿਹੜਾ 99% ਲਾਣਾ ਉਹ ਕਿੱਥੋਂ ਆ ਰਿਹਾ। ਜ਼ਾਹਿਰ ਜੀ ਗੱਲ ਹੈ, ਆਪਣੇ ਰਜਿੰਦਰ ਸਿੰਘ ਜੀ ਨੇ ਵੀ ਇਸ਼ਾਰਾ ਕੀਤਾ ਹੈ ਕਿ ਉਹ ਸਾਰਾ ਕੁਝ ਸੰਗਤ ਵੱਲੋਂ ਆ ਰਿਹਾ, ਆਪਣੇ ਵੱਲੋਂ ਨਾ ਲਾਇਆ ਜਾ ਰਿਹਾ ਗੁਰਦੁਆਰੇ ਤੇ, ਔਰ ਨਾ ਹੀ ਆਪਣੀਆਂ ਪਰਸਨਲ ਜ਼ਰੂਰਤਾਂ ਤੇ ਕੋਈ ਆਪਣੇ ਵੱਲੋਂ ਖਰਚਿਆ ਜਾ ਰਿਹਾ। ਸਾਰਾ ਸੰਗਤ ਦਾ ਪੈਸਾ ਹੀ ਲਗਾਇਆ ਜਾ ਰਿਹਾ। ਔਰ ਗੱਲ ਫਿਰ ਉੱਥੇ ਆ ਗਈ ਕਿ ਧਰਮ ਦੇ ਨਾਂ ਤੇ ਕਿਸੇ ਨੂੰ ਲੁੱਟਣਾ, ਰੱਬ ਹੈ ਕਹਿ ਕੇ ਉਹਦਾ ਡਰਾਵਾ ਦੇ ਕੇ ਕਿਸੇ ਨੂੰ ਲੁੱਟਣਾ, ਤੇ ਰੱਬ ਨਹੀਂ ਹੈ ਕਹਿ ਕੇ ਕਿਸੇ ਨੂੰ ਲੁੱਟਣਾ, ਇਹ ਦੋਨੋਂ ਹੀ ਆਪਣੇ ਆਪ ਵਿੱਚ ਡਿਸੈਪਟਿਵ, ਧੋਖੇਬਾਜ਼ੀ, ਧੋਖਾਪੂਰਨ ਚੀਜ਼ਾਂ। ਠੀਕ ਹੈ ਜੀ। ਹੁਣ ਆ ਗਈ ਗੱਲ ਇਹ ਕਿ ਵੀ ਇਹ ਜਿਹੜੀ ਕਲਿੱਪ ਤੁਸੀਂ ਸੁਣਾਈ ਹੈ, ਇਹਦੇ ਵਿੱਚ ਤੇ ਜਿਹੜਾ ਸਿਰਸੇ ਵਾਲਾ ਉਹ ਤੇ 2 ਕਦਮ ਪਹਿਲਾਂ ਹੀ ਅੱਗੇ ਹੈ, ਉਹ ਤੇ ਜ਼ਿਆਦਾ ਅਪਗ੍ਰੇਡ ਹੈ। ਉਹ ਕਿਸ ਤਰ੍ਹਾਂ ਕਿ ਉਹਨਾਂ ਨੇ ਹਕੀਕਤ ਐਂਟਰਟੇਨਮੈਂਟ ਜਿਹੜਾ ਨਾਂ ਦੀ ਇੱਕ
ਪ੍ਰਾਈਵੇਟ ਲਿਮਟਿਡ ਕੰਪਨੀ ਤਿਆਰ ਕੀਤੀ ਜੀ ਬਈ ਅਸੀਂ ਵੀ ਬਿਜ਼ਨਸ ਕਰਾਂਗੇ। ਠੀਕ ਹੈ ਜੀ, ਅਸੀਂ ਬਿਜ਼ਨਸ ਕਰਾਂਗੇ। ਪਹਿਲੇ ਧਰਮ ਤੋਂ ਗੱਲ ਸ਼ੁਰੂ ਕੀਤੀ, ਫਿਰ ਆ ਗਏ ਬਿਜ਼ਨਸ ਤੇ। ਬਿਜ਼ਨਸ ਕਰਾਂਗੇ, ਉਹਦੇ ਵਿੱਚ ਉਹਨਾਂ ਨੇ 2014 ਵਿੱਚ ਇੱਕ ਪਿਕਚਰ ਬਣਾਈ ਲਵ ਚਾਰਜ ਜੀ, ਲਵ ਚਾਰਜਰ, ਸੌਰੀ ਅਗਰ ਮੈਂ ਸਹੀ ਬੋਲ ਰਿਹਾ। ਫਿਰ ਉਹਦੇ ਵਿੱਚ 2015 ਦੇ ਵਿੱਚ ਬਣਾਈ ਉਹਨਾਂ ਨੇ ਮੈਸੇਂਜਰ ਆਫ ਗੋਡ, ਉਹਦੇ ਵਿੱਚ ਸਿਰਸੇ ਵਾਲੇ ਦੇ ਸ਼ੇਰ ਸੀਗੇ। ਫਿਰ ਉਹਨਾਂ ਨੇ ਇਹ ਕਿਹਾ ਵੀ ਅਸੀਂ ਕਿਰਤ ਕਰਨੀ ਆ, ਉਹਦੇ ਵਾਸਤੇ ਉਹਨਾਂ ਨੇ ਅਚਾਰ ਬਣਾਉਣੇ ਸ਼ੁਰੂ ਕੀਤੇ, ਸ਼ਹਿਦ ਦੀ ਪੈਕਿੰਗ ਸ਼ੁਰੂ ਕੀਤੀ, ਨੂਡਲਸ ਦੀ ਪੈਕਿੰਗ ਸ਼ੁਰੂ ਕੀਤੀ, ਵਾਟਰ ਬੋਟਲਸ ਪੈਕ ਕਰਨੀ ਸ਼ੁਰੂ ਕੀਤੀਆਂ। ਤੇ ਉਹਨਾਂ ਨੇ ਕਿਹਾ ਜੀ ਅਸੀਂ ਕਿਰਤ ਕਰ ਰਹੇ ਹਾਂ। ਔਰ ਫਿਰ ਆਪਣੀ ਖੇਤਾਂ ਦੀਆਂ ਭਿੰਡੀਆਂ, ਤੋਰੀਆਂ, ਕੱਦੂ, ਖੀਰੇ ਵੇਚਣੇ ਸ਼ੁਰੂ ਕੀਤੇ ਸੰਗਤਾਂ ਨੂੰ। ਤੇ ਸੰਗਤਾਂ ਬੜੀਆਂ ਇੰਸਪਾਇਰ ਹੋਈਆਂ ਕਿ ਬਾਬਾ ਜੀ ਸਾਡੇ ਤੇ ਕਿਰਤੀ ਹੋ ਗਏ, ਇਹ ਕਿਰਤੀ ਕਰ ਰਹੇ। ਦਰਅਸਲ ਲੋਕਾਂ ਦੀ ਜੁੱਤੀਆਂ ਲੋਕਾਂ ਦੇ ਸਿਰ ਸੀਗੀਆਂ। ਠੀਕ ਹੈ ਨਾ। ਸੋ ਇਹ ਗੱਲ ਹੈ ਕਿ ਇਹ ਸਾਰਾ ਇੱਕ ਡਰਾਮਾ ਜਿਹੜਾ ਨਾ, ਡਰਾਮੇਟਾਈਜ਼ ਕਰਨਾ ਗੱਲਾਂ ਨੂੰ, ਔਰ ਇੱਕ ਭਾਵਨਾ ਸ਼ੋਅ ਕਰਨੀ ਕਿ ਅਸੀਂ ਇਹ ਕਰਾਂਗੇ, ਅਸੀਂ ਉਹ ਕਰਾਂਗੇ। ਪਹਿਲਾਂ ਤਾਂ ਇਹ ਜਵਾਬ ਦਿਓ ਕਿ ਜੋ 2 ਮਿੰਟ ਰਹਿ ਗਏ ਤੁਹਾਡੇ ਕੋਲ ਜੀ। ਪਹਿਲਾਂ ਤਾਂ ਇਹ ਜਵਾਬ ਚਾਹੀਦਾ ਹੈ ਕਿ ਬਈ ਜਿਹਦੇ ਨਾਲ ਹੁਣ ਦੇਖੋ ਸ਼੍ਰੋਮਣੀ ਕਮੇਟੀ ਦਾ ਕੀ ਕੰਮ ਸੀਗਾ, ਸ਼੍ਰੋਮਣੀ ਕਮੇਟੀ ਦਾ ਵੀ ਜ਼ਿਕਰ ਕੀਤਾ। ਉਹਦਾ ਕੰਮ ਸੀਗਾ ਕਿ ਗੁਰੂ ਦੀ ਗੋਲਕ ਗਰੀਬ ਦਾ ਮੂੰਹ, ਇਸ ਕਨਸੈਪਟ ਤੋਂ ਅਸੀਂ ਚੈਰੀਟੇਬਲ ਕੰਮਾਂ ਵੱਲ ਜਾਣਾ ਜੀ। ਉੱਥੇ ਪ੍ਰੋਸੈਸ ਇਹ ਹੈ ਕਿ ਗਰੀਬ ਦੀ ਗੋਲਕ, ਗੁਰੂ ਦੀ ਗੋਲਕ ਗਰੀਬ ਦਾ ਮੂੰਹ, ਇਸ ਪ੍ਰੋਸੈਸ ਤੋਂ ਜਿਹੜਾ ਸੰਗਤ ਭੇਟਾ ਕਰਦੀ ਹੈ ਗੁਰੂ ਦੇ ਅੱਗੇ, ਅਰਪਣ ਕਰਦੀ ਹੈ, ਉਸ ਗੋਲਕ ਨੂੰ ਚੈਰੀਟੇਬਲ ਕੰਮਾਂ ਵਾਸਤੇ ਇਸਤੇਮਾਲ ਕਰਨਾ। ਔਰ ਸ਼੍ਰੋਮਣੀ ਕਮੇਟੀ ਨੇ ਗਲਤੀਆਂ ਬਹੁਤ ਕੀਤੀਆਂ, ਬਟ ਇਸ ਗੱਲ ਤੋਂ ਇਨਕਾਰ ਹੀ ਨਹੀਂ, ਨਾ ਹੀ ਸਾਨੂੰ ਇਸ ਗੱਲ ਨੂੰ ਛੁਪਾਉਣਾ ਚਾਹੀਦਾ ਕਿ 2 ਮੈਡੀਕਲ ਕਾਲਜਿਸ, 50 ਦੇ ਕਰੀਬ ਕਾਲਜਿਸ ਔਰ 50 ਤੋਂ ਉੱਪਰ 100 ਦੇ ਕਰੀਬ ਸਕੂਲ ਉਹ ਚਲਾ ਰਹੀ ਹੈ। ਉਹ ਠੀਕ ਨਹੀਂ ਚਲਾ ਰਹੀ, ਜਾਂ ਉੱਥੇ ਟ੍ਰਾਂਸਫਰ ਪਾਲਿਸੀ ਗਲਤ ਨੇ, ਜਾਂ ਉੱਥੇ ਇਨਫਰਾਸਟ੍ਰਕਚਰ ਗਲਤ ਹੈ, ਇਹਦੇ ਪਰ ਚਰਚਾ ਹੋ ਸਕਦੀ ਹੈ। ਲੇਕਿਨ ਅੱਜ ਦੀ ਡੇਟ ਵਿੱਚ 200-300 ਕਰੋੜ ਦਾ ਬਜਟ ਉਹਨੂੰ ਦਿੱਤਾ ਜਾਂਦਾ ਸਕੂਲਾਂ ਵਾਸਤੇ। ਇਹ ਕੰਮ ਸ਼੍ਰੋਮਣੀ ਕਮੇਟੀ ਕਰ ਰਹੀ ਹੈ, ਜਦਕਿ ਡੇਰੇਦਾਰਾਂ ਵਿੱਚੋਂ, ਇਹਨਾਂ ਵਿੱਚੋਂ ਕੋਈ ਬੰਦਾ ਇਹ ਕੰਮ ਨਹੀਂ ਕਰ ਰਿਹਾ। ਨਾ ਹੀ ਸਿੱਖ ਮਿਸ਼ਨਰੀ ਕਾਲਜ ਕਰ ਰਹੇ ਨੇ, ਜਿਹੜੇ ਕਿ 50-50 ਸਾਲ ਤੋਂ ਆਪਣੀਆਂ ਪਰਚੀਆਂ ਲੈ ਕੇ ਸੰਗਤ ਤੋਂ ਪੈਸਾ ਲੈ ਰਹੇ ਜੀ। ਹੁਣ ਇਹ ਜਿਹੜੀ ਤੁਸੀਂ ਆਡੀਓ ਸੁਣਾਈ ਦਾ, ਇਹਦਾ ਪ੍ਰੋਸੈਸ ਉਸ ਤੋਂ ਉਲਟਾ ਹੈ। ਇਹਦਾ ਪ੍ਰੋਸੈਸ ਕੀ ਹੈ? ਫਰੋਮ ਬਿਜ਼ਨਸ ਟੂ ਗੋਲਕ ਜੀ। ਕਿ ਪਹਿਲੇ ਮੈਂ ਬਿਜ਼ਨਸ ਕਰਾਂਗਾ, ਪਹਿਲੇ ਮੈਨੂੰ ਬਿਜ਼ਨਸ ਵਾਸਤੇ ਹੁਣ ਪੈਸਾ ਦਿਓ, ਉਹਦੇ ਬਾਅਦ ਮੈਂ ਬਿਜ਼ਨਸ ਦਾ ਪੈਸਾ ਗੁਰਦੁਆਰੇ ਲਾਵਾਂਗਾ। ਹਰਦੇਵ ਜੀ, ਇਹ ਚੀਜ਼ ਮੈਂ ਖਤਮ ਕਰ ਲੂੰਗਾ ਆਪਣਾ ਕਮੈਂਟ। ਇਹ ਚੀਜ਼ ਅੱਜ ਤੋਂ 10-15 ਸਾਲ ਪਹਿਲਾਂ ਚੰਡੀਗੜ੍ਹ ਦੇ ਵਿੱਚ ਵੀ ਵਾਪਰੀ ਹੈ ਕਿ ਜਿਹਦੇ ਵਿੱਚ ਧਰਮ ਦੇ ਨਾਂ ਤੇ ਰਸਾਲਾ ਸ਼ੁਰੂ ਕੀਤਾ ਗਿਆ, ਫਿਰ ਅਖਬਾਰ ਸ਼ੁਰੂ ਕੀਤਾ ਗਿਆ, ਔਰ ਫਿਰ ਐਫਡੀਆਂ ਲਈਆਂ ਗਈਆਂ, ਔਰ ਫਿਰ ਉੱਚਾਦਰ ਬਾਬੇ ਨਾਨਕ ਦੇ ਨਾਂ ਤੋਂ ਇੱਕ ਬਿਜ਼ਨਸ ਅੰਪਾਇਰ ਖੜਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਸੋ ਮੈਂ ਉਹੀ ਗੱਲ ਤੇ ਆਨਾ ਵਾਂ ਕਿ ਧਰਮ ਦੀ ਨਖੇਦੀ, ਧਰਮ ਦੀ ਨੁਕਤਾਚੀਨੀ, ਰੱਬ ਦੀ ਨੁਕਤਾਚੀਨੀ, ਇਹਦੇ ਪਰ ਸਾਰੇ ਲੱਗੇ ਨੇ। ਲੇਕਿਨ ਬੇਸਿਕ ਐਲੀਮੈਂਟ ਜਿਹੜਾ ਵਿੱਚ ਹੈ ਨਾ, ਪੈਸਾ, ਉਹਦੀ ਨਖੇਦੀ ਕਰਕੇ ਕੋਈ ਰਾਜੀ ਨਹੀਂ ਹੈ। ਹਰਦੇਵ ਜੀ, ਮੈਂ ਮਾਫੀ ਚਾਹੁੰਦਾ, ਇੱਕ ਸਵਾਲ ਮੈਂ ਤੁਹਾਡੇ ਤੋਂ ਹੋਰ ਛੋਟਾ ਜਿਹਾ ਐਡ ਕਰਦਾ, ਫਿਰ ਤੁਸੀਂ 1-1.5 ਮਿੰਟ ਦੇ ਵਿੱਚ ਆਪਣੀ ਗੱਲ ਖਤਮ ਕਰਕੇ ਫਿਰ ਆਪਾਂ ਭਾਈ ਰਜਿੰਦਰ ਸਿੰਘ ਜੀ ਕੋਲ ਅੱਗੇ ਗੱਲ ਕਰਾਂਗੇ। ਪਰ ਜਿਹੜੀ ਆਪਾਂ ਆਡੀਓ ਸੁਣੀ, ਉਹਦੇ ਵਿੱਚ ਇੱਕ ਗੱਲ ਕਹੀ ਗਈ ਹੈ ਕਿ ਤੁਸੀਂ ਦਸਵੰਧ ਦਿੰਦੇ ਹੋ, ਮੈਂ 99% ਦਵਾਂਗਾ। ਤਾਂ ਇਹ ਤਾਂ ਆਪਣੇ ਆਪ ਦੇ ਵਿੱਚ ਹੀ ਬੜੀ ਵੱਡੀ ਗੱਲ ਹੈ। ਪਹਿਲੀ ਗੱਲ ਤਾਂ ਇਹ ਹੋਗੀ ਨਾ ਕਿ ਜਦੋਂ ਦੇਣਗੇ ਉਸ ਤੋਂ ਪਹਿਲਾਂ ਦੀ ਪੋਜੀਸ਼ਨ ਕੀ ਹੈ, ਉਹਦੀ ਜ਼ਿੰਮੇਵਾਰੀ ਕੌਣ ਲਏਗਾ? ਜਦੋਂ ਦੇਣਗੇ ਉਹ ਤੇ ਸਮਾਂ ਦੇਖਿਆ ਜਾਏਗਾ ਜਦੋਂ ਦੇਣਗੇ। ਫਿਲਹਾਲ ਕਿੱਥੋਂ ਚੱਲ ਰਿਹਾ? ਇਹਨੂੰ ਤਾਂ ਐਕਸੈਪਟ ਕਰਨਾ ਕਿ ਫਿਲਹਾਲ ਸਾਰਾ ਕੁਝ ਸੰਗਤ ਦੇ ਪੈਸੇ ਨਾਲ ਚੱਲ ਰਿਹਾ ਹੈ। ਮੇਰੇ ਕੱਪੜੇ ਵੀ ਸੰਗਤ ਦੇ ਪੈਸੇ ਨਾਲ ਚੱਲ ਰਹੇ, ਤੇ ਮੇਰੀ ਜੁੱਤੀਆਂ ਵੀ ਸੰਗਤ ਦੇ ਪੈਸੇ ਨਾਲ ਚੱਲ ਰਹੀਆਂ। ਇਹ ਤੇ ਆਪਣੇ ਆਪ ਹੀ ਜੀ ਐਡਮਿਸ਼ਨ ਹੈ ਜੀ ਕਿ ਵੀ ਮੈਂ ਉਸ ਲਈ 99% ਦਿਆਂਗਾ, ਫਿਲਹਾਲ 100% ਸੰਗਤ ਦੇ ਪੈਸੇ ਨਾਲ ਚੱਲ ਰਿਹਾ ਜੀ। ਈਵਨ ਮੇਰਾ ਖਰਚਾ ਵੀ ਸੰਗਤ ਦੇ ਪੈਸੇ ਨਾਲ ਚੱਲ ਰਿਹਾ, ਮੇਰੀ ਟਰੈਵਲਿੰਗ ਵੀ ਸੰਗਤ ਦੇ ਪੈਸੇ ਨਾਲ ਚੱਲ ਰਹੀ ਹੈ, ਮੇਰੇ ਮੂੰਹ 'ਚ ਪੈਣ ਵਾਲੀ ਹਰ ਬੁਰਕੀ ਸੰਗਤ ਦੇ ਪੈਸੇ ਦੀ ਹੈ, ਜਿਹਦੇ 'ਚ ਮੇਰੀ ਕਿਰਤ ਕੋਈ ਨਹੀਂ ਹੈ। ਇਹਦੇ ਨਾਲੋਂ ਮੈਂ ਤਾਂ ਹੀ ਕਹਿ ਰਿਹਾ ਕਿ ਇਹਦੇ ਨਾਲੋਂ ਸਿਰਸੇ ਵਾਲਾ ਤਾਂ ਜ਼ਿਆਦਾ ਐਡਵਾਂਸ ਸੀਗਾ। ਇਹਨਾਂ ਨੇ ਇਹ ਗੱਲ ਹੁਣ ਕੀਤੀ ਹੈ, ਸਿਰਸੇ ਵਾਲੇ ਨੇ ਇਹ ਕਈ ਸਾਲ ਪਹਿਲਾਂ ਕਰ ਲਈ ਗੱਲ ਇਹਨਾਂ ਤੋਂ, ਉੱਤੇ ਜ਼ਿਆਦਾ ਅਪਗ੍ਰੇਡ ਹੈ। ਸਰ ਮੈਂ ਅਗਲੀ ਗੱਲ ਕਰਦਾ, ਹੁਣ ਆਪਾਂ ਚਲੇ ਪੈਸੇ ਵਾਲੀ ਗੱਲ ਤਾਂ ਹੋ ਗਈ, ਲੇਕਿਨ ਇੱਕ ਜਿਹੜੀ ਆਪਣੀ ਹੋਰ ਧਰਮ ਦੀ ਦੁਨੀਆ ਦੇ ਵਿੱਚ ਖਾਸ ਕਰਕੇ ਜਿਹੜੇ ਡੇਰੇਦਾਰ ਨੇ, ਸੰਤ ਬ੍ਰਹਮ ਗਿਆਨੀ ਆਪਣੇ ਆਪ ਨੂੰ ਕਹਿੰਦੇ ਨੇ, ਉਹ ਤਕਰੀਬਨ ਅਨਮੈਰਿਡ ਨੇ, ਗ੍ਰਸਤੀ ਤੋਂ ਬਾਹਰ ਨੇ। ਉਹ ਗ੍ਰਸਤੀ ਜੀਵਨ ਨੂੰ ਇੱਕ ਮਾੜਾ ਕਹਿੰਦੇ ਨੇ, ਵਿਆਹ ਨਹੀਂ ਕਰਾਉਂਦੇ। ਚਾਹੇ ਅਪਗ੍ਰੇਡਾਂ ਦੀ ਗੱਲ ਕਰ ਲਓ, ਉਹਨਾਂ ਦਾ ਵੀ ਇੱਕ ਜਿਹੜਾ ਸਭ ਤੋਂ ਵੱਡਾ ਜਿਹੜਾ ਸੰਤ ਹੈ ਉਹ ਆਪਣੇ ਅਨਮੈਰਿਡ ਹੈ, ਉਹਨੇ ਬੜੀਆਂ ਦਲੀਲਾਂ ਦਿੱਤੀਆਂ ਆਪਣੇ ਵਿਆਹ ਨਾ ਕਰਾਉਣ ਦੀਆਂ। ਸੋ
ਕੀ ਗ੍ਰਸਤੀ ਜੀਵਨ ਦੀ ਕੋਈ ਮਹੱਤਤਾ ਹੈਗੀ ਆ ਸਿੱਖੀਜ਼ਮ ਦੇ ਵਿੱਚ ਜਾਂ ਨਹੀਂ ਹੈਗੀ? ਇਹ ਮੇਰਾ ਸਵਾਲ ਭਾਈ ਰਜਿੰਦਰ ਸਿੰਘ ਜੀ ਦੇ ਕੋਲ ਹੈ। ਵੀ 5 ਮਿੰਟ ਤੁਹਾਡੇ ਕੋਲ ਹੈਗੇ ਨੇ, ਤੁਸੀਂ 5 ਮਿੰਟ ਦੇ ਵਿੱਚ ਆਪਣੀ ਗੱਲ ਖਤਮ ਕਰਨੀ ਹੈ। ਜਸਪਾਲ ਸਿੰਘ ਜੀ, ਗੱਲ ਇਹ ਹੈ, ਮੈਂ ਚਲੋ ਜਿਹੜਾ ਪਹਿਲਾਂ ਤੁਸੀਂ ਸਵਾਲ ਕੀਤਾ ਮੈਂ ਉਹਦਾ ਜਵਾਬ ਦਿਆਂਗਾ, ਪਰ ਕੁਝ ਗੱਲਾਂ ਜਿਹੜੀਆਂ ਨੇ ਪਹਿਲਾਂ ਸਾਡੀ ਆਪਸ 'ਚ ਜਿਹੜੀ ਡਿਸਕਸ਼ਨ ਹੋਈ ਹੈ ਉਹਦੇ ਵਿੱਚੋਂ ਨਿਕਲੀਆਂ ਨੇ। ਜੀ ਜੀ, ਕੋਈ ਗੱਲ ਨਹੀਂ। ਪਰ ਮੈਂ ਪਹਿਲਾਂ ਤੁਹਾਡੀ ਗੱਲ ਦਾ ਹੀ ਜਵਾਬ ਦੇਣਾ। ਜੀ ਜੀ ਜੀ। ਸਿੱਖ ਧਰਮ ਗ੍ਰਸਤ ਦਾ ਧਰਮ ਹੈ ਜੀ। ਜਿਹੜਾ ਗ੍ਰਸਤੀ ਨਹੀਂ ਉਹ ਸਿੱਖ ਨਹੀਂ ਹੋ ਸਕਦਾ। ਮਾਫ ਕਰਨਾ, ਕਿਉਂਕਿ ਜਿਸ ਵੇਲੇ ਤੁਸੀਂ ਗ੍ਰਸਤੀ ਨਹੀਂ ਹੋ ਤੇ ਕਾਮ ਭਾਵਨਾ ਤਾਂ ਰੁਕ ਨਹੀਂ ਸਕਦੀ, ਤੇ ਫਿਰ ਤੁਹਾਡੇ ਜੀਵਨ ਦੇ ਵਿੱਚ ਗਿਰਾਵਟ ਵੀ ਆ ਸਕਦੀ ਹੈ, ਤੁਹਾਡੀ ਅੱਖ 'ਚ ਮੈਲ ਵੀ ਆ ਸਕਦੀ ਹੈ। ਤੁਹਾਡਾ ਜੀਵਨ ਤੁਸੀਂ ਜ਼ਬਰਦਸਤੀ ਉਹਨੂੰ ਹੱਠ ਕਰਮ ਕਰਕੇ ਜੇ ਰੋਕ ਵੀ ਰਹੇ ਹੋ ਤੇ ਉਹ ਸ਼ਾਂਤਮਈ ਨਹੀਂ ਹੋ ਸਕਦਾ। ਜੀ ਜੀ ਜੀ। ਇਸੇ ਕਰਕੇ ਸਤਿਗੁਰੂ ਨੇ ਸਾਨੂੰ ਗ੍ਰਸਤ ਦਾ ਮਾਰਗ ਦਿੱਤਾ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ, ਗਿਆਨਨ ਮੈਂ ਗਿਆਨ ਔਰ ਧਿਆਨਨ ਮੈਂ ਧਿਆਨ, ਗੁਰ ਸਭੀ ਧਰਮਨ ਮੈਂ ਗ੍ਰਸਤ ਪ੍ਰਦਾਨ ਹੈ। ਜੀ। ਲੇਕਿਨ ਭਾਈ ਗੁਰਦਾਸ ਜੀ ਆਪ ਨਹੀਂ ਸੀ ਵਿਆਹੇ ਹੋਏ, ਲੇਕਿਨ ਉਹਨਾਂ ਨੇ ਵੀ ਗ੍ਰਸਤ ਨੂੰ ਪ੍ਰਧਾਨ ਦੱਸਿਆ। ਜੀ। ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ 35 ਸ਼ਖਸੀਅਤਾਂ ਦੀ ਬਾਣੀ ਹੈ। ਸਭ ਤੋਂ ਪਹਿਲਾਂ ਅਸੀਂ ਆਪਣੇ ਗੁਰੂ ਸਾਹਿਬਾਨ ਦੀ ਗੱਲ ਕਰੀਏ। 10 ਗੁਰੂ ਸਾਹਿਬਾਨ ਹੋਏ। ਇੱਕ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਛੱਡ ਕੇ, ਜਿਹੜੇ ਕਿ 9 ਸਾਲ ਦੀ ਉਮਰ ਦੇ ਵਿੱਚ ਅਕਾਲ ਪਿਆਣਾ ਕਰ ਗਏ। ਜੀ। ਬਾਕੀ ਸਾਰੇ ਗੁਰੂ ਸਾਹਿਬਾਨ ਜਿਹੜੇ ਗ੍ਰਸਤੀ ਸਨ। ਜੀ। ਸਾਰੇ ਗੁਰੂ ਸਾਹਿਬਾਨ ਗ੍ਰਸਤੀ ਸਨ। ਜਿਹੜੀਆਂ 35 ਸ਼ਖਸੀਅਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, ਉਹ ਸਾਰੇ ਦੇ ਸਾਰੇ ਗ੍ਰਸਤੀ ਨੇ। ਜੀ। ਜੇ ਗ੍ਰਸਤ ਕੋਈ ਪਾਪ ਹੈ ਜਾਂ ਗ੍ਰਸਤ ਜਿਹੜਾ ਕੋਈ ਵਿਕਾਰ ਹੈ ਤੇ ਫਿਰ ਸਾਰੇ ਗੁਰੂ ਸਾਹਿਬਾਨ ਵੀ ਤੇ ਸਾਰੇ ਉਹ 35 ਸ਼ਖਸੀਅਤਾਂ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, ਉਹਨਾਂ ਦੇ ਉੱਤੇ ਅਸੀਂ ਇੱਕ ਬੜਾ ਵੱਡਾ ਸਵਾਲ ਚੁੱਕ ਰਹੇ ਹਾਂ। ਔਰ ਬਹੁਤ ਸਾਰੇ ਇਹੋ ਜਿਹੇ ਇੰਸਟੈਂਸਸ ਮੇਰੇ ਕੋਲ ਨੇ ਉਹਨਾਂ ਡੇਰਿਆਂ ਦੇ ਜਿਹੜੇ ਗ੍ਰਸਤ ਦੀ ਪੈਰੋਕਾਰੀ ਕਰਦੇ ਨੇ, ਜਿੱਥੇ ਬੱਚੀਆਂ ਦੀ ਇੱਜ਼ਤ ਲੁੱਟੇ ਜਾਣ ਦੇ ਕੇਸ ਜਿਹੜੇ ਨੇ ਹੋਏ, ਫੜੇ ਗਏ। ਇਹ ਤਾਂ ਕੁਝ ਉਹ ਨੇ ਜਿਹੜੇ ਫੜੇ ਗਏ, ਕੁਝ ਉਹ ਵੀ ਨੇ, ਬਹੁਤੇ ਤੇ ਉਹ ਹੁੰਦੇ ਨੇ ਜਿਨ੍ਹਾਂ ਦਾ ਪਤਾ ਹੀ ਨਹੀਂ ਲੱਗਦਾ। ਬਹੁਤਾਤ ਉਹਨਾਂ ਦੀ ਹੁੰਦੀ, ਜਿਹੜੇ ਫੜੇ ਜਾਂਦੇ ਨੇ ਉਹ ਬੜੇ ਬਿਰਲੇ ਹੁੰਦੇ ਨੇ, ਪਰ ਉਹਨਾਂ ਬਿਰਲਿਆਂ ਤੋਂ ਇਹ ਪਤਾ ਲੱਗ ਜਾਂਦਾ ਵੀ ਉਹਨਾਂ ਜਗ੍ਹਾ ਤੇ ਕੀ ਹੋ ਰਿਹਾ। ਜੇ ਕਹੋ ਤਾਂ ਇੱਕ ਅੱਧਾ ਇੰਸਟੈਂਸ ਵੀ ਦੇ ਸਕਣਾ ਮੈਂ, ਤੁਸੀਂ ਦਓ, ਕੋਈ ਗੱਲ ਨਹੀਂ ਜੀ। ਹਾਂ, ਇਹ ਲੁਧਿਆਣੇ ਦੇ ਵਿੱਚ ਨਾਨਕ ਸਾਹਿਬ ਦਾ ਇੱਕ ਡੇਰਾ ਹੈ ਜੀ, ਜਗਰਾਉਂ ਰੋਡ ਦੇ ਉੱਤੇ। ਉੱਥੇ ਇੱਕ ਲੜਕੀ ਨੂੰ 3 ਦਿਨ ਨਸ਼ੇ ਦੇ ਟੀਕੇ ਲਾ ਲਾ ਕੇ ਉਹਦੀ ਇੱਜ਼ਤ ਲੁੱਟੀ ਗਈ। ਉਹ ਜਿਸ ਵੇਲੇ ਹੋਸ਼ ਦੇ ਵਿੱਚ ਆਉਣ ਲੱਗਦੀ ਸੀ, ਉਹਨੂੰ ਮੁੜ ਕੇ ਟੀਕਾ ਠੋਕ ਦਿੰਦੇ ਸੀ। ਉਹ ਕਿਤੇ ਟੀਕਾ ਲਾਉਣ ਦੇ ਵਿੱਚ ਲੇਟ ਹੋ ਗਏ ਤੇ ਉਹ ਕੁੜੀ ਹੋਸ਼ ਦੇ ਵਿੱਚ ਆ ਗਈ ਥੋੜੀ ਜਿਹੀ। ਉਹਨੇ ਖਿੜਕੀ ਦੇ ਵਿੱਚੋਂ ਲੋਕਾਂ ਨੂੰ ਇਸ਼ਾਰੇ ਕੀਤੇ, ਲੋਕੀ ਉੱਥੇ ਪਹੁੰਚੇ ਤੇ ਜਾ ਕੇ ਜਿਸ ਵੇਲੇ ਉਹ ਪਤਾ ਕਰਾਇਆ ਗਿਆ ਸਾਰਾ, ਤੇ ਉਹ ਪਤਾ ਲੱਗਾ ਕਿ ਉਸ ਬੱਚੀ ਦੀ 3 ਦਿਨਾਂ ਤੋਂ ਇੱਜ਼ਤ ਲੁੱਟ ਰਹੇ ਨੇ। ਮੈਂ ਇਸ ਗੱਲ ਦਾ ਅੱਖੀਂ ਗਵਾਹ, ਕਿਉਂਕਿ ਸਾਡੇ ਖਾਲਸਾ ਪੰਚਾਇਤ ਦਾ ਜਿਹੜਾ ਯੂਨਿਟ ਹੈ ਨਾ, ਉਹ ਉੱਥੇ ਪਹੁੰਚ ਗਿਆ ਫਟਾਫਟ। ਉਹਨਾਂ ਨੂੰ ਪਤਾ ਲੱਗਾ, ਉਹਨਾਂ ਨੇ ਮੈਨੂੰ ਟੈਲੀਫੋਨ ਕੀਤਾ ਕਿ ਮੈਂ ਵੀ ਇੱਥੋਂ ਕਾਰ ਚੁੱਕ ਕੇ ਪਹੁੰਚ ਗਿਆ ਜੀ। ਉਹਨਾਂ ਦਾ ਜਿਹੜਾ ਡੇਰੇ ਦਾ ਡੇਰੇਦਾਰ ਸੀ, ਉਹ ਥੋੜਾ ਜਿਹਾ ਅਪਾਹਜ ਸੀ, ਤੇ ਉਹ ਮੈਨੂੰ ਕਹਿਣ ਲੱਗਾ, ਭਾਈ ਸਾਹਿਬ ਤੁਸੀਂ ਸਾਰਾ ਗੁੱਸਾ ਸਾਡੇ ਤੇ ਕੱਢ ਰਹੇ ਹੋ, ਆਹ ਵੇਖੋ ਮੈਂ ਤੇ ਅਪਾਹਜ ਹਾਂ। ਤੇ ਜਿਸ ਵੇਲੇ ਉਸ ਕਮਰੇ ਦੇ ਵਿੱਚ ਤਲਾਸ਼ੀਆਂ ਲਈਆਂ ਗਈਆਂ ਤੇ ਉਹਦੇ ਵਿੱਚੋਂ ਅਸ਼ਲੀਲ ਵੀਡੀਓ ਵੀ ਨਿਕਲੀਆਂ, ਤੇ ਉਹਦੇ ਵਿੱਚੋਂ ਹੋਰ ਕਈ ਕੁਝ ਗੰਦ ਦਾ ਸਮਾਨ ਤੇ ਨਸ਼ੇ ਦੇ ਟੀਕੇ ਜਿਹੜੇ ਨਿਕਲੇ। ਇਹ ਉਹ ਨੇ ਜਿਹੜੇ ਕਿ ਆਪਣੇ ਆਪ ਨੂੰ ਗ੍ਰਸਤੀ ਨਹੀਂ ਕਹਾਉਂਦੇ, ਜਿਹੜੇ ਕਹਿੰਦੇ ਨੇ ਵੀ ਗ੍ਰਸਤ ਨਹੀਂ ਕਰਨਾ। ਇਹ ਉਹਨਾਂ ਦੀ ਹਾਲਤ ਹੈ। ਇਹੋ ਜਿਹੇ ਕਈ ਇੰਸਟੈਂਸਸ ਨੇ ਜਿਹੜੇ ਰੈਫਰ ਕੀਤੇ ਜਾ ਸਕਦੇ ਨੇ। ਕੁਲਵੰਤ ਸਿੰਘ ਵਾਲਾ ਕੇਸ, ਕੁਲਵੰਤ ਸਿੰਘ ਸਾਹਿਬ ਵਾਲਾ ਕੇਸ ਅਸੀਂ ਆਪ ਲੜਿਆ, ਜਿਹਨੇ 16.5 ਸਾਲ ਦੀ ਬੱਚੀ ਦੀ ਇੱਜ਼ਤ ਲੁੱਟ ਲਈ, ਔਰ ਬਾਅਦ ਦੇ ਵਿੱਚ ਉਹਨੂੰ 10 ਸਾਲ ਦੀ ਉਮਰ ਦੀ ਕੈਦ ਹੋਈ, ਜਿਸ ਚੋਂ 3.5 ਸਾਲ ਭੁਗਤ ਕੇ ਉਹ ਜ਼ਮਾਨਤ ਤੇ ਹੈ। ਅਜੇ ਵੀ ਉਹ ਕੇਸ ਜਿਹੜਾ ਹੈ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਹੈ। ਬਹੁਤ ਸਾਰੇ ਇੰਸਟੈਂਸਸ ਨੇ। ਤੁਸੀਂ ਵਿਆਹ ਜੀ, ਮੈਂ ਗੱਲ ਕਹਿ ਰਿਹਾ, ਮੈਂ ਕਹਿ ਰਿਹਾ ਵੀ ਤੁਸੀਂ ਤੁਹਾਡਾ ਸਮਾਂ ਆਲਮੋਸਟ 1 ਮਿੰਟ ਉੱਪਰ ਹੋ ਗਿਆ। ਤੁਸੀਂ ਜਿਹੜੀ ਆਪਾਂ ਡਿਸਕਸ਼ਨ ਕੀਤੀ ਸੀ ਉਹਦੇ ਉੱਪਰ ਵੀ ਕੋਈ ਟਿੱਪਣੀ ਕਰਨੀ ਸੀ, ਉਹਦੇ ਲਈ ਤੁਹਾਨੂੰ 1.5 ਮਿੰਟ ਆਪਾਂ ਦੇ ਰਹੇ ਹਾਂ। ਤੁਸੀਂ ਉੱਤੇ ਵੀ ਟਿੱਪਣੀ ਕਰ ਲਓ, ਜੋ ਆਪਣੀ ਪਹਿਲਾਂ ਡਿਸਕਸ਼ਨ ਹੋਈ, ਜੋ ਤੁਹਾਡੇ ਮਨ ਦੇ ਵਿੱਚ ਕੋਈ ਗੱਲ ਆਈ ਹੋਵੇ। ਹਾਂਜੀ, ਹੁਣ ਨਾ ਵੀਰ ਜੀ ਹਰਦੇਵ ਸਿੰਘ ਜੀ ਨੇ ਜਿਹੜੀ ਗੱਲ ਕਹੀ ਸੀ ਨਾ ਕਿ ਸ਼੍ਰੋਮਣੀ ਕਮੇਟੀ ਨੇ ਮੈਡੀਕਲ ਕਾਲਜ ਬਣਾਏ ਨੇ ਜੀ। ਸਿਰਫ ਮੈਡੀਕਲ ਕਾਲਜ ਨਹੀਂ ਬਣਾਏ, ਬੜੇ ਸਕੂਲ ਵੀ ਬਣਾਏ ਨੇ, ਬੜੇ ਕਾਲਜ ਵੀ ਬਣਾਏ ਨੇ, ਦੂਜੇ ਕਾਲਜ ਵੀ ਬਣਾਏ ਨੇ। ਬੜੀ ਸ਼ਲਾਘਾਯੋਗ ਗੱਲ ਹੈ।
ਲੇਕਿਨ ਇੱਕ ਬੇਸਿਕ ਗੱਲ ਜਿਹੜੀ ਸਾਨੂੰ ਸਮਝਣ ਦੀ ਲੋੜ ਹੈ ਨਾ, ਗੁਰਦੁਆਰੇ ਦੇ ਨਾਲ ਸਕੂਲ ਹੋਵੇ, ਗੁਰਦੁਆਰੇ ਦੇ ਨਾਲ ਹਸਪਤਾਲ ਹੋਵੇ, ਬੜੀ ਚੰਗੀ ਗੱਲ ਹੈ। ਲੇਕਿਨ ਗੁਰਦੁਆਰੇ ਦਾ ਅਸਲੀ ਕੰਮ ਜਿਹੜਾ ਗੁਰਮਤਿ ਦ੍ਰਿੜ ਕਰਾਉਣਾ ਹੈ, ਸਿੱਖੀ ਦਾ ਪ੍ਰਚਾਰ ਕਰਨਾ ਹੈ। ਸਿੱਖੀ ਦਾ ਪ੍ਰਚਾਰ ਕਰਦੇ ਹੋਏ ਨਾਲ ਸਕੂਲ ਚੱਲ ਰਿਹਾ ਹੋਵੇ, ਬੜੀ ਚੰਗੀ ਗੱਲ ਹੈ, ਨਾਲ ਹਸਪਤਾਲ ਚੱਲ ਰਿਹਾ ਹੋਵੇ, ਚੰਗੀ ਗੱਲ ਹੈ। ਲੇਕਿਨ ਜੇ ਸਿਰਫ ਹਸਪਤਾਲ ਹੀ ਚੱਲ ਰਿਹਾ ਤੇ ਸਕੂਲ ਹੀ ਚੱਲ ਰਿਹਾ ਤੇ ਸਿੱਖੀ ਜਿਹੜੀ ਉਹਨੂੰ ਢਾਹ ਲੱਗ ਰਹੀ ਹੈ ਹਰ ਦਿਨ, ਤੇ ਫਿਰ ਉਹ ਪ੍ਰੋਪਰ ਯੂਜ਼ ਨਹੀਂ ਹੈ। ਫਿਰ ਕੌਮ ਨੂੰ ਗੁੰਮਰਾਹ ਕੀਤਾ ਜਾ ਰਿਹਾ। ਉਹ ਇੱਕ ਸੈਂਟੀਮੈਂਟਲ ਬਲੈਕਮੇਲਿੰਗ ਕੀਤੀ ਜਾ ਰਹੀ ਹੈ ਕਿ ਦੇਖੋ ਜੀ ਇਹਨੇ ਇੰਸਟੀਟਿਊਸ਼ਨ ਬਣਾਤੇ, ਇਹਨੇ ਹਸਪਤਾਲ ਬਣਾਤੇ, ਜਿਹੜਾ ਅਸਲੀ ਚੀਜ਼ ਬਣਾਉਣੀ ਸੀ ਉਹ ਤਾਂ ਗਵਾਚ ਹੀ ਗਈ। ਇਹਦਾ ਮਤਲਬ ਹੈ ਬੜੇ ਤਰੀਕੇ ਨਾਲ ਜਿਹੜਾ ਹੈ ਅਸਲੀ ਮਕਸਦ ਤੋਂ ਭਟਕ ਗਏ। ਦੂਸਰੀ ਉਹਨਾਂ ਨੇ ਗੱਲ ਕੀਤੀ ਸੀ, ਇੱਕ ਰਾਧਾ ਸੁਆਮੀਆਂ ਨੇ ਸਿਸਟਮ ਆਜ਼ਾਦ ਕੀਤਾ ਸੀ ਜਿਹੜਾ ਅੱਜ ਵੀ ਚੱਲ ਰਿਹਾ ਹੈ। ਉਹ ਕੀ ਹੈ, ਜਿਹੜਾ ਇਹਨਾਂ ਦਾ ਪਹਿਲਾਂ ਆਗਰੇ ਵਾਲਾ ਡੇਰਾ ਸੀ ਨਾ, ਉੱਥੋਂ ਸ਼ੁਰੂ ਹੋਇਆ ਸੀ। ਕੀ ਨਾਂ ਸੀ ਉਹਦਾ, ਜਿਹਨੂੰ ਸਵਾਮੀ ਜੀ ਕਹਿੰਦੇ ਸੀ, ਮੈਨੂੰ ਨਾਂ ਨਹੀਂ ਇੱਕਦਮ ਧਿਆਨ ਆ ਰਿਹਾ। ਉਹਨੇ ਆਗਰੇ ਦੇ ਵਿੱਚ ਪਹਿਲਾਂ ਐਸਟੈਬਲਿਸ਼ ਕੀਤਾ ਸੀ, ਉੱਥੋਂ ਹੀ ਇਹ ਸਾਰਾ ਚੱਲਿਆ। ਰਾਧਾ ਸੁਆਮੀਆਂ ਵਾਲਾ ਸਿਸਟਮ ਜਿਹੜਾ ਬਿਆਸੇ ਵਾਲਾ ਡੇਰਾ, ਉਹਦੇ ਵਿੱਚੋਂ ਹੀ ਨਿਕਲਿਆ। ਉਹਦੇ ਵਿੱਚੋਂ ਹੀ ਸਰਸੇ ਵਾਲਾ ਡੇਰਾ ਨਿਕਲਿਆ। ਜਿਹੜਾ ਬਿਆਸੇ ਵਾਲਾ ਡੇਰਾ ਸੀ ਨਾ, ਉਹਦੇ ਚੇਲਿਆਂ ਦੇ ਵਿੱਚੋਂ ਮਸਤਾਨ ਸਿੰਘ ਸੀ। ਉਹ ਮਸਤਾਨ ਸਿੰਘ ਜਿਹਨੂੰ ਸ਼ਾਹ ਮਸਤਾਨ ਕਹਿੰਦੇ ਨੇ, ਉਹਨੇ ਜਾ ਕੇ ਫਿਰ ਸਰਸੇ ਆਪਣਾ ਅਲੱਗ ਡੇਰਾ ਬਣਾਇਆ ਸੀ। ਇਹਨਾਂ ਨੇ ਸਿਸਟਮ ਕੀ ਇਜਾਦ ਕੀਤਾ ਸੀ ਕਿ ਲੋਕਾਂ ਨੂੰ ਜ਼ਮੀਨ ਦਾਨ ਕਰਨ ਲਈ ਕਹੋ। ਅੱਜ ਤੁਸੀਂ ਹੈਰਾਨ ਹੋਵੋਗੇ ਕਿ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਜ਼ਮੀਨ ਜਿਹੜੀ ਹੈ ਨਾ, ਸਭ ਤੋਂ ਜ਼ਿਆਦਾ ਜ਼ਮੀਨ ਉਹ ਰਾਧਾ ਸੁਆਮੀਆਂ ਕੋਲ ਹੈ ਜੀ। ਹਰ ਸ਼ਹਿਰ ਦੇ ਵਿੱਚ, ਹਰ ਪਿੰਡ ਦੇ ਵਿੱਚ ਇਹਨਾਂ ਦਾ ਡੇਰਾ ਹੈ। ਔਰ ਉੱਥੇ ਸਿਸਟਮ ਕੀ ਹੈ ਕਿ ਲੋਕਾਂ ਨੂੰ ਪਹਿਲਾਂ ਕਹਿੰਦੇ ਨੇ ਕਿ ਤੁਸੀਂ ਇੱਥੇ ਆ ਕੇ ਜ਼ਮੀਨਾਂ ਦਾਨ ਕਰੋ। ਉਹਦੇ ਬਾਅਦ ਕਹਿੰਦੇ ਨੇ ਵੀ ਹੁਣ ਤੁਸੀਂ ਸ਼ਰਮ ਦਾਨ ਕਰੋ, ਸੇਵਾ ਦਾਨ ਕਰੋ। ਉਹ ਸੇਵਾ ਦਾਨ ਕੀ ਹੈ ਕਿ ਉਹਨਾਂ ਜ਼ਮੀਨਾਂ ਦੇ ਵਿੱਚ ਆ ਕੇ ਕੰਮ ਕਰੋ। ਉਹਨਾਂ ਦੀ ਜ਼ਮੀਨ ਉਹਨਾਂ ਕੋਲੋਂ ਕੰਮ ਕਰਾ ਕੇ ਮੁੜ ਕੇ ਉਹ ਸਸਤੇ ਭਾਅ ਦੇ ਉੱਤੇ ਉਹਦੀ ਉਪਜ ਜਿਹੜੀ ਹੈ ਵੇਚੀ ਜਾਂਦੀ ਹੈ ਜੀ। ਉਹ ਸਸਤੇ ਭਾਅ ਦੇ ਵੇਚ ਕੇ ਲੋਕਾਂ ਦੀ ਵਾਹ ਖੱਟੀ ਜਾਂਦੀ। ਦੇਖੋ ਜੀ ਕਿੰਨਾ ਸਸਤਾ ਵੇਚ ਰਹੇ ਨੇ, ਸਬਜ਼ੀਆਂ ਕਿੰਨੀਆਂ ਸਸਤੀਆਂ ਮਿਲ ਰਹੀਆਂ ਨੇ, ਖਾਣ ਪੀਣ ਦਾ ਸਮਾਨ ਕਿੰਨਾ ਸਸਤਾ ਮਿਲ ਰਿਹਾ। ਹੁਣ ਇਹਦੇ ਵਿੱਚੋਂ ਹੀ ਦੋ ਚੀਜ਼ਾਂ ਹੋਰ ਨਵੀਆਂ ਨਿਕਲੀਆਂ। ਪਹਿਲਾਂ ਰਾਧਾ ਸੁਆਮੀ ਨੇ ਸ਼ੁਰੂ ਕੀਤਾ ਜੀ, ਉਹਦੇ ਬਾਅਦ ਆ ਜਿਹੜਾ ਜੇਲ੍ਹ ਦੇ ਵਿੱਚ ਹੈ ਆਪਣਾ ਕੀ ਨਾਂ ਇਹਦਾ, ਰਾਮ ਰਹੀਮ, ਗੁਰਮੀਤ ਰਾਮ ਰਹੀਮ, ਨਹੀਂ ਰਾਮ ਰਹੀਮ ਨਹੀਂ, ਉਹ ਆਸਾਰਾਮ ਜੀ। ਆਸਾਰਾਮ ਨੇ ਨਾਲ ਸ਼ੁਰੂ ਕਰ ਦਿੱਤਾ ਆਪਣੀਆਂ ਕੁਝ ਪ੍ਰੋਡਕਟ ਬਣਾ ਕੇ ਵੇਚਣ ਦਾ ਜੀ। ਉਹਦੇ ਬਾਅਦ ਬਾਬਾ ਰਾਮਦੇਵ ਨੇ ਧਰਮ ਦੇ ਨਾਂ ਦੇ ਉੱਤੇ ਜਾਂ ਯੋਗਾ ਦੇ ਨਾਂ ਦੇ ਉੱਤੇ ਇਸ਼ਾਰਾ ਸ਼ੁਰੂ ਕਰਕੇ ਉਹਦੇ ਬਾਅਦ ਦੁਕਾਨਦਾਰੀ ਬਣਾ ਲਈ। ਇਹਨਾਂ ਲੋਕਾਂ ਨੇ ਵੇਖਿਆ ਕਿ ਧਰਮ ਦੇ ਨਾਂ ਦੇ ਉੱਤੇ ਤਾਂ ਦੁਕਾਨਦਾਰੀ ਚੱਲਦੀ ਬੜੀ ਵਧੀਆ। ਧਰਮ ਦਾ ਲੇਬਲ ਜਿੱਥੇ ਲੱਗ ਗਿਆ, ਉਹ ਚੀਜ਼ਾਂ ਜਿਹੜੀਆਂ ਨੇ ਫਟਾਫਟ ਵਿਕਦੀਆਂ ਨੇ, ਉਸ ਨਾਂ ਦੇ ਉੱਤੇ ਵਿਕਦੀਆਂ ਨੇ। ਉਸ ਕੰਮ ਨੂੰ ਹੁਣ ਸਾਰੇ ਅਡਾਪਟ ਕਰ ਰਹੇ ਨੇ। ਸਰਸਾ ਵਾਲਾ ਜਿਹੜਾ ਰਾਮ ਰਹੀਮ ਹੈ, ਉਹਨੇ ਵੀ ਬਿਸਕੁਟ ਦੀਆਂ ਫੈਕਟਰੀਆਂ ਵੀ ਲਵਾਈਆਂ, ਅਚਾਰ ਦੀਆਂ ਫੈਕਟਰੀਆਂ ਵੀ ਲਵਾਈਆਂ। ਆ ਕਈ ਧੰਦੇ ਜਿਹੜੇ ਉਹਨੇ ਵੀ ਸ਼ੁਰੂ ਕਰਾਏ ਸੀ। ਉੱਤੇ ਜਿਹੜੇ ਉਹਦੇ ਕਰਮ ਸੀ ਉਜਾਗਰ ਹੋ ਗਏ ਤੇ ਉਹਨੂੰ ਜੇਲ੍ਹ 'ਚ ਜਾਣਾ ਪੈ ਗਿਆ। ਨਹੀਂ ਤਾਂ ਉਹ ਆਪਣੇ ਆਪ ਦੇ ਵਿੱਚ ਬੜਾ ਵੱਡਾ ਇੰਡਸਟਰੀਅਲਿਸਟ ਬਣਨ ਦੀ ਕੋਸ਼ਿਸ਼ ਕਰ ਰਿਹਾ ਸੀ। ਜਿਵੇਂ ਰਾਮਦੇਵ ਜਿਹੜਾ ਉਹ ਬਣ ਗਿਆ, ਰਾਮਦੇਵ ਤਾਂ ਬਣ ਗਿਆ, ਉਹ ਵੀ ਕਰ ਰਿਹਾ ਸੀ। ਹੁਣ ਸਾਡੇ ਇੱਕ ਭਾਈ ਸਾਹਿਬ ਵੀ ਬਣ ਲੱਗੇ ਨੇ। ਨਹੀਂ, ਮੈਂ ਇਹ ਪੁੱਛਣਾ ਚਾਹੁੰਦਾ ਵੀ ਇਹਨਾਂ ਨੇ ਡੇਰੇ ਇਸ ਮਕਸਦ ਲਈ ਬਣਾਏ ਸੀ ਹਾਂਜੀ ਕਿ ਧਰਮ ਦੇ ਨਾਂ ਦੇ ਉੱਤੇ ਲੋਕਾਂ ਨੂੰ ਬੇਵਕੂਫ ਬਣਾ ਕੇ ਆਪਣੇ ਧੰਦੇ ਐਸਟੈਬਲਿਸ਼ ਕਰਨੇ, ਇਹੀ ਕੰਮ ਰਹਿ ਗਿਆ। ਇੱਕ ਚਲੋ ਭਾਈ ਸਾਹਿਬ ਤੁਹਾਡਾ ਸਮਾਂ ਕਾਫੀ ਹੋ ਗਿਆ। ਜੇ ਕੋਈ ਬਗਾਨਾ ਬੰਦਾ ਕਰੇ ਉਹਦੀ ਮਰਜ਼ੀ ਹੈ, ਲੇਕਿਨ ਸਾਡਾ ਰੋਸ਼ ਸਿਰਫ ਇਹ ਗੱਲ ਆ ਕਿ ਸਿੱਖੀ ਦੇ ਨਾਮ ਦੇ ਉੱਪਰ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਕੋਈ ਰਾਮਦੇਵ ਕਰੇ, ਕੋਈ ਆਸਾਰਾਮ ਕਰੇ, ਸਰਸੇ ਵਾਲਾ ਕਰੇ, ਸਾਨੂੰ ਕੋਈ ਇਤਰਾਜ਼ ਆ, ਕਰ ਲੈਣ ਦੋ ਉਹਨਾਂ ਨੂੰ। ਲੇਕਿਨ ਅਸੀਂ ਸਾਡਾ ਜਿਹੜਾ ਕਨਸੈਪਟ ਹੈ, ਉਹ ਜਿਹੜਾ ਕੰਸਰਨ ਹੈਗਾ ਸਿੱਖੀ ਦੇ ਨਾਲ ਆ। ਸੋ ਮੈਂ ਭਾਈ ਹਰਦੇਵ ਸਿੰਘ ਜੀ ਕੋਲ ਜਾਣਾ ਜੀ। ਉਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਜੀ, ਲੇਕਿਨ ਸਿਸਟਮ ਇੱਕ ਚੱਲ ਰਿਹਾ ਨਾ, ਡਿਵੈਲਪ ਹੋ ਰਿਹਾ, ਉਹਦੇ ਵਿੱਚ ਹੀ ਸਾਡੀ ਕੌਮ ਵੀ ਜਾ ਰਹੀ ਹੈ। ਕਾਪੀ ਕਰਨ ਦੇ ਵਿੱਚ ਐਕਸਪਰਟ ਨੇ ਸਾਡੇ ਬਾਬੇ ਵੀ। ਅਸੀਂ ਆਪਣੀ ਵਿਲੱਖਣਤਾ ਤੇ ਬਣਾ ਕੇ ਰੱਖੀ ਨਹੀਂ। ਅਸੀਂ ਤਾਂ ਟਿਪਸ ਲੈਣੇ ਆ ਵੀ ਉਹਨਾਂ ਦਾ ਇਹ ਠੀਕ ਕੰਮ ਚੱਲ ਗਿਆ ਤੇ ਆਪਾਂ ਵੀ ਜਿਹੜਾ ਉਹ ਧੰਦਾ ਸ਼ੁਰੂ ਕਰੀਏ। ਹੁਣ ਸਾਡੀਆਂ ਕਈ ਜਥੇਬੰਦੀਆਂ ਨੇ, ਇਹਨਾਂ ਨੇ ਇੱਕ ਅੱਧੇ ਦਾ ਨਾਮ ਹੀ ਲਿਆ ਸੀ, ਜਿਨ੍ਹਾਂ ਨੇ ਧਰਮ ਦੇ ਨਾਂ ਦੇ ਉੱਤੇ ਹੀ ਕਿਤਾਬਾਂ ਦੀਆਂ ਦੁਕਾਨਾਂ ਖੋਲੀਆਂ ਹੋਈਆਂ ਨੇ। ਉਹਦੇ ਵਿੱਚ ਜੇ ਕੋਈ ਮਿਸ਼ਨਰੀ ਕਾਲਜ ਵੀ ਆਉਂਦਾ ਤੇ ਨਾਲ
ਟਕਸਾਲ ਵੀ ਅਖੌਤੀ ਟਕਸਾਲ ਵੀ ਆਉਂਦੀ ਹੈ, ਉਹਨਾਂ ਦਾ ਵੀ ਇਹੀ ਧੰਦਾ। ਇਹ ਨਾਲ ਧੰਦੇ ਜਿਹੜੇ ਨੇ ਇਹਨਾਂ ਨੇ ਕ੍ਰੀਏਟ ਕੀਤੇ ਹੋਏ ਨੇ, ਜਿਹਦੇ ਨਾਲ ਆਪਣੀ ਦੁਕਾਨਦਾਰੀ ਵੀ ਚਲਾ ਰਹੇ ਨੇ। ਧਰਮ ਲੋਕਾਂ ਕੋਲੋਂ ਪੈਸਾ ਲੈਣਾ ਧਰਮ ਦੇ ਨਾਂ ਦੇ ਉੱਤੇ, ਉਹਨੂੰ ਹੀ ਵਰਤ ਕੇ ਉਤੋਂ ਫਿਰ ਹੋਰ ਜਨਰੇਟ ਕਰਨਾ। ਭਾਈ ਹਰਦੇਵ ਸਿੰਘ ਜੀ, ਤੁਹਾਡੇ ਕੋਲ 2 ਕੁਐਸਚਨ ਆ ਗਏ। ਇੱਕ ਮਿੰਟ ਮੈਂ ਸਿਰਫ ਹੋਰ ਲਵਾਂਗਾ ਜੀ। ਜਿਹੜੀ ਤੁਸੀਂ ਪਹਿਲਾਂ ਆਡੀਓ ਸੁਣਾਈ ਸੀ ਜੀ, ਜਿਹੜਾ ਮੈਨੂੰ ਲੱਗਦਾ ਵੀਡੀਓ ਦਾ ਹੀ ਭਾਗ ਹੋਣਾ, ਜਿਵੇਂ ਹਰਦੇਵ ਸਿੰਘ ਦੀ ਵੀਡੀਓ ਸੀ। ਹਾਂਜੀ। ਮੈਂ ਕਾਰੋਬਾਰੀ ਹਾਂ ਜੀ, ਮੈਂ ਬੜੀ ਸਟਰਗਲ ਕਰਕੇ, ਮਿਹਨਤ ਕਰਕੇ, ਪੈਸਾ ਇਕੱਠਾ ਕਰਕੇ ਆਪਣੇ ਬਿਜ਼ਨਸ ਨੂੰ ਹੌਲੀ ਡਿਵੈਲਪ ਕੀਤਾ। ਮੈਨੂੰ ਮੇਰੇ ਜੀਵਨ ਦੇ 50 ਸਾਲ ਤੋਂ ਉੱਤੇ, ਬਲਕਿ ਤੁਸੀਂ ਇਹ ਕਹੋ 60-62 ਸਾਲ ਲੱਗੇ ਨੇ। ਮੈਂ ਬੜੇ ਬਚਪਨ ਦੀ ਉਮਰ ਤੋਂ ਜਿਹੜਾ ਲੱਗਾ, ਕਿਉਂਕਿ ਮੇਰੇ ਪਿਤਾ ਜੀ ਜਿਹੜੇ ਨੇ ਉਹ, ਮੈਂ 2-2.5 ਸਾਲ ਦਾ ਸੀ ਉਦੋਂ ਚੜ੍ਹਾਈ ਕਰਕੇ। ਮੇਰੀ ਮਾਤਾ ਜਿਹੜੀ ਹੈ ਉਹ ਨੌਕਰੀ ਕਰਕੇ ਉਹਨਾਂ ਨੇ ਮੈਨੂੰ ਪਾਲਿਆ, ਤੇ ਮੈਂ ਫਰਜ਼ ਜਿਹੜਾ ਆਪਣੇ ਸਮੇਂ ਤੇ ਸੰਭਾਲਣਾ ਸ਼ੁਰੂ ਕਰਤਾ। ਉਹਨੂੰ ਕਰਕੇ ਇੱਕ ਬਿਜ਼ਨਸ ਨੂੰ ਐਸਟੈਬਲਿਸ਼ ਕੀਤਾ। ਜਿਹੜਾ ਅੱਜ ਉਹ ਕਹਿ ਰਹੇ ਨੇ ਕਿ ਮੈਂ ਵਪਾਰ ਕਰਾਂਗਾ ਤੇ 1% ਲਵਾਂਗਾ, ਮੈਨੂੰ ਇਹ ਦੱਸ ਦੇਣ ਕਿ ਉਹਦਾ ਕੈਪੀਟਲ ਕਿੱਥੋਂ ਆਉਣਾ ਹੈ। ਜਾਂ ਮਾਂ-ਬਾਪ ਦਿੰਦੇ ਨੇ, ਤੇ ਜਾਂ ਮਿਹਨਤ ਕਰਕੇ ਬੰਦੇ ਨੇ ਆਪ ਜਿਹੜਾ ਇਕੱਠਾ ਕੀਤਾ ਹੁੰਦਾ। ਉਹਨਾਂ ਦਾ ਕੈਪੀਟਲ ਕਿੱਥੋਂ ਆਉਣਾ ਜਿਹਦੇ ਨਾਲ ਉਹ ਜਿਹੜਾ ਬਿਜ਼ਨਸ ਕ੍ਰੀਏਟ ਹੋਣਾ। ਕਿ ਉਹ ਲੋਕਾਂ ਕੋਲੋਂ ਲੁੱਟਿਆ ਹੋਇਆ ਇਕੱਠਾ ਕੀਤਾ ਹੋਇਆ ਪੈਸਾ ਨਹੀਂ, ਧਰਮ ਦੇ ਨਾਂ ਦੇ ਉੱਤੇ ਅੱਜ ਉਹਨੂੰ ਵਰਤ ਕੇ, ਜਿਵੇਂ ਉਹ ਲੋਕ ਕਰ ਰਹੇ ਨੇ, ਉਹਨੂੰ ਵਰਤ ਕੇ ਕੋਈ ਬਿਜ਼ਨਸ ਖੜਾ ਕਰ ਦੇਣ ਤੇ ਉਹਦੇ ਵਿੱਚੋਂ ਕਹਿਣ ਜੀ 1% ਮੈਂ ਲੈ ਰਿਹਾ, ਤੇ ਉਹ 99% ਬਾਕੀ ਕਿੱਥੇ ਜਾਣਾ ਹੈ। ਉਹੀ ਗੱਲ ਆ ਗਈ ਨਾ ਵੀ ਮੈਂ ਸੱਜੀ ਜੇਬ ਚੋਂ ਕੱਢ ਕੇ ਖੱਬੀ ਚ ਪਾ ਲੈਣਾ, ਦੇਣਾ ਤਾਂ ਮੈਂ ਪਰਮੇਸ਼ਰ ਦੁਆਰ ਨੂੰ। ਹਾਂਜੀ, ਬਸ ਇੰਨੀ ਗੱਲ ਹੈ। ਹਾਂਜੀ ਹਰਦੇਵ ਜੀ, ਤੁਹਾਡੇ ਕੋਲ 2 ਕੁਐਸਚਨ ਨੇ। ਇੱਕ ਤਾਂ ਜਿਹੜਾ ਮੈਂ ਕੁਐਸਚਨ ਕੀਤਾ ਸੀ, ਦੂਸਰਾ ਕੰਸਰਨ ਹੈਗਾ ਸਰਦਾਰ ਰਜਿੰਦਰ ਸਿੰਘ ਜੀ ਨੇ ਜੋ ਤੁਹਾਡੇ ਜਵਾਬ ਦੇ ਉੱਪਰ ਕੋਈ ਟਿੱਪਣੀ ਕੀਤੀ, ਤੁਸੀਂ ਉਹਦੇ ਬਾਰੇ ਵੀ ਜੇ ਕੁਝ ਕਹਿਣਾ ਤਾਂ ਤੁਸੀਂ, ਤੁਹਾਡੇ ਕੋਲ 5-7 ਮਿੰਟ ਹੈਗੇ ਨੇ, ਤੁਸੀਂ ਜਵਾਬ ਦੇ ਲਓ ਆਪਣਾ ਪਲੀਜ਼। ਇੱਕ ਤਾਂ ਮੇਰਾ ਗ੍ਰਸਤੀ ਜੀਵਨ ਬਰੀਫਲੀ ਜਿੱਥੋਂ ਤੱਕ ਗ੍ਰਸਤੀ ਜੀਵਨ ਦਾ ਸਵਾਲ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਿਹੜੀ ਗੁਰਮਤ ਹੈ ਜਾਂ ਗੁਰੂ ਸਾਹਿਬਾਨ ਦਾ ਜਿਹੜਾ ਜੀਵਨ ਹੈ, ਉਹ ਵੋਲੰਟਰਲੀ ਗ੍ਰਸਤੀ ਜੀਵਨ ਨੂੰ ਅਡਾਪਟ ਕਰਨ ਵਾਸਤੇ ਸਾਨੂੰ ਪ੍ਰੇਰਣਾ ਦਿੰਦਾ ਜੀ। ਲੇਕਿਨ ਇਹਦੇ ਵਿੱਚ ਮੈਂ ਇੱਕ ਥੋੜੀ ਜਿਹੀ ਲਿਬਰਟੀ ਇਹ ਲਵਾਂਗਾ ਕਿ ਅਸੀਂ ਕਿਸੇ ਦੀ ਪਰਸਨਲ ਸਮੱਸਿਆ ਨੂੰ ਨਹੀਂ ਜਾਣਦੇ ਜੀ। ਜਦ ਤੱਕ ਅਸੀਂ ਕਿਸੇ ਦੀ ਪਰਸਨਲ ਸਮੱਸਿਆ ਨੂੰ ਨਹੀਂ ਜਾਣਦੇ, ਤੇ ਕਿਸੇ ਪਾਰਟਿਕੂਲਰ ਕੇਸ ਦੇ ਵਿੱਚ ਅਗਰ ਕੋਈ ਬੰਦਾ ਆਪਣੀ ਸ਼ਾਦੀ ਨਹੀਂ ਕਰਾ ਰਿਹਾ ਜਾਂ ਉਹ ਗ੍ਰਸਤੀ ਜੀਵਨ ਵਿੱਚ ਨਹੀਂ ਜਾ ਰਿਹਾ, ਅਗਰ ਤੇ ਉਹ ਇਹ ਕਹਿ ਕੇ ਨਹੀਂ ਜਾ ਰਿਹਾ ਕਿ ਮੈਂ ਦੇਖੋ ਗ੍ਰਸਤੀ ਨਹੀਂ ਆ, ਇਸ ਕਰਕੇ ਮੈਂ ਵੱਡਾ ਹਾਂ, ਤੇ ਗੁਰਮਤ ਇਸ ਚੀਜ਼ ਨੂੰ ਨਹੀਂ ਮੰਨਦੀ। ਲੇਕਿਨ ਅਗਰ ਉਹ ਆਪਣੇ ਕੋਈ ਪ੍ਰਾਈਵੇਟ ਰੀਜ਼ਨਸ ਵਾਸਤੇ ਜਾਂ ਆਪਣੀ ਕੋਈ ਮੈਡੀਕਲ ਰੀਜ਼ਨਸ ਵਾਸਤੇ ਅਗਰ ਉਹ ਗ੍ਰਸਤੀ ਜੀਵਨ ਵਿੱਚ ਨਹੀਂ ਜਾਂਦਾ, ਤੇ ਇਹ ਗੱਲ ਮੇਰੇ ਖਿਆਲ ਇੱਕ ਐਸੀ ਹੈ ਜਿਹਨੂੰ ਜ਼ਿਆਦਾ ਕੁਰੇ ਦੇਣਾ ਜਿਹੜਾ ਉਹ ਬਿਲਕੁਲ ਸਹੀ ਸਮਾਜ ਵਿੱਚ ਠੀਕ ਨਹੀਂ ਹੁੰਦਾ। ਬਿਲਕੁਲ ਸਹੀ ਹੈ ਜੀ। ਹਾਂ, ਸੈਕੰਡ ਗੱਲ ਆ ਗਈ ਕਿ ਹੁਣ ਸੈਕੰਡ ਸਵਾਲ ਤੁਸੀਂ ਕਿਹੜਾ ਆਪਣਾ ਕਹਿ ਰਹੇ ਸੀਗੇ? ਜੇ ਭਾਈ ਰਜਿੰਦਰ ਸਿੰਘ ਨੇ ਜੋ ਤੁਹਾਡੀ ਗੱਲ ਦੇ ਉੱਪਰ ਪ੍ਰਤੀਕਰਮ ਦਿੱਤਾ ਸੀ, ਤੁਸੀਂ ਉਹਦੇ ਬਾਰੇ ਕੁਝ ਕਹਿਣਾ ਤਾਂ ਜੀ। ਮੈਂ ਉਹਨਾਂ ਦੀ ਇਸ ਗੱਲ ਨਾਲ ਬਿਲਕੁਲ ਸਹਿਮਤ ਹਾਂ ਕਿ ਸ਼੍ਰੋਮਣੀ ਕਮੇਟੀ ਦਾ ਜਿਹੜਾ ਬਣਨ ਦਾ ਉਹ ਸੀ ਨਾ, ਹੋਂਦ ਵਿੱਚ ਆਉਣ ਦਾ ਜਿਹੜਾ ਕਾਰਨ ਸੀਗਾ, ਉਹ ਨੈਚੁਰਲੀ ਗੁਰਦੁਆਰਾ ਸੁਧਾਰ ਲਹਿਰ ਯਾਨੀ ਕਿ ਸਿੱਖੀ ਦੇ ਪ੍ਰਚਾਰ ਔਰ ਪ੍ਰਸਾਰ ਵਾਸਤੇ ਸੀ। ਹੁਣ ਕਿਉਂਕਿ ਉਹਨਾਂ ਲੋਕਾਂ ਨੇ ਅੱਜ ਤੋਂ 100 ਸਾਲ ਪਹਿਲੇ ਸਿੱਖੀ ਦੇ ਪ੍ਰਚਾਰ ਦੇ ਵਿੱਚ ਇਹ ਲਾਜ਼ਮੀ ਸਮਝਿਆ ਕਿ ਬਈ ਸਿੱਖ ਡਾਇਸਪੋਰੇ ਨੂੰ ਐਜੂਕੇਟ ਕਰਨਾ ਵੀ ਜਿਹੜਾ ਇਹ ਵੀ ਇੱਕ ਸਾਡੀ ਪਾਰਟ ਆਫ ਡਿਊਟੀ ਹੈ ਜੀ। ਕਿ ਗੁਰੂ ਘਰ ਵੱਲੋਂ ਗੁਰੂ ਦੀ ਗੋਲਕ ਦੇ ਵਿੱਚੋਂ ਜਿੱਥੇ ਗਰੀਬ ਨੂੰ ਹੋਰ ਫੈਸਿਲਿਟੀਜ਼ ਮਿਲਣ, ਉੱਥੇ ਹੀ ਸਾਰਿਆਂ ਨੂੰ ਵਿਦਆਊਟ ਬਈ ਇਹ ਗਰੀਬ ਹੈ, ਇਹ ਅਮੀਰ ਹੈ, ਮਿਡਲ ਕਲਾਸ ਦਾ ਇਹਦੀ ਕੰਸੀਡਰੇਸ਼ਨ ਕੀਤੇ ਬਗੈਰ ਸਾਰਿਆਂ ਨੂੰ ਇੱਕ ਅੱਛੀ ਐਜੂਕੇਸ਼ਨ ਵੀ ਮਿਲੇ। ਠੀਕ ਹੈ ਜੀ। ਇਹਦੇ ਵਿੱਚ ਵੀ ਕੋਈ ਦੁਆਰਾ ਮੈਂ ਰਜਿੰਦਰ ਸਿੰਘ ਦੀ ਇਸ ਗੱਲ ਨਾਲ ਬਿਲਕੁਲ ਸਹਿਮਤ ਹਾਂ ਕਿ ਸ਼੍ਰੋਮਣੀ ਕਮੇਟੀ ਨੇ ਜੋ ਰੋਲ ਪਲੇ ਕਰਨਾ ਚਾਹੀਦਾ ਸੀ, ਉਸ ਰੋਲ ਤੋਂ ਜਿਸ ਮਨਸ਼ਾ ਦੇ ਨਾਲ ਬਣੀ ਸੀ ਉੱਤੇ ਉੱਪਰ ਪੂਰਾ ਨਹੀਂ ਉਤਰ ਪਾਈ ਉਹ ਕਮੇਟੀ। ਲੇਕਿਨ ਮੈਂ ਫਿਰ ਵੀ ਇਹ ਕਹਿ ਰਿਹਾ ਕਿ ਉਹ ਕੁਝ ਤੇ ਕਰ ਰਹੇ ਨਾ। ਹੁਣ ਇਦਾਂ ਤੇ ਸਰਕਾਰਾਂ ਵੀ ਆਪਣੀ ਜ਼ਿੰਮੇਵਾਰੀ ਪਰ ਪੂਰੀਆਂ ਨਹੀਂ ਉਤਰਦੀਆਂ, ਨਹੀਂ ਇਲੈਕਟ ਹੋ ਕੇ ਆਉਂਦੀਆਂ, ਲੇਕਿਨ ਫਿਰ ਵੀ ਉਹਨਾਂ ਕੋਲ ਜਿਹੜਾ ਪੈਸਾ ਹੈ that is treated as public money, ਉਹਨਾਂ ਦੇ ਉੱਪਰ ਅਸੀਂ RTI ਲਗਾ ਸਕਦੇ ਹਾਂ, ਉਹਨਾਂ ਦੇ ਉੱਪਰ ਕੇਸ ਟ੍ਰਿਬਿਊਨਲ ਦੇ ਵਿੱਚ ਜਾ ਸਕਦਾ ਹੈ, ਉਹ ਕਿਸੇ ਜਗ੍ਹਾ ਜਵਾਬ ਦੇਤੇ ਹੈ ਨਾ। ਲੇਕਿਨ ਇਹ ਜਿਹੜੇ ਲੋਕ ਨੇ, ਜਿਹੜੇ ਡੇਰੇਦਾਰ ਨੇ, ਇਹਨਾਂ ਨੇ ਅੱਜ ਤੱਕ ਜਾਂ ਇੰਕਲੂਡਿੰਗ ਪ੍ਰਚਾਰਕ ਸ਼੍ਰੇਣੀ ਜਿਹੜੀ ਹੈ, ਤੁਸੀਂ ਇਹ ਸਵਾਲ ਕੀਤਾ ਸੀਗਾ, ਤੁਸੀਂ ਗੱਲ ਇੱਥੋਂ ਸ਼ੁਰੂ ਕੀਤੀ ਕਿ ਇਹ ਅਸੀਂ ਫੇਲ ਕਿਉਂ ਹੋ ਗਏ। ਅਸੀਂ ਫੇਲ ਹੋਣ ਦੀ ਸਵਾਲ ਬਾਅਦ ਹੀ ਆ ਰਿਹਾ। ਇੰਪੋਰਟੈਂਟ ਤੁਹਾਡੀ ਗੱਲ ਉਹ ਸੀ ਕਿ ਡਾਕਟਰ ਫੇਲ ਹੋ ਜਾਏ ਤੇ ਕੀ ਹੁੰਦਾ। ਅਗਰ ਮਰੀਜ਼ ਦਵਾਈ ਲੈਣਾ ਭੁੱਲ ਜਾਏ ਤੇ ਮਰੀਜ਼ ਫੇਲ ਹੁੰਦਾ, ਅਸੀਂ ਇਸ ਚੀਜ਼ ਨੂੰ ਮੰਨਦੇ ਹਾਂ।
ਲੇਕਿਨ ਅਗਰ ਡਾਕਟਰ ਫੇਲ ਹੋ ਜਾਏ ਤੇ ਦੈਟ ਇਜ਼ ਮੋਰ ਡੇਂਜਰਸ। ਇੱਥੇ ਕੀ ਹੋ ਰਿਹਾ ਕਿ ਸਾਡਾ ਪ੍ਰਚਾਰਕ ਤਬਕਾ ਜਿਹੜਾ ਨਾ ਇਹ ਫਲॉप ਹੈ। ਫਲॉप ਹੈ ਕਿਹੜਾ ਪ੍ਰਚਾਰਕ ਤਬਕਾ? ਜਿਹੜੇ ਡੇਰੇਦਾਰ ਜਾਂ ਸ਼੍ਰੋਮਣੀ ਕਮੇਟੀ ਆ ਉਹ ਤੇ ਹੈ ਜ਼ੰਬਾਰ। ਡੇਰੇਦਾਰ ਇਤਨੇ ਲਿਟਰੇਟ ਔਰ ਇਤਨੇ ਅਪਗ੍ਰੇਡ ਨਹੀਂ ਸਮਝੇ ਜਾਂਦੇ ਪੜ੍ਹਾਈ ਲਿਖਾਈ ਦੇ ਲਿਹਾਜ਼ ਨਾਲ ਕਿ ਉਹਨਾਂ ਤੋਂ ਜ਼ਿਆਦਾ ਤਵੱਕੁ ਕੀਤੀ ਹੈ। ਲੇਕਿਨ ਕਿਸੇ ਵੀ ਸਮਾਜ ਦੀ ਜਿਹੜੀ ਮਿਡਲ ਸੁਸਾਇਟੀ ਤੋਂ ਪ੍ਰਚਾਰਕ ਉੱਠਦਾ, ਪੜ੍ਹਿਆ ਲਿਖਿਆ ਜਾਣਕਾਰ ਬੰਦਾ, ਜਿਸਲੇ ਉਹ ਫਲਾਪ ਹੋ ਜਾਏ, ਜਿਸਲੇ ਉਹ ਫਲਾਪ ਹੋ ਕੇ ਇੱਕ ਇਹ ਮੈਸੇਜ ਕਨਵੇ ਕਰਦੇ ਕਿ ਅਸੀਂ ਜੋ ਸਿੱਖੀ ਅੱਜ ਤੱਕ ਚਲਦੀ ਗ੍ਰਹਿਣ ਕੀਤੀ ਹੈ ਸਾਰੀ ਦੀ ਸਾਰੀ ਗਲਤ ਹੈ ਜੀ, ਤੇ ਫਿਰ ਸਾਰੀ ਚੀਜ਼ਾਂ ਦੇ ਫਲਾਪ ਹੋਣੀਆਂ ਹੀ ਹੋਣੀਆਂ। ਇੱਕੋ ਕਾਰ ਬੋਲਣਾ ਨਹੀਂ ਆਉਂਦਾ, ਦੈਨ ਇਟ ਇਜ਼ ਅ ਫਲॉप। ਫਿਰ ਤੇ ਉਹ ਇੰਪ੍ਰੈਸ਼ਨ ਜਾਏਗਾ ਨਾ ਕਿ ਅਸੀਂ ਤੇ ਸਭ ਪਾਸੋਂ ਫਲਾਪ ਆ। ਜਿੱਲੇ ਕੋਈ ਇਹ ਕਹਿ ਦੇ ਕਿ ਗੁਰੂ ਨੂੰ ਗੁਰੂ ਨਹੀਂ ਕਹਿਣਾ, ਅਸੀਂ ਉੱਥੇ ਵੀ ਫਲਾਪ ਆ। ਜਿੱਲੇ ਕੋਈ ਇਹ ਕਹਿ ਦੇ ਕਿ ਸਾਡੀ ਸਾਰੀ ਮਰਿਆਦਾ ਹੀ ਗਲਤ ਹੈ, ਅਸੀਂ ਉੱਥੇ ਵੀ ਫਲਾਪ ਆ। ਫਿਰ ਪ੍ਰਚਾਰਕ ਸ਼੍ਰੇਣੀ ਫਲਾਪ ਹੈ ਨਾ। ਜ਼ਿਆਦਾ ਵਾਰੀ ਤੇ ਡਾਕਟਰ ਹੀ ਫਲਾਪ ਹੋ ਗਏ। ਸਾਡੇ ਡਾਕਟਰ ਕੋਲ ਪ੍ਰਚਾਰਕ, ਤੇ ਪ੍ਰਚਾਰਕ ਜਿਹੜੇ ਦੇ ਆਰ ਨੌਨਸੈਂਸ। ਉਹਨਾਂ ਨੂੰ ਤੇਰੀ ਅਕਲ ਇੰਨੀ ਪੜ੍ਹਾਈ ਤੇ ਹੈ ਨਹੀਂ। ਕੁਝ ਪ੍ਰਚਾਰਕਾਂ ਦੀ ਗੱਲ ਕਰ ਰਹੇ ਹਾਂ, ਇੰਨੀ ਅਕਲ ਇਤਨੀ ਪੜ੍ਹਾਈ ਹੈ ਨਹੀਂ ਹੈ ਕਿ ਉਹ ਜਾਣਦੇ ਨਹੀਂ ਕਿ ਅਸੀਂ ਕੀ ਕਹਿ ਰਹੇ, ਉਹਦਾ ਮਤਲਬ ਕੀ ਹੈ, ਅਸੀਂ ਜਾ ਕਿਹੜੇ ਪਾਸੇ ਰਹੇ ਹਾਂ। ਸੋ everything is to a different direction। ਦੂਸਰੀ ਗੱਲ ਆ ਗਈ ਦਸਵੰਧ ਦੀ, ਤੁਸੀਂ ਗੱਲ ਕੀਤੀ ਸੀ। ਦਸਵੰਧ ਤੇ ਦੇਖੋ ਚੰਬਲ ਦੇ ਡਾਕੂ ਵੀ ਦਿੰਦੇ। ਅਸੀਂ ਚੰਬਲ ਦੇ ਡਾਕੂਆਂ ਦੀ ਕਈ ਕਥਾਵਾਂ ਸੁਣੀਆਂ ਕਿ ਡਾਕਾ ਮਾਰਨ ਤੋਂ ਪਹਿਲਾਂ ਕਾਲੀ ਦੇਵੀ ਦਾ ਆਸ਼ੀਰਵਾਦ ਲੈਣਾ ਤੇ ਡਾਕਾ ਮਾਰ ਕੇ ਆਣਾ ਕਿ ਸਫਲਤਾ ਦੀ ਫਿਰ ਅਰਦਾਸ ਕਰਨੀ ਕਿ ਭਈ ਤੂੰ ਬਹੁਤ ਕਿਰਪਾ ਕੀਤੀ ਹੈ, ਸਾਡਾ ਡਾਕਾ ਸਫਲ ਹੋ ਗਿਆ ਤੇ ਇਹ ਤੇਰਾ ਸ਼ੇਰ ਤੈਨੂੰ ਦੇ ਦਿੱਤਾ ਸੀ। ਠੀਕ ਹੈ ਨਾ। ਤੇ ਜੇ ਤੇ ਧਰਮ ਚੱਲਣਾ ਇਸ ਤਰ੍ਹਾਂ ਕਿ ਭਿੰਡੀਆਂ, ਕਰੇਲੇ, ਤੋਰੀਆਂ ਉਗਾ ਕੇ ਤੇ ਇੱਕ ਭਿੰਡੀ ਜਿਹੜੀ ਆ 600 ਰੁਪਏ ਕਿਲੋ ਦੀ ਵੇਚਣੀ, ਜਾਂ ਫਿਰ ਪਿਕਚਰਾਂ ਬਣਾਉਣੀਆਂ, ਜਾਂ ਫਿਰ YouTube ਤੋਂ ਪੈਸੇ ਕਮਾਣੇ। ਸਿਰਸਾ ਵਾਲਾ ਨੇ ਮੈਂ ਤੁਹਾਨੂੰ ਦੱਸਿਆ ਕਿ ਹਕੀਕਤ ਐਂਟਰਟੇਨਮੈਂਟ ਪ੍ਰਾਈਵੇਟ ਲਿਮਟਿਡ ਨੂੰ ਤਿਆਰ ਕੀਤੀ ਤੇ ਫਿਰ ਪਿਕਚਰਾਂ ਬਣਾਈਆਂ। ਹੁਣ ਸੌਖਾ ਕੰਮ ਹੋ ਗਿਆ, ਹੁਣ YouTube ਤੇ ਪਿਕਚਰਾਂ ਬਣਾ ਕੇ ਪਾਈ ਜਾਓ ਤੇ YouTube ਤੇ ਜਿੰਨੇ ਵਿਊਜ਼ ਆਉਂਦੇ ਕੋਈ ਪੈਸੇ ਖਾਈ ਜਾਓ। ਬਿਜ਼ਨਸ ਚੱਲ ਹੀ ਰਿਹਾ, ਲੇਕਿਨ ਨਾਲ ਲਿਆ ਨਹੀਂ ਜਾ ਰਿਹਾ, ਛੁਪਾਇਆ ਜਾ ਰਿਹਾ। ਹਾਂਜੀ, ਬਿਜ਼ਨਸ ਚੱਲ ਰਿਹਾ। ਔਰ ਦੂਸਰੀ, ਰਜਿੰਦਰ ਸਿੰਘ ਜੀ ਨੇ ਗੱਲ ਬੜੀ ਹੀ ਬਾਟਮ ਲਾਈਨ ਸਵਾਲ ਚੁੱਕਿਆ ਉਹਨਾਂ ਨੇ। ਮੈਂ ਐਪਰੀਸ਼ੀਏਟ ਕਰਨਾ ਉਹਨਾਂ ਦੇ ਸਵਾਲ ਨੂੰ ਕਿ ਉਹਨਾਂ ਨੇ ਕਿਹਾ ਕਿ ਵੀ ਜਿਹੜਾ ਬਿਜ਼ਨਸ ਸਟਾਰਟ ਕਰਨਾ ਉਹਦੇ ਵਿੱਚ ਪੈਸਾ ਆਏਗਾ ਕਿੱਥੋਂ? ਦੋ ਤਰੀਕੇ, ਜਾਂ ਤੇ ਜਿਹੜਾ ਡਿਸੈਪਟਿਵ ਮੀਨਸ ਦੇ ਨਾਲ ਕਮਾਇਆ ਗਿਆ ਪੈਸਾ, ਵੀ ਕਿਆ ਗੁਰਮਤ ਧੋਖੇ ਨਾਲ ਕਮਾਏ ਦੇ ਪੈਸੇ ਨਾਲ ਵਪਾਰ ਕਰਨ ਦੀ ਇਜਾਜ਼ਤ ਦਿੰਦੀ ਹੈ? ਨਹੀਂ ਦਿੰਦੀ। ਵੀ ਡਾਕਾ ਮਾਰ ਕੇ ਵਪਾਰ ਕਰੋ ਤੇ ਉਹਦੇ ਚ ਜਿਹੜੀ ਕਮਾਈ ਆਏ ਉਹ ਗੁਰੂ ਅੱਗੇ ਅਰਪਣ ਕਰੋ। 99% ਅਰਪਣ ਕਰ ਦਿਆਂਗੇ। ਕਿਆ ਗੁਰਮਤ ਦੇ ਫਿਰ ਇਜਾਜ਼ਤ ਦਿੰਦੀ ਇਸ ਚੀਜ਼ ਦੀ? ਮੇਰੇ ਖਿਆਲ ਦੇ ਨਾਲ ਨਹੀਂ ਦਿੰਦੀ। ਠੀਕ ਹੈ, ਨਿਸ਼ਚਿਤ ਤੌਰ ਤੇ ਨਹੀਂ ਦਿੰਦੀ। ਫਿਰ ਦੂਸਰੀ ਗੱਲ ਆ ਗਈ, ਜਾਂ ਕੀ ਹੋਏਗਾ ਕਿ ਹੁਣ ਜੀ ਅਸੀਂ ਲੱਗੇ ਆ ਬਿਜ਼ਨਸ ਸਟਾਰਟ ਕਰਨ ਤੇ ਸਾਨੂੰ ਪੈਸਾ ਦਿਓ, ਸਾਡੀ ਪਪੂਲੈਰਿਟੀ ਬੜੀ ਹੈ, ਸਾਨੂੰ ਹੁਣ 10-10 ਰੁਪਏ ਦਾ ਪੇਟੀਐਮ ਨਹੀਂ ਚਾਹੀਦਾ, ਸਾਨੂੰ ਹੁਣ ਹਜ਼ਾਰ ਡਾਲਰ ਦੀ ਕੰਟਰੀਬਿਊਸ਼ਨ ਚਾਹੀਦੀ ਹੈ ਤੇ ਉਹਦੇ ਐਵਜ਼ ਦੇ ਵਿੱਚ ਅਸੀਂ ਤੁਹਾਨੂੰ ਬਿਜ਼ਨਸ ਦੇ ਪ੍ਰੋਫਿਟ ਵਿੱਚੋਂ ਇੰਨਾ ਦੇਵਾਂਗੇ। ਜਿਸ ਤਰ੍ਹਾਂ ਕਿ ਅੱਗੇ ਤਜਰਬਾ ਚੰਡੀਗੜ੍ਹ ਹੋ ਚੁੱਕਾ ਹੈ, ਰਜਿੰਦਰ ਸਿੰਘ ਜੀ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਨੇ। ਠੀਕ ਹੈ ਨਾ। ਸੋ ਇਹ ਗੱਲ ਹੈ, ਇਹ ਜਿਹੜੀ ਅਪਗ੍ਰੇਡਡ ਸਟੇਟਮੈਂਟ ਆਈ ਹੈ ਇਹ ਇੱਕ ਚੱਲਿਆ ਹੋਇਆ ਤੁੱਕਾ ਹੈ। ਇਹਦੇ ਵਿੱਚ ਇਹ ਉਹ ਕਹਿੰਦੇ ਨੇ ਕਿ ਜਿਸਲੇ ਇਹਨਾਂ ਚੀਜ਼ਾਂ ਦੇ ਕਾਰਨ ਹੀ ਤੇ ਇੱਕ ਸਮਾਜ ਵਿੱਚ ਕਹਾਵਤ ਬਣੀ ਸੀ ਕਿ 100 ਚੂਹੇ ਖਾ ਕੇ ਬਿੱਲੀ ਹਜ ਕੋ ਚਲੀ। ਇਹ ਕਹਾਵਤ ਹੈ ਨਾ ਸਾਡੇ ਵਿੱਚ, 100 ਚੂਹੇ ਖਾ ਕੇ ਬਿੱਲੀ ਹਜ ਨੂੰ ਚੱਲੀ। ਠੀਕ ਹੈ ਨਾ। ਤੋ ਇਹ ਗੱਲਾਂ ਜਿਹੜੀਆਂ ਨਾ ਇਹਦੇ ਨਾਲ ਇਹ ਜਿਹੜਾ ਤਰਾਸਦੀ ਇਹ ਹੈ ਕਿ ਸਾਡੇ ਜਿਹੜੇ ਲਿਸਨਰਸ ਵੀ ਹਨ ਉਹ ਵੀ ਇੱਕ ਕਿਸੇ ਨਾਲ ਜੁੜ ਜਾਂਦੇ ਨੇ ਤੇ ਫਿਰ ਉਹ ਇੱਕ ਅੰਧ ਭਗਤੀ ਵਿੱਚ ਜਾ ਕੇ ਜੁੜ ਜਾਂਦੇ ਨੇ। ਠੀਕ ਹੈ ਨਾ। ਤੇ ਉਸ ਅੰਧ ਭਗਤੀ ਵਿੱਚ ਉਹਨਾਂ ਨੂੰ ਗੱਲਾਂ ਦੀ ਸਮਝ ਨਹੀਂ ਆਉਂਦੀ ਔਰ ਫਿਰ ਉਹ ਸੋਚਦੇ ਨੇ ਕਿ ਵਾਹ ਜੀ ਹੁਣ ਤੇ ਬੜਾ ਕੁਝ ਨਵਾਂ ਲੱਗਾ, ਹੁਣ ਤੇ ਇਹ ਲੱਗਾ। ਹੁਣ ਇਹ ਨਹੀਂ ਪਤਾ ਵੀ ਇਹ ਕੰਮ ਤੇ ਜਿਹੜਾ ਹੋਰ ਬੰਦੇ ਜਿਹੜਾ ਉਹਨਾਂ ਨੇ ਕੁਝ ਹੋਰ ਨਾਨ ਸਿੱਖ ਬੰਦਿਆਂ ਦਾ ਵੀ ਜ਼ਿਕਰ ਕੀਤਾ। ਇੱਥੇ ਰਾਮ ਰਹੀਮ ਦਾ ਜ਼ਿਕਰ ਹੈ, ਇਹ ਅਚਾਰ ਪਾ ਕੇ, ਭਿੰਡੀਆਂ ਪਾ ਕੇ, ਬਿਸਕੁਟ ਬਣਾ ਕੇ, ਕਰੇਲੇ ਉਗਾ ਕੇ ਤੇ ਉਹਨੇ ਸਕੂਲ ਵੀ ਖੋਲੇ, ਉਹਨੇ ਮੈਨੇਜਮੈਂਟ ਦਾ ਇੰਸਟੀਚਿਊਟ ਵੀ ਖੋਲਿਆ। ਠੀਕ ਹੈ ਨਾ। ਸੋ ਇਹ ਇੱਕ ਵਪਾਰ ਬਣ ਚੁੱਕਿਆ ਕਿਉਂਕਿ ਜਵਾਬਦੇਹੀ ਕਿੰਨੀ ਦੇਰ ਜਿੱਲੇ ਵੱਡੀ ਬੰਦਾ ਇੱਕ ਸਟੇਟਮੈਂਟ ਦੇ ਦੇਵੇ, ਬੜੀ ਭਾਰੀ ਸਟੇਟਮੈਂਟ ਦੇਵੇ, ਦੇਖੋ ਜੀ ਇਹ ਸਾਰੇ ਪ੍ਰਚਾਰਕ ਮੰਗ ਖਾਣੇ ਤੇ ਮੈਂ ਜਿਹੜਾ ਉਹ ਮੈਨੂੰ ਬਾਹਰ ਸਮਝੋ। ਤੇ ਹੁਣ ਕਿੰਨੀ ਦੇਰ ਬਾਹਰ ਸਮਝੋ, ਕਮਾਈ ਤੇ ਸਾਰੀ ਉੱਥੋਂ ਹੀ ਆ ਰਹੀ ਹੈ। ਮੈਂ ਇੱਕ ਗੱਲ ਬੜੀ ਇੰਪੋਰਟੈਂਟ ਦੁਬਾਰਾ ਰਿਪੀਟ ਕਰ ਦਿਆਂਗਾ, ਅਸੀਂ ਇਸ ਗੱਲ ਨੂੰ ਸਮਝ ਲਈਏ ਚੰਗੀ ਤਰ੍ਹਾਂ ਟੈਕਨੀਕਲੀ ਕਿ ਸ਼੍ਰੋਮਣੀ ਕਮੇਟੀ ਦੀ ਜਿਹੜੀ ਹੋਂਦ ਸੀ ਉਹਨੂੰ ਹੋਂਦ ਵਿੱਚ ਲਿਆਉਣ ਵਾਲੇ ਬੰਦੇ ਲਾਇਕ ਲੋਕ ਸੀਗੇ। ਉਹਨਾਂ ਨੇ ਸਭ ਤੋਂ ਪਹਿਲਾਂ ਇਹ ਕੰਮ ਕੀਤਾ ਸੀਗਾ
ਕਿ ਉਹਨਾਂ ਨੇ ਇਹ ਮੈਸੇਜ ਦਿੱਤਾ ਸੀ ਲੋਕਾਂ ਨੂੰ ਕਿ ਗੁਰਦੁਆਰਾ always belongs to common people, mean ਸਿੱਖ। ਗੁਰਦੁਆਰਾ ਸਿੱਖ ਨੂੰ ਬਿਲੋਂਗ ਕਰਦਾ ਹੈ ਔਰ ਗੁਰੂ ਦੀ ਗੋਲਕ ਦੀ ਵਰਤੋਂ ਜਿਹੜੀ ਹੈ ਉਹ ਸਿੱਖ ਖੁਦ ਡਿਸਾਈਡ ਕਰਨਗੇ ਕਿ ਕਿਸ ਤਰ੍ਹਾਂ ਖਰਚਾ ਕਰਨਾ। ਉਹਦੇ ਵਾਸਤੇ ਇੱਕ ਇਲੈਕਟਿਡ ਬੋਡੀ ਬਣੀ। ਲੇਕਿਨ ਸਾਡੇ ਕਾਲਜਿਸ ਪ੍ਰਚਾਰ ਦੇ, ਸਾਡੇ ਡੇਰੇ, ਇਹਨਾਂ ਦੇ ਵਿੱਚ ਕਿਸੇ ਕਿਸਮ ਦੀ RTI ਦਾ ਕੋਈ ਪ੍ਰੋਵੀਜ਼ਨ ਨਹੀਂ ਹੈ, ਇਹਨਾਂ ਦੇ ਆਡਿਟ ਦਾ ਕੋਈ ਪ੍ਰੋਵੀਜ਼ਨ ਨਹੀਂ ਹੈ। ਹਾਲਾਂਕਿ ਇਹਨਾਂ ਨੇ ਆਪਣੇ ਜਿਹੜੇ ਟਰਸਟ ਬਣਾਏ, ਉਹਨਾਂ ਟਰਸਟਾਂ 'ਚ ਘਰ ਦੀ ਗੱਡੀ ਤੇ ਗੰਡਾ ਸਿੰਘ ਡਰਾਈਵਰ ਵਾਲਾ ਕੰਮ ਹੈ, ਠੀਕ ਹੈ ਨਾ। ਆਪ ਹੀ ਆਪਣਾ ਹੀ ਟਰੱਕ ਤੇ ਆਪ ਹੀ ਡਰਾਈਵਰ, ਠੀਕ ਹੈ ਨਾ। ਕੋਈ ਪੁੱਛਗਿੱਛ ਨਹੀਂ ਹੈ। ਟਰਸਟਾਂ ਦਾ ਕਨਸਟੀਟਿਊਸ਼ਨ ਕੀ ਹੈ ਜਦ ਤੱਕ ਨਹੀਂ ਹੈ। बैलेंस शीट की आ रही है, हर महीने इनकम की आ रही है, खर्चा की आ रहा है, किस किस मद के उपर किन्ना खर्चा जा रहा है, कोई उदा ब्यूरो पब्लिक नहीं आता। जद कि शिरोमणि कमेटी का उहदे विच हेराफेरी होंदी होनी है, लेकिन फिर भी उदा ऑडिट गवर्नमेंट को जाता। दैट इज सब्जेक्ट टू द स्क्रूटनी। उहदे पर कोई किंतु परंतु किया जा सकता है। और कई बार असीं कई कोर्ट केसिस देखिया कि गुरुद्वारे दी मनी दे एबलेसमेंट दे केसिस कोर्ट च गए। ये दिल्ली गुरुद्वारा प्रबंधक कमेटी के मसले दे विच हुणे एक करप्शन चार्ज लगे एक लीडर दे उपर, ते उहदे पर FIR दर्ज हुई है क्योंकि उत्थे कानूनी प्रोविजन है। ये ते सारे ही प्रोविजन सारी बंदिशां तो बाहर न। ये ते आजाद पंछी ना, ये सब कुछ लैके सब कुछ खा सकते हैं और सब कुछ डकार सकते, कोई पुछ नहीं सकता। ਸਰ ਮੈਂ ਹੁਣ ਇੱਕ ਗੱਲ ਆਪਾਂ ਕਰਦੇ ਆ। ਇੱਕ ਨਾ ਸਿੱਖਾਂ ਦੇ ਵਿੱਚ ਬੜਾ ਰਿਵਾਜ ਕਹਿ ਲੋ, ਫੈਸ਼ਨ ਕਹਿ ਲੋ ਕਿ ਜਿਹੜੀ ਵੀ ਗੱਲ ਹੁੰਦੀ ਚਾਹੇ ਕੋਈ ਆਪਾਂ ਬੁਲਾਰੇ ਵੀ ਅਕਸਰ ਸੁਣਦੇ ਆ, ਉਹ ਵਾਰ-ਵਾਰ ਇੱਕ ਚੀਜ਼ ਨੂੰ ਬਲੇਮ ਕਰਦੇ ਨੇ ਕਿ ਜੇ ਸਿੱਖਾਂ ਦੀ ਕੋਈ ਦੁਰਦਸ਼ਾ ਤਾਂ ਉਹਦੇ ਲਈ ਬਾਹਰੀ ਚੀਜ਼ਾਂ ਨੂੰ ਬਲੇਮ ਕਰਦੇ ਨੇ, ਕੋਈ ਏਜੰਸੀਆਂ ਦੀ ਸ਼ਕਤੀ ਆ ਗਈ ਜਾਂ ਕੋਈ RSS ਦਾ ਨਾਮ ਲੈ ਲੈਂਦਾ, ਬਹੁਤ ਕੁਝ ਕਹਿੰਦੇ ਨੇ ਹਨਾ। ਲੇਕਿਨ ਇੱਕ ਮਨੋਵਿਗਿਆਨਕ ਢੰਗ ਦੇ ਨਾਲ ਆਪਾਂ ਜੇ ਗੱਲ ਨੂੰ ਸਮਝੀਏ, ਜਦੋਂ ਕੋਈ ਬਾਹਰੀ ਸ਼ਕਤੀ ਕਿਤੇ ਹਮਲਾ ਕਰਦੀ ਹੈ ਤਾਂ ਉਹ ਲੁੱਟ ਖਸੁੱਟ ਕਰਦੀ ਹੈ, ਉਹ ਤਹਿਸ ਨਹਿਸ ਕਰਦੀ ਹੈ। ਉਹਦੇ ਲਈ ਜਵਾਬਦੇਹੀ ਬਾਹਰੀ ਸ਼ਕਤੀ ਹੋ ਸਕਦੀ ਹੈ। ਲੇਕਿਨ ਜਦੋਂ ਕਿਸੇ ਦੇ ਘਰ ਦੇ ਵਿਹੜੇ ਦੇ ਵਿੱਚ ਕੂੜਾ ਕਰਕਟ ਖਿਲਰਿਆ ਹੋਵੇ, ਮਿੱਟੀ ਪਈ ਹੋਵੇ, ਕੱਪੜੇ ਬੈੱਡ ਦੇ ਉੱਪਰ ਖਿਲਰੇ ਹੋਣ, ਕੋਈ ਚੀਜ਼ਾਂ ਸੀਕੁਐਂਸ ਦੇ ਵਿੱਚ ਨਾ ਹੋਣ, ਤਾਂ ਉਹ ਚੀਜ਼ ਲਈ ਤਾਂ ਘਰ ਦੇ ਮੈਂਬਰਾਂ ਨੂੰ, ਜਿਹੜੇ ਘਰ ਦੇ ਵਿੱਚ ਰਹਿ ਰਹੇ ਨੇ, ਉਹਦੇ ਲਈ ਤਾਂ ਉਹਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਨਾ। ਹੁਣ ਇਹ ਥੋੜੀ ਕਹਿ ਸਕਦੇ ਵੀ ਮਿੱਟੀ ਜਿਹੜੀ ਖਿਲਰੀ ਸਾਡੇ ਵਿਹੜੇ ਵਿੱਚ, ਇਹਦੇ ਲਈ ਕੋਈ ਏਜੰਸੀਆਂ ਆ ਕੇ ਖਿਲਾਰ ਗਈਆਂ। ਹੁਣ ਕਿੱਥੋਂ ਤੱਕ ਆਪਾਂ ਏਜੰਸੀਆਂ ਨੂੰ, RSS ਨੂੰ ਬਲੇਮ ਕਰਾਂਗੇ? ਆਖਰ ਸਾਡੇ ਜਿਹੜੇ ਵਿਹੜੇ ਵਿੱਚ ਕਿੰਨਾ ਜਿਹੜਾ ਗੰਦ ਪਿਆ ਹੋਇਆ, ਉਹਦੇ ਲਈ ਜ਼ਿੰਮੇਵਾਰੀ ਸਾਡੇ ਆਪਣੇ ਬੰਦੇ ਲੈਣ ਨੂੰ ਤਿਆਰ ਨੇ ਜਾਂ ਨਹੀਂ ਹੈਗੇ ਤਿਆਰ, ਜਾਂ ਉਹ ਜ਼ਿੰਮੇਵਾਰ ਹੈ ਵੀ ਨੇ ਜਾਂ ਨਹੀਂ ਹੈਗੇ। ਸਰਦਾਰ ਰਜਿੰਦਰ ਸਿੰਘ ਜੀ, ਮੈਂ ਤੁਹਾਡੇ ਕੋਲੋਂ ਪੁੱਛ ਰਿਹਾ ਜਵਾਬ ਵੀ ਆਪਣੇ ਬੰਦੇ ਜ਼ਿੰਮੇਵਾਰ ਹੈ ਨੇ ਜਾਂ ਨਹੀਂ ਹੈਗੇ, ਜਾਂ ਬਿਲਕੁਲ ਆਜ਼ਾਦ ਨੇ ਉਹ? ਨਹੀਂ, ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਹੀ ਨਹੀਂ ਜੀ। ਆਪਣੇ ਘਰ ਦੀ ਸਫਾਈ ਵਾਸਤੇ ਤੇ ਬੰਦਾ ਆਪ ਜ਼ਿੰਮੇਵਾਰ ਹੁੰਦਾ ਹੈ, ਉਹਦਾ ਪਰਿਵਾਰ ਜ਼ਿੰਮੇਵਾਰ ਹੁੰਦਾ ਹੈ ਜੀ। ਲੇਕਿਨ ਉਹਨੂੰ ਅਗਵਾਈ ਦੇਣ ਵਾਲਾ ਪਰਿਵਾਰ ਦਾ ਆਗੂ ਹੁੰਦਾ ਹੈ। ਉਹਦਾ ਇੱਕ ਕੰਟਰੋਲ ਹੋਣਾ ਚਾਹੀਦਾ ਹੈ, ਉਹਦਾ ਇੱਕ ਰਿਸਪੈਕਟ ਹੋਣੀ ਚਾਹੀਦੀ, ਉਹਦਾ ਇੱਕ ਰਿਗਾਰਡ ਹੋਣਾ ਚਾਹੀਦਾ ਹੈ, ਔਰ ਸਭ ਤੋਂ ਵੱਡੀ ਗੱਲ ਉਹਦੀ ਸਿੰਸੈਰਿਟੀ ਹੋਣੀ ਚਾਹੀਦੀ ਹੈ। ਅਗਰ ਉਹਦੀ ਸਿੰਸੈਰਿਟੀ ਉਹ ਸਾਫ਼ ਰੱਖ ਸਕਦਾ ਹੈ। ਸਾਡੇ ਜਿਹੜੇ ਸਿੱਖੀ ਪਰਿਵਾਰ ਦੇ ਵਿੱਚ ਪ੍ਰੋਬਲਮ ਹੋਈ ਹੈ ਅੱਜ, ਜੇ ਮੈਂ ਇਹ ਕਹਾਂ ਜਸਪਾਲ ਸਿੰਘ ਜੀ ਕਿ ਸਿੱਖ ਲੀਡਰ ਵੀ ਹੋਣਾ ਹੈ, ਇਹਦੇ 'ਚ ਕੋਈ ਝੂਠ ਨਹੀਂ ਜੇ। ਅੱਜ ਕੋਈ ਲੀਡਰ ਨਹੀਂ ਸਾਡੇ ਕੋਲ ਜਿਨ੍ਹਾਂ ਨੂੰ ਅਸੀਂ ਆਪਣਾ ਲੀਡਰ ਮੰਨਦੇ ਰਹੇ, ਸਮਝਦੇ ਰਹੇ, ਜਿਨ੍ਹਾਂ ਦੇ ਪਿੱਛੇ ਲੱਗੇ ਰਹੇ, ਉਹਨਾਂ ਨੇ ਹੀ ਘਰ ਨੂੰ ਬਰਬਾਦ ਕੀਤਾ। ਉਹ ਘਰ ਨੂੰ ਸਵਾਰਨ ਦੀ ਬਜਾਏ ਘਰ ਨੂੰ ਲੁੱਟਣ ਉੱਤੇ ਲੱਗੇ ਰਹੇ, ਆਪਣੇ ਆਪ ਨੂੰ ਸਥਾਪਿਤ ਕਰਨ ਦੇ ਉੱਤੇ ਲੱਗੇ ਰਹੇ, ਆਪਣੀ ਘਰ ਦੀ ਦੌਲਤ ਬਣਾਉਣ ਉੱਤੇ ਲੱਗੇ, ਜਾਇਦਾਦਾਂ ਬਣਾਉਣ ਉੱਤੇ ਲੱਗੇ ਰਹੇ। ਅੱਜ ਐਸੀ ਦੁਬਿਧਾ ਦੇ ਵਿੱਚ ਸਿੱਖ ਕੌਮ ਨਿਕਲ ਰਹੀ ਹੈ ਜਿੱਥੇ ਰਾਹ ਕੋਈ ਸਮਝ ਨਹੀਂ ਲੱਗ ਰਿਹਾ ਕਿੱਧਰ ਨੂੰ ਜਾਵੇ। ਇਹਦੇ ਵਾਸਤੇ ਆਮ ਸੰਗਤ ਵੀ ਉਨੀ ਜ਼ਿੰਮੇਵਾਰ ਹੈ ਜਿੰਨੇ ਉਹ ਲੀਡਰ ਜ਼ਿੰਮੇਵਾਰ ਨੇ, ਕਿਉਂਕਿ ਅਸੀਂ ਵੀ ਅੱਖਾਂ ਬੰਦ ਕਰਕੇ ਕਿਸੇ ਨੂੰ ਫੋਲੋ ਕਰਦੇ ਰਹੇ ਹਾਂ ਨਾ। ਅੱਜ ਵੀ ਉਹੀ ਤਕਰੀਬਨ ਗੱਲ ਚੱਲ ਰਹੀ ਹੈ, ਅੱਖਾਂ ਬੰਦ ਕਰਕੇ ਫੋਲੋ ਕਰ ਰਹੇ ਹਾਂ। ਖਿਮਾ ਕਰਨਾ, ਅਸੀਂ ਜਿੰਨਾ ਗੁਰਬਾਣੀ ਨੇ ਸਾਨੂੰ ਇਹ ਕਿਹਾ ਜਾਗਤ ਰਹੋ, ਉਹਨਾਂ ਹੀ ਸੁੱਤੇ ਪਏ ਆ। ਜਾਗਤ ਰਹੋ ਵਾਲੀ ਗੱਲ ਜਿਹੜੀ ਹੈ ਨਾ, ਗੁਆਚੀ ਪਈ ਹੈ, ਉਹਦਾ ਹੀ ਨਤੀਜਾ ਹੈ। ਤੇ ਜੇ ਸੁੱਤੇ ਰਵਾਂਗੇ ਤੇ ਘਰ ਲੁੱਟਿਆ ਜਾਏਗਾ। ਇਹ ਇੱਕ ਪ੍ਰਮਾਣਿਕ ਚੀਜ਼ ਹੈ, ਇੱਕ ਪੁਰਾਣੀ ਵਿਵਸਥਾ ਹੈ ਕਿ ਜੇ ਸੁੱਤੇ ਰਹੋ ਤੇ ਘਰ ਲੁੱਟਿਆ ਜਾਂਦਾ ਹੈ। ਉਹੀ ਘਰ ਜਿਹੜਾ ਲੁੱਟਿਆ ਜਾ ਰਿਹਾ, ਇਹਦੇ ਵਾਸਤੇ ਸਾਨੂੰ ਸਾਰਿਆਂ ਨੂੰ ਜਾਗਣ ਦੀ ਵੀ ਲੋੜ ਹੈ ਤੇ ਸਾਰਿਆਂ ਨੂੰ ਆਪਣਾ ਰੋਲ ਨਿਭਾਉਣ ਦੀ ਵੀ ਲੋੜ ਹੈ। ਅਸੀਂ ਜਿਨ੍ਹਾਂ ਲੋਕ, ਅੱਜ ਸਾਡੀ ਪ੍ਰੋਬਲਮ ਕੀ ਹੈ, ਸਾਡੇ ਨਿੱਜੀ ਛੋਟੇ ਛੋਟੇ ਸਵਾਰਥ ਨੇ। ਮੈਂ ਇੱਥੋਂ ਤੱਕ ਵੇਖਿਆ, ਹੁਣ ਚੋਣਾਂ ਆ ਰਹੀਆਂ ਨੇ, 2022 ਦੀਆਂ ਚੋਣਾਂ ਜਿਹੜੀਆਂ ਚੱਲ ਰਹੀਆਂ ਨੇ ਅੱਜ ਕੱਲ, ਪੰਜਾਬ ਦੇ ਵਿੱਚ ਵੀ ਹੋਰ 8 ਦਿਨਾਂ
ਦੇ ਬਾਅਦ ਵੋਟ ਪੈਣ ਵਾਲੇ ਨੇ। ਲੋਕਾਂ ਦਾ ਇਸ਼ੂ ਕੀ ਹੈ? ਉਹ ਤਾਂ ਜੀ ਸਾਡੇ ਜੰਮਣ ਮਰਨੇ ਤੇ ਪਰਨੇ ਤੇ ਆਉਂਦੇ ਨੇ ਸਾਰੇ, ਤੇ ਭਾਵੇਂ ਉਹਨਾਂ ਨੇ ਬੇੜਾ ਗਰਕ ਕੀਤਾ ਹੋਵੇ। ਮੈਂ ਇੱਕ ਛੋਟਾ ਜਿਹਾ ਸਟਾਂਸ ਦਿਆਂ, ਇੱਥੇ ਸਾਡੇ ਇੱਕ ਨੇੜੇ ਨਾ ਨਰਸਰੀ ਹੈ, ਮੈਂ ਉੱਥੋਂ ਜਾਂਦਾ ਆਪਣੀ ਫੈਕਟਰੀ ਵਾਸਤੇ, ਕਈ ਵਾਰੀ ਪਲਾਂਟਸ ਲੈ ਕੇ ਜਾਂਦਾ ਸੀ। ਉਹ ਬੰਦੇ ਨੇ ਮੇਰੇ ਨਾਲ ਥੋੜਾ ਜਿਹਾ, ਕਈ ਵਾਰੀ ਅਖਬਾਰ 'ਚ ਮੇਰੀ ਫੋਟੋ ਜਾਂ ਨਿਊਜ਼ ਵਗੈਰਾ ਦੇਖੀਆਂ ਸੀ, ਉਹਨੇ ਮੇਰੇ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਕੋਈ ਗੱਲਬਾਤ ਹੋਣੀ ਤੇ ਉਹਨੇ ਅਕਾਲੀ ਦਲ ਦੇ ਲੀਡਰਾਂ ਨੂੰ ਬੜੀਆਂ ਗਾਲਾਂ ਕੱਢਣੀਆਂ ਵੀ ਇਹਨਾਂ ਬੇੜਾ ਗਰਕ ਕਰਤਾ ਜੀ, ਤੁਸੀਂ ਬਿਲਕੁਲ ਸਹੀ ਗੱਲ ਕਰ ਰਹੇ ਹੋ ਜੀ, ਤੁਸੀਂ ਆਵਾਜ਼ ਉਠਾਉਂਦੇ ਹੋ ਜੀ, ਬੜੀ ਚੰਗੀ ਗੱਲ ਹੈ। ਉਹ ਚੋਣਾਂ ਆ ਗਈਆਂ ਤੇ ਉੱਥੇ ਜਿਹੜਾ ਉਸ ਇਲਾਕੇ ਦਾ MLA ਸੀ ਅਕਾਲੀ ਦਲ ਦਾ, ਉਹਦਾ ਬੈਨਰ ਲੱਗਾ ਹੋਇਆ ਬੜਾ ਵੱਡਾ ਜੀ। ਮੈਂ ਉਸ ਦਿਨ ਪਲਾਂਟਸ ਨਹੀਂ ਸੀ ਲੈਣੇ ਤੇ ਮੈਂ ਉੱਥੇ ਰੁਕ ਗਿਆ। ਮੈਂ ਕਿਹਾ ਵੀਰ ਜੀ, ਤੁਸੀਂ ਤਾਂ ਇਹਨਾਂ ਨੂੰ ਅਕਾਲੀ ਨੂੰ ਗਾਲਾਂ ਕੱਢਦੇ ਸੀ, ਬਾਦਲ ਨੂੰ ਗਾਲਾਂ ਕੱਢਦੇ ਸੀ, ਤੇ ਤੁਸੀਂ ਆ ਹੁਣ ਇਹਨਾਂ ਦਾ ਲਾਇਆ ਹੋਇਆ ਪੋਸਟਰ ਏਡਾ ਵੱਡਾ, ਬਹੁਤ ਵੱਡਾ ਬੈਨਰ ਲਾਇਆ ਹੋਇਆ, ਕਹਿੰਦਾ ਜੀ ਬਾਦਲ ਨੂੰ ਗਾਲਾਂ ਕੱਢਦਾ ਸੀ। ਇਹ ਤਾਂ ਦੇਵਤਾ ਆਦਮੀ ਹੈ। ਆ ਮੇਰੀ ਜ਼ਮੀਨ ਜਿਹੜੀ ਹੈ ਇਹ ਕਦੋਂ ਦੀ ਖੁੱਸ ਜਾਣੀ ਸੀ ਮੇਰੇ ਕੋਲੋਂ, ਇਹ ਗਵਰਨਮੈਂਟ ਨੇ ਅਕਵਾਇਰ ਕਰ ਲੈਣੀ ਸੀ, ਇਹਦੇ ਕਰਕੇ ਬਚੀ ਹੋਈ ਹੈ। ਹੁਣ ਦੱਸੋ ਮੈਂ ਇਹਦੀ ਫੋਟੋ ਨਾ ਲਾਵਾਂ? ਮੈਂ ਕਿਹਾ ਫਿਰ ਬਾਦਲ ਨੂੰ ਗਾਲਾਂ ਕੱਢਣੀਆਂ ਬੰਦ ਕਰ ਦਿਓ, ਕਿਉਂਕਿ ਇਹਦੇ ਜਿੱਤਣ ਨਾਲ ਹੀ ਬਾਦਲ ਜਿਹੜਾ ਉਹ ਮੁੱਖ ਮੰਤਰੀ ਬਣਦਾ। ਇਹ ਜਿੱਦਾਂ ਤੇ ਬਾਦਲ ਮੁੱਖ ਮੰਤਰੀ ਬਣਦਾ। ਇਹੋ ਜਿਹੀ ਵੀ ਜਿੱਤੇ ਸਾਡੇ ਨਿੱਜੀ ਸਵਾਰਥ ਅੜੇ ਹੋਏ ਨੇ, ਕੌਮੀ ਸਵਾਰਥ ਨਹੀਂ, ਸਟੇਟ ਦਾ ਸਵਾਰਥ ਨਹੀਂ, ਲੋਕਾਂ ਦਾ ਸਵਾਰਥ ਨਹੀਂ, ਨਿੱਜੀ ਛੋਟੀਆਂ ਛੋਟੀਆਂ ਗੱਲਾਂ ਨੇ ਜਿਨ੍ਹਾਂ ਦੇ ਵਿੱਚ ਅਸੀਂ ਵਿਕੇ ਹੋਏ ਆ। ਉਹਦੇ ਨਾਲ ਫਿਰ ਜਿਨ੍ਹਾਂ ਨੇ ਘਰ ਨੂੰ ਬਰਬਾਦ ਕਰਨਾ ਉਹਨਾਂ ਨੂੰ ਲੁੱਟਣ ਦਾ ਪੂਰਾ ਮੌਕਾ ਮਿਲ ਰਿਹਾ। ਇੱਕ ਗੱਲ ਮੈਂ ਛੋਟੀ ਜਿਹੀ ਆਪਣੀ ਗੱਲ ਖਤਮ ਕਰਨ ਤੋਂ ਪਹਿਲਾਂ, ਹੁਣੇ ਹਰਦੇਵ ਸਿੰਘ ਵੀਰ ਜੀ ਇਸ ਵੇਲੇ ਗੱਲ ਕਰ ਰਹੇ ਸੀ ਨਾ, ਉਹਨਾਂ ਨੇ ਜਿਹੜੇ ਆ ਡੇਰੇ ਨੇ ਤੇ ਜਿਹੜੇ ਕੁਝ ਕਾਲਜ ਚੱਲ ਰਹੇ ਨੇ ਉਹਨਾਂ ਨੂੰ ਜੀ, ਮੈਂ ਥੋੜਾ ਜਿਹਾ ਇੱਥੇ ਡਿਫਰ ਕਰਦਾ, ਥੋੜਾ ਜਿਹਾ ਨਹੀਂ ਬਹੁਤ ਸਾਰਾ ਡਿਫਰ ਕਰਦਾ ਜੀ। ਬਿਲਕੁਲ ਜਿਹੜੇ ਆਪਣੇ ਆਪ ਨੂੰ ਅਗਾਂਹ ਵਧੂ ਕਹਿੰਦੇ ਨੇ ਉਹਨਾਂ ਵੱਲੋਂ ਵੀ ਬੜੀ ਲੁੱਟ ਹੋਈ, ਜਿਹੜੀ ਇਹਨਾਂ ਨੇ ਆ ਗੱਲ ਕੀਤੀ ਚੰਡੀਗੜ੍ਹ ਦੇ ਵਿੱਚ ਅਖਬਾਰ ਦੀ, ਤੇ ਸਾਰਾ ਉਹ ਅਸੀਂ ਅੱਖੀਂ ਵੇਖਿਆ ਹੀ ਨਹੀਂ, ਅਸੀਂ ਨੇੜਤਾ ਸੀ, ਇਸੇ ਕਰਕੇ ਦੂਰੀ ਬਣਾ ਲਈ ਵੀ ਇੱਥੇ ਤੇ ਕੰਮ ਜਿਹੜਾ ਲੁੱਟ ਵਾਲਾ ਹੈ, ਉਹਦੇ 'ਚ ਕੋਈ ਸ਼ੱਕ ਨਹੀਂ। ਇੱਕ ਫਰਕ ਹੈ, ਜਿਹੜੇ ਡੇਰੇ ਨੇ ਉੱਥੇ ਇੱਕ ਆਦਮੀ ਦਾ ਸਭ ਕੁਝ ਹੁੰਦਾ, ਉਹ ਜੋ ਚਾਹੁੰਦਾ ਉਹ ਹੁੰਦਾ, ਉਹਦੇ ਕੋਲੋਂ ਕੋਈ ਸਵਾਲ ਨਹੀਂ ਕਰ ਸਕਦਾ, ਉਹਦੇ ਕੋਲੋਂ ਕੋਈ ਹਿਸਾਬ ਨਹੀਂ ਪੁੱਛ ਸਕਦਾ। ਲੇਕਿਨ ਜਿਹੜੇ ਕੁਝ ਕਾਲਜ ਵਗੈਰਾ ਇੱਕ ਟਰਸਟਾਂ ਦੇ ਹਿਸਾਬ ਨਾਲ ਚੱਲ ਰਹੇ ਨੇ, ਉਹਨਾਂ ਦੇ ਟਰਸਟੀ ਨੇ, ਉਹਨਾਂ ਦੇ ਡੋਨਰ ਵੀ ਉਹਨਾਂ ਕੋਲੋਂ ਪੁੱਛ ਸਕਦੇ ਨੇ। ਉਹ ਪੁੱਛਦੇ ਨੇ ਜਾਂ ਨਹੀਂ ਇਹ ਅਲੱਗ ਗੱਲ ਹੈ। ਉਹ ਵੀ ਕਹਿ ਸਕਦੇ ਨੇ ਕਿ ਅਸੀਂ ਤੁਹਾਡੇ ਡੋਨਰਾਂ 'ਚ ਸਾਨੂੰ ਹਿਸਾਬ ਦਿਓ, ਪਿਛਲੇ ਸਮੇਂ ਦੇ ਵਿੱਚ ਕੀ ਤੁਹਾਡੇ ਕੋਲ ਡੋਨੇਸ਼ਨ ਆਈ ਹੈ ਤੇ ਕੀ ਤੁਸੀਂ ਕੀਤੀ ਹੈ। ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਉਹਨਾਂ ਆਪਣੇ ਤੌਰ ਦੇ ਉੱਤੇ ਇੱਕ ਬੜਾ ਪੋਜ਼ਿਟਿਵ ਰੋਲ ਨਿਭਾਇਆ। ਕੋਈ ਥੋੜਾ ਬਹੁਤਾ ਜੇ ਰੂਪ ਰੰਗ ਬਚਿਆ ਹੋਇਆ ਤੇ ਮੈਂ ਉਹਨਾਂ ਦੀ ਦੇਣ ਸਮਝਣਾ, ਐਵੇਂ ਅਸੀਂ ਸਾਰਾ ਹੀ ਟੋਟਲ ਨੈਗੇਟਿਵ ਕਰੀ ਜਾਈਏ। ਅਸੀਂ ਡੇਰਿਆਂ ਨੂੰ ਤੇ ਉਹਨਾਂ ਨੂੰ ਇੱਕ ਦੜੀ ਦੇ ਵਿੱਚ ਨਹੀਂ ਪਰੋ ਸਕਦੇ ਮੇਰੇ ਹਿਸਾਬ ਨਾਲ। ਠੀਕ ਹੈ, ਗਲਤ ਅਪਰੋਚ ਹੋਏਗੀ ਜੀ ਜੇ ਅਸੀਂ ਉਹਨਾਂ ਨੂੰ ਇੱਕ ਦੇ ਵਿੱਚ ਪਰੋਣ ਦੀ ਕੋਸ਼ਿਸ਼ ਕਰਦੇ ਹਾਂ। ਹਰਦੇਵ ਜੀ, ਮੇਰਾ ਸਵਾਲ ਸੀ ਕਿ ਬਾਹਰੀ ਸ਼ਕਤੀਆਂ ਕਿੰਨੇ ਕੁ ਜ਼ਿੰਮੇਵਾਰ ਨੇ? ਅਸੀਂ ਆਪਣੀਆਂ ਜ਼ਿੰਮੇਵਾਰੀਆਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਨੂੰ ਲੈਂਦੇ ਨਹੀਂ ਆਪਣੇ ਉੱਪਰ, ਤਾਂ ਬਾਹਰੀ ਸ਼ਕਤੀਆਂ ਦੇ ਉੱਪਰ ਬਲੇਮ ਕਰ ਸਕਦੇ ਆ, ਕਰੀ ਜਾਂਦੇ ਆ। ਹਾਲਾਂਕਿ ਚਲੋ 47 ਵਾਪਰੀ ਸਿੱਖਾਂ ਦੇ ਉੱਪਰ ਕਹਿਰ ਟੁੱਟਿਆ ਜਾਂ ਹੋਰ ਚੀਜ਼ਾਂ ਹੋਈਆਂ, ਘਟਨਾਵਾਂ ਇਤਿਹਾਸ ਦੇ ਵਿੱਚ ਹੋਈਆਂ, ਤਾਂ ਉਹ ਇੱਕ ਬਾਹਰੀ ਸ਼ਕਤੀਆਂ ਵੀ ਸੀ, ਉਹਨਾਂ ਨੇ ਆਪਾਂ ਡਿਨਾਈ ਨਹੀਂ ਕਰ ਸਕਦੇ ਬਾਹਰੀ ਸ਼ਕਤੀਆਂ ਨੂੰ। ਲੇਕਿਨ ਆਪਾਂ ਕਿੱਥੋਂ ਕੁ ਤੱਕ ਬਾਹਰੀ ਸ਼ਕਤੀਆਂ ਨੂੰ ਬਲੇਮ ਕਰ ਕਰਕੇ ਤੇ ਜਿਹੜਾ ਆਪਣਾ ਪੱਲੜਾ ਹੈ ਜ਼ਿੰਮੇਵਾਰੀ ਵਾਲਾ ਉਹਨੂੰ ਅਸੀਂ ਪਾੜ ਕੇ ਪਰੇ ਸਿੱਟ ਦਈਏ? ਦੇਖੋ, ਮੈਂ ਤੁਹਾਡੇ ਇਸ ਗੱਲ ਵੱਲ ਆਵਾਂਗਾ। ਮੈਂ ਇੱਕ ਰਜਿੰਦਰ ਸਿੰਘ ਜੀ ਨੇ ਇੱਕ ਪੁਆਇੰਟ ਆਊਟ ਕੀਤੀ ਹੈ ਮੇਰੀ ਗੱਲ, ਤੇ ਮੈਂ ਉਹਦਾ ਥੋੜਾ ਜਵਾਬ ਦੇਣਾ ਠੀਕ ਸਮਝਣਾ। ਦੇਖੋ, ਗੱਲ ਇਹ ਹੈ ਕਿ ਅਗਰ ਕੋਈ ਡੇਰੇਦਾਰ ਜਿਹੜੇ ਨੇ ਉਹ ਆਪਣੇ ਹਿਸਾਬ ਨਾਲ ਕੁਝ ਜਿਹੜੀ ਅਕਾਲ ਤਖਤ ਦੀ ਮਰਿਆਦਾ ਤੋਂ ਬਾਹਰ ਚੱਲ ਕੇ ਵੀ ਆਪਣੀਆਂ ਕੁਝ ਗੱਲਾਂ ਕਰਦੇ ਨੇ, ਮੈਂ ਇਸ ਗੱਲ ਨਾਲ ਐਗਰੀ ਕਰਨਾ। ਔਰ ਉਹ ਵੀ ਰਿਸਪੌਂਸਿਬਲ ਨਹੀਂ ਐਂਡ ਟੂਵਰਡਸ ਕਾਮਨ ਮੈਨ, ਇਹ ਵੀ ਮੈਂ ਐਕਸੈਪਟ ਕਰਨਾ। ਲੇਕਿਨ ਮੈਨੂੰ ਅਜੇ ਤੱਕ ਨਜ਼ਰ ਨਹੀਂ ਆਇਆ ਕੋਈ ਐਸਾ ਡੇਰੇਦਾਰ ਜਿਹਨੇ ਇਹ ਕਿਹਾ ਹੋਏ ਕਿ ਗੁਰੂ ਸਾਹਿਬ ਨੂੰ ਗੁਰੂ ਕਹਿਣਾ ਗਲਤ ਹੈ। ਜਿਸਨੇ ਸਟੇਜ ਤੇ ਬੈਠ ਕੇ ਕਿਸੇ ਬੱਚੀ ਨੂੰ ਇੱਕ ਪਰਚੀ ਫੜਾ ਕੇ ਸਵਾਲ ਪੁੱਛਿਆ ਹੋਏ ਕਿ ਕਿਆ ਗੁਰੂ ਨਾਨਕ ਦੇਵ ਜੀ ਕੋ ਧਰਮ ਚਲਾਣਾ ਚਾਹੁੰਦੇ ਸਨ, ਤੇ ਉਹਨੇ ਕਿਹਾ ਹੋਏ ਕਿ ਕੋਈ ਧਰਮ ਨਹੀਂ ਸੀ ਚਲਾਣਾ ਚਾਹੁੰਦੇ ਗੁਰੂ ਨਾਨਕ ਦੇਵ ਜੀ। ਜੇ ਕੋਈ ਮੈਨੂੰ ਡੇਰੇਦਾਰ ਐਸਾ ਨਹੀਂ ਮਿਲਿਆ ਜਿਹਨੇ ਇਹ ਕਿਹਾ ਹੋਏ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਬਸੋਲੀਟ ਹੋ ਚੁੱਕੀ ਹੈ, ਇਹਦਾ ਕੋਈ ਮਤਲਬ ਨਹੀਂ ਹੈ, ਇਹਦੇ ਸ਼ਬਦ ਹੁਣ ਸਾਰੇ ਸਿੱਖਾਂ ਵਸੇ ਨਹੀਂ ਬਚੇ। ਡੇਰੇਦਾਰਾਂ ਨੇ ਬਹੁਤ ਗਲਤੀਆਂ ਕੀਤੀਆਂ ਨੇ, ਲੇਕਿਨ ਉਤਨੀ ਨੀਵੀਂ ਪੱਧਰ ਤੱਕ, ਜਿੰਨੀ ਪੱਧਰ ਤੱਕ ਸਾਡੇ ਇਹ ਵਾਲੇ ਪ੍ਰਚਾਰਕ ਡਿੱਗੇ ਨੇ ਜਾ ਕੇ, ਮੈਨੂੰ ਡੇਰੇਦਾਰ ਤੋਂ ਨਜ਼ਰ ਨਹੀਂ ਆਇਆ। ਅਗਰ ਆਇਆ ਹੁੰਦਾ ਤੇ ਮੈਂ ਜ਼ਰੂਰ ਉਹਦੇ ਬਾਰੇ ਲਿਖਦਾ। ਮੈਂ ਆਪਣੇ
उसका मेरी नॉलेज ना होए, उन्होंने भी ये गल्लां शायद कीतियां होण, लेकिन मैं अपने 10-11 साल ਦੇ ਪਿਛਲੇ ਇਸ ਐਂਗੇਜਮੈਂਟ ਦੇ ਵਿੱਚ ਮੈਂ ਕੋਈ ਡੇਰੇਦਾਰ ਐਸਾ ਨਹੀਂ ਦੇਖਿਆ ਜਿਹੜਾ ਇਹ ਕਹਿੰਦਾ ਹੋਏ ਕਿ ਸਿੱਖਾਂ ਨੂੰ ਆਪਣੇ ਗੁਰੂ ਨੂੰ ਗੁਰੂ ਕਹਿਣਾ ਬ੍ਰਾਹਮਣਵਾਦ ਹੈ, ਜਿਹੜਾ ਇਹ ਕਹਿੰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਕਹਿਣਾ ਬ੍ਰਾਹਮਣਵਾਦ ਹੈ, ਜਿਹੜਾ ਇਹ ਕਹਿੰਦਾ ਹੋਏ ਕਿ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਮੱਥਾ ਟੇਕਣਾ ਬ੍ਰਾਹਮਣਵਾਦ ਹੈ, ਜਿਹੜਾ ਇਹ ਕਹਿੰਦਾ ਹੋਏ ਕਿ ਗੁਰੂ ਗ੍ਰੰਥ ਸਾਹਿਬ ਦੇ ਗੁਰੂ ਹੋਣ ਵਾਲੀ ਗੱਲ ਹੈ ਕਿਹੜੀ ਹੈ। ਇਤਨੀ ਦੁਸ਼ਟਤਾ ਔਰ ਇਤਨੇ ਨੀਵੇਂ ਪੱਧਰ ਦੀ ਵਿਚਾਰਧਾਰਾ ਸਾਡੇ ਕੁਝ ਮਿਸ਼ਨਰੀ ਪ੍ਰਚਾਰਕਾਂ ਦੇ ਖਾਤੇ 'ਚ ਹੀ ਹੈ, ਜਿਨ੍ਹਾਂ ਨੇ ਇਹ ਜੜ ਲਾਈ ਹੈ। ਅਜੇ ਹੁਣ ਪਿੱਛੇ ਅਸੀਂ ਪ੍ਰੋਗਰਾਮ ਕੀਤਾ ਸੀ ਜਿਹਦੇ ਵਿੱਚ ਇੱਕ ਮਿਸ਼ਨਰੀ ਪ੍ਰਚਾਰਕ ਸਟੇਜ ਤੇ ਬੈਠ ਕੇ ਬੱਚੀ ਨੂੰ ਪਰਚੀ ਲਿਖ ਕੇ ਕਾਲਜ ਦੇ ਬੰਦੇ ਦੇ ਰਹੇ ਕਿ ਤੂੰ ਇੱਕ ਵੱਡੇ ਪ੍ਰਚਾਰਕ ਨੂੰ ਸਵਾਲ ਪੁੱਛ ਕਿ ਸਿੱਖ ਧਰਮ ਇੱਕ ਧਰਮ ਹੈ ਸੀ ਕਿ ਨਹੀਂ ਸੀ, ਚਲਾਇਆ ਸੀ ਗੁਰੂ ਸਾਹਿਬ ਨੇ ਕਿ ਨਹੀਂ। ਉਹ ਪ੍ਰਚਾਰਕ ਕਹਿੰਦਾ ਕਿ ਕੋਈ ਧਰਮ ਨਹੀਂ ਸੀ ਚਲਾਇਆ ਸਿੱਖ ਗੁਰੂ ਨਾਨਕ ਦੇਵ ਜੀ ਨੇ। ਸੋ ਇਹ ਪੋਇਜ਼ਨ ਕੌਣ ਫੈਲਾ ਰਿਹਾ? ਹੁਣ ਗੱਲ ਤੁਹਾਡਾ ਇੱਥੇ ਹੀ ਘੁੰਮ ਕੇ ਆਣਾ ਮੈਂ ਕਿ ਏਜੰਸੀਆਂ ਵਾਲੇ ਪਾਸੇ, ਕਿ ਜਿਸ ਵੇਲੇ ਸਿੱਖ ਇਸ ਚੀਜ਼ ਦੀ ਲੜਾਈ ਲੜ ਰਹੇ ਹੋਣ, ਆਮ ਸਿੱਖ ਦੀ ਗੱਲ ਕਰਨਾ, ਮੈਂ ਕਨਵਿੰਸਡ ਹਾਂ ਕਿ ਸਿੱਖ ਰਿਲੀਜਨ ਇੱਕ ਸੈਪਰੇਟ ਰਿਲੀਜਨ ਹੈ ਕਨਸਟੀਟਿਊਸ਼ਨਲੀ ਵੀ, ਲੇਕਿਨ ਜਿਹੜੇ ਲੋਕ ਧਾਰਾ 25 ਦੇ ਬਾਰੇ 'ਚ ਲੜਾਈ ਲੜ ਰਹੇ ਹੋਣ, ਉਹਨਾਂ ਦੇ ਆਪਣੇ ਪ੍ਰਚਾਰਕ ਜਿਹੜੇ ਇਹ ਗੱਲ ਕਹਿਣਗੇ ਵੀ ਸਿੱਖ ਤੇ ਧਰਮ ਹੀ ਕੋਈ ਨਹੀਂ ਹੈ, ਜਿਲੇ ਉਹ ਆਪਣੇ ਸਾਰੇ ਮਿਲ ਕੇ ਨਾਨਕਸ਼ਾਹੀ ਕੈਲੰਡਰ ਦੀ ਗੱਲ ਕਰ ਰਹੇ ਹੋਣ ਕਿ ਇਹ ਨਾਨਕਸ਼ਾਹੀ ਕੈਲੰਡਰ ਸਾਨੂੰ ਸਿੱਖਾਂ ਦੇ ਵੱਖਰੀ ਧਾਰਮਿਕ ਪਛਾਣ ਵਾਸਤੇ ਜ਼ਰੂਰੀ ਹੈ, ਤੇ ਉਸੇ ਕਾਲਜ ਦਾ ਪ੍ਰਚਾਰਕ ਕਹਿ ਰਿਹਾ ਹੋਵੇ ਕਿ ਸਿੱਖ ਧਰਮ ਤੇ ਕੋਈ ਧਰਮ ਹੀ ਨਹੀਂ ਹੈ। ਇਹ ਫਰਾਡ ਨਹੀਂ ਦੇਖੀ ਹੈ, ਇਹ ਕਿਸੇ ਏਜੰਸੀ ਦਾ ਕੰਮ ਹੈ, ਇਹ ਕਿਸੇ ਏਜੰਸੀ ਦਾ ਕੰਮ ਨਹੀਂ ਹੈ, ਇਹ ਖੁਦ ਏਜੰਸੀ ਬਣ ਚੁੱਕੇ ਨੇ, ਇਹ ਖੁਦ ਏਜੰਸੀ ਬਣ ਚੁੱਕੇ ਨੇ ਜਿਹੜੀ ਕਿ ਸਫੀਸ਼ੀਐਂਟ ਹੈ ਸਿੱਖੀ ਨੂੰ ਖਰਾਬ ਕਰਨ ਵਾਸਤੇ। ਕਿਸੇ ਨੂੰ ਕੀ ਲੋੜ ਪਈ ਹੈ? ਜਦ ਸਿੱਖ ਆਪ ਹੀ ਕਹਿੰਦੇ ਨੇ ਕਿ ਅਸੀਂ ਕੋਈ ਧਰਮ ਹੀ ਨਹੀਂ ਆ, ਤੇ ਕਿਸੇ ਨੂੰ ਕੀ ਲੋੜ ਪਈ ਹੈ ਜ਼ਿਆਦਾ ਕਹਿਣ ਦੀ ਕਿ ਤੁਸੀਂ ਧਰਮ ਨਹੀਂ ਹੋ? ਇਹ ਆਪਣਾ ਕੰਮ ਤੇ ਆਪ ਕਰ ਰਹੇ ਨੇ, ਇਹ ਆਪਣੇ ਬੇੜੇ ਤੇ ਆਪ ਗੰਦ ਪਾ ਰਹੇ ਨੇ। ਕਦੇ ਤੁਸੀਂ ਅੱਜ ਤੋਂ 15-20 ਸਾਲ ਪਹਿਲਾਂ ਇਹ ਤਵੱਕੋ ਕੀਤੀ ਸੀ ਕਿ ਕੋਈ ਸਿੱਖ ਉੱਠ ਕੇ ਕਹੇਗਾ ਕਿ ਗੁਰੂ ਗ੍ਰੰਥ ਸਾਹਿਬ ਗੁਰੂ ਨਹੀਂ ਹੈ? ਇਹ ਕੌਣ ਕਹਿ ਰਿਹਾ? ਕੋਈ ਇੱਕ ਡੇਰੇਦਾਰ ਦਾ ਨਾਮ ਦੱਸੋ ਜਿਹੜਾ ਇਹ ਕਹਿ ਰਿਹਾ ਹੋਏ। ਕਿਸੇ ਐਕਸੈਪਸ਼ਨਲ ਹੋਏ, ਐਕਸੈਪਸ਼ਨਲ ਜਨਰਲਾਈਜੇਸ਼ਨ ਨਹੀਂ ਹੁੰਦੀ, ਲੇਕਿਨ ਇੱਥੇ ਤੇ ਅੰਦਰ ਖਾਤੇ ਪੂਰੀ ਪਲੈਨਿੰਗ ਚੱਲ ਰਹੀ ਹੈ ਕਾਲਜਾਂ ਦੀ। ਇੱਕ ਕਾਲਜ ਦੀ ਤੇ ਸਪੈਸੀਫਿਕ ਪਲੈਨਿੰਗ ਸੀਗੀ ਇਹ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਦੀ ਪਦਵੀ ਤੋਂ ਥੱਲੇ ਉਤਾਰਨਾ, ਇਹਨੂੰ ਗੁਰੂ ਨਹੀਂ ਰਹਿਣ ਦੇਣਾ, ਔਰ ਗੁਰੂ ਸਾਹਿਬਾਨ ਨੂੰ ਗੁਰੂ ਨਹੀਂ ਕਹਿਣਾ। ਮੈਂ ਖੁਦ ਇੱਕ ਪ੍ਰਚਾਰਕ ਨੂੰ ਸੁਣਿਆ ਬੱਚਿਆਂ ਦੀ ਕਲਾਸ ਵਿੱਚ ਪੜ੍ਹਾਉਂਦੇ, ਮੈਂ ਨਾਂ ਨਹੀਂ ਹੁਣ ਲੈਣਾ ਚਾਹੁੰਦਾ, ਕਿ ਉਹ ਇਹ ਕਹਿ ਰਿਹਾ ਬੱਚਿਆਂ ਨੂੰ ਜਵਾਬ ਦਿੰਦੇ ਕਿ ਗੁਰੂ ਇੱਕ ਹੁੰਦਾ, 10 ਕਿਸ ਤਰ੍ਹਾਂ ਹੋ ਗਏ? ਮੈਂ ਬੇਨਤੀ ਕਰਾਂਗਾ ਰਜਿੰਦਰ ਸਿੰਘ ਜੀ ਅੱਗੇ ਕਿ ਇਹ ਮੇਰੇ ਤੋਂ ਜ਼ਿਆਦਾ ਉਹਨਾਂ ਲੋਕਾਂ ਨੂੰ ਜਾਣਦੇ, ਮੇਰੇ ਤੋਂ ਜ਼ਿਆਦਾ ਉਹਨਾਂ ਲੋਕਾਂ ਨਾਲ ਵਿਚਰੇ ਨੇ, ਔਰ ਮੈਂ ਉਹਨਾਂ ਨਾਲ ਦੂਰੀ ਬਣਾਉਣਾ ਮੇਰਾ ਹੀ ਕਾਰਨ ਰਿਹਾ ਉਹਨਾਂ ਨਾਲ ਦੂਰੀ ਬਣਾਉਣ ਦਾ, ਕਿਉਂਕਿ ਮੈਂ ਦੇਖਿਆ ਕਿ ਉਹ ਪੋਇਜ਼ਨਸ ਨੇ ਇਸ ਮਾਮਲੇ ਵਿੱਚ, ਉਹ ਜ਼ਹਿਰ ਫੈਲਾ ਰਹੇ। ਕੋਈ ਵੀ ਐਸੀ ਏਜੰਸੀ ਜਿਹੜੀ ਉਹ ਆ ਕੇ ਸਿੱਖਾਂ ਨੂੰ ਨਹੀਂ ਸਮਝਾ ਸਕਦੀ ਕਿ ਤੁਸੀਂ ਗੁਰੂ ਨੂੰ ਗੁਰੂ ਗ੍ਰੰਥ ਸਾਹਿਬ ਨਹੀਂ ਕਹਿਣਾ, ਕੋਈ ਜੁਰਤ ਹੀ ਨਹੀਂ ਕਰ ਸਕਦੀ, ਲੇਕਿਨ ਇਹ ਲੋਕ ਜੁਰਤ ਕਰਦੇ ਨੇ। ਉਹਨੇ ਕੀ ਕੀਤਾ ਸੀ? ਸਿਰਸਾ ਵਾਲੇ ਨੇ ਇੱਕ ਬਾਣਾ ਹੀ ਪਾਇਆ ਸੀ ਨਾ, ਤੇ ਤੂਫਾਨ ਮਚਾ ਰਿਹਾ ਸੀ, ਤੂਫਾਨ ਮਚ ਗਿਆ, ਲੇਕਿਨ ਅੱਜ ਸਾਹਮਣੇ ਬੈਠ ਕੇ ਬੇਹਯਾਈ ਦੇ ਨਾਲ ਕਿਹਾ ਜਾਂਦਾ ਕਿ ਗੁਰੂ ਗ੍ਰੰਥ ਸਾਹਿਬ ਗੁਰੂ ਨਹੀਂ ਹੈ, ਗੁਰੂ ਸਾਹਿਬਾਨ ਗੁਰੂ ਨਹੀਂ ਹੈ। ਉਸ ਲਈ ਕੋਈ ਨਹੀਂ ਬੋਲਦਾ। ਕਿਉਂ ਨਹੀਂ ਬੋਲਦਾ? ਕਿਉਂਕਿ ਇਹ ਛੂਟ ਲੈ ਰਹੇ ਨੇ। ਇਹੀ ਗੱਲ ਕੋਈ ਗੈਰ ਸਿੱਖ ਕਹਿ ਜਾਏ ਤੇ ਤੂਫਾਨ ਮਚ ਜਾਏ, ਇਹ ਸਿੱਖ ਹੋਣ ਦਾ ਫਾਇਦਾ ਚੁੱਕ ਰਹੇ ਨੇ, ਇਹ ਸਿੱਖ ਹੋਣ ਦਾ ਫਾਇਦਾ ਚੁੱਕ ਕੇ ਗੱਲਾਂ ਸਾਡੇ ਨਵੀਂ ਜਨਰੇਸ਼ਨ ਨੂੰ ਸਿਖਾ ਰਹੇ ਨੇ। ਸੋ ਜਿੰਨਾ ਨੁਕਸਾਨ ਇਹ ਕਰ ਰਹੇ ਨੇ ਨਾ, ਇੰਨਾ ਨੁਕਸਾਨ ਕੋਈ ਏਜੰਸੀ ਨਹੀਂ ਕਰ ਸਕਦੀ। ਬੜੀਆਂ ਏਜੰਸੀਆਂ ਹੋਈਆਂ, ਅਬਦਾਲੀ ਵਾਸ ਆਲਸੋ ਐਨ ਏਜੰਸੀ, ਮੰਨੂ ਵੀ ਇੱਕ ਏਜੰਸੀ ਸੀ, ਮੁਗਲ ਵੀ ਏਜੰਸੀ ਸੀ, ਲੇਕਿਨ ਨਹੀਂ ਕਰ ਸਕੇ ਉਹ ਏਦਾਂ। ਲੇਕਿਨ ਉਹ ਬਾਹਰ ਦੀ ਏਜੰਸੀਆਂ ਸੀ, ਇਹ ਅੰਦਰ ਦੀਆਂ ਏਜੰਸੀਆਂ, ਇਹ ਅੰਦਰ ਦੀਆਂ ਏਜੰਸੀਆਂ ਜਿਹੜੀਆਂ ਨਾ, ਇਹ ਸਿੱਖੀ ਦੇ ਵੇੜੇ ਵਿੱਚ ਜ਼ਿਆਦਾ ਜਿਹੜੀ ਪ੍ਰੋਬਲਮੈਟਿਕ ਚੀਜ਼ਾਂ ਖੜੀਆਂ ਕਰ ਰਹੀਆਂ, ਜ਼ਿਆਦਾ ਉਹਨੂੰ ਕਰ ਰਹੀਆਂ। ਹੁਣ ਅਸੀਂ ਇੱਕੋ ਓਂਕਾਰ ਦੇ ਪ੍ਰੋਗਰਾਮ ਕੀਤਾ, ਤੇ ਪਹਿਲੇ ਤੇ ਇਹ ਸੀ ਵੀ ਇਹਨੂੰ ਇੱਕੋ ਕਹਿਣਾ, ਹੁਣ ਕਹਿ ਰਹੇ ਨੇ ਕਿ ਇੱਕ ਸੀਗਾ ਊੜਾ ਕੋਈ ਹੋਰ ਲਾ ਗਿਆ। ਇਹ ਕੌਣ ਕਹਿ ਰਿਹਾ? ਇਹ ਕੋਈ ਏਜੰਸੀ ਕਹਿ ਰਹੀ ਹੈ? ਇਹ ਉਹ ਲੋਕ ਕਹਿ ਰਹੇ ਨੇ ਕਿ ਜਿਨ੍ਹਾਂ ਨੂੰ ਸ਼ੁਰੂ ਤੋਂ ਅਸੀਂ ਇਹ ਕਿਹਾ ਕਿ ਨਹੀਂ, ਇਹ ਗੱਲਾਂ ਤੇ ਕੁਝ ਚੰਗੀਆਂ ਕਰਦੇ ਨੇ, ਸਾਡੇ ਪ੍ਰਚਾਰਕ ਕਹਿੰਦੇ ਰਹੇ, ਸਾਡੇ ਬੁਲਾਰੇ ਆ ਕੇ ਆਪਣੇ ਚੈਨਲਸ, ਡਿਫਰੈਂਟ ਚੈਨਲਸ ਦੇ ਪ੍ਰੋਗਰਾਮ ਤੇ ਗੱਲਾਂ ਦਗਲੀਆਂ ਦੀਆਂ ਗੱਲਾਂ ਕਰਦੇ ਨੇ ਕਿ ਥੋੜੀ ਜਿਹੀ ਠੀਕ ਕਰ ਲਈ, ਥੋੜੀ ਜਿਹੀ ਇੱਧਰ ਦੀ ਕਰ ਲਈ। ਅੱਜ ਤੁਸੀਂ ਦੇਖ ਲਓ ਕੀ ਹੋ ਰਿਹਾ। ਸੋ ਇਹ ਏਜੰਸੀਆਂ ਦਾ ਕੰਮ ਨਹੀਂ ਹੈ, ਇਹ ਕੰਮ ਹੁਣ ਸਿੱਖਾਂ ਦਾ ਆਪਣਾ। ਇਹ ਆਪਣੇ ਆਪ ਨੂੰ ਆਪ ਖਤਮ ਕਰਨ ਦੀ ਯੋਗਤਾ ਰੱਖਦੇ ਨੇ ਇਹ ਗੱਲਾਂ ਕਰਕੇ। ਲੇਕਿਨ ਖੈਰ ਐਸੀ ਗੱਲ ਨਹੀਂ ਹੈ, ਐਸੀ ਗੱਲ ਨਹੀਂ ਹੈ। ਇਹ ਜ਼ੋਰ ਲਾ ਲੈਣ, ਜਿੰਨਾ ਜ਼ੋਰ ਲਾਣਾ ਲਾ ਲੈਣ,
ਔਰ ਸਾਨੂੰ ਗੁਰੂ ਤੇ ਭਰੋਸਾ ਹੈ, ਗੁਰੂ ਦੇ ਸਿੱਖਾਂ ਤੇ ਭਰੋਸਾ ਹੈ ਕਿ ਲੋਕ ਜ਼ਿਆਦਾ ਦੇਰ ਇਹਨਾਂ ਗੱਲਾਂ ਨੂੰ ਬਰਦਾਸ਼ਤ ਨਹੀਂ ਕਰਨਗੇ, ਸਮਝਣ ਲੱਗ ਪਏ ਨਾ, ਔਰ ਇਹਨਾਂ ਨੂੰ ਡਿਸਕਾਰਡ ਕਰ ਦੇਣਗੇ, ਨਜ਼ਰ ਅੰਦਾਜ਼ ਕਰ ਦੇਣਗੇ। ਸਰ ਮੈਂ ਹੁਣ ਆਪਾਂ ਪ੍ਰੋਗਰਾਮ ਦੀ ਸਮਾਪਤੀ ਵੱਲ ਆਉਂਦੇ। ਆਖਰੀ ਸਵਾਲ, ਸਾਂਝਾ ਸਵਾਲ ਮੈਂ ਦੋਵਾਂ ਨੂੰ ਪੁੱਛਾਂਗਾ, 2-2 3-3 ਮਿੰਟ ਦੇ ਵਿੱਚ ਤੁਸੀਂ ਜਵਾਬ ਦੇਣਾ ਕਿ ਜਿਵੇਂ ਇੱਕ ਪੰਥ ਪ੍ਰਵਾਨਿਤ ਰਹਿਤ ਮਰਿਆਦਾ ਸਰਦਾਰ ਰਜਿੰਦਰ ਸਿੰਘ ਜੀ, ਆਪਾਂ ਕੱਲ ਦੀ ਡਿਸਕਸ਼ਨ ਦੇ ਵਿੱਚ ਵੀ ਉਹਦੇ ਬਾਰੇ ਆਪਾਂ ਰਹਿਤ ਮਰਿਆਦਾ ਦੇ ਉੱਪਰ ਗੱਲ ਕੀਤੀ ਸੀ। ਮੈਂ ਇੱਕ ਗੱਲ ਐਗਜ਼ਾਮਪਲ ਦੇ ਨਾਲ ਗੱਲ ਕਰਦਾ ਕਿ ਕੋਈ ਬੰਦਾ ਜਿਹੜਾ ਇਹ ਐਲਾਨੀਆ ਤੌਰ ਤੇ ਕਵੇ ਕਿ ਮੈਂ ਤਾਂ ਕਨਸਟੀਟਿਊਸ਼ਨ ਨੂੰ ਜਾਂ ਸੰਵਿਧਾਨ ਨੂੰ ਨਹੀਂ ਮੰਨਦਾ, ਲੇਕਿਨ ਉਹ ਕੋਈ ਐਸਾ ਸਮਾਂ ਆਵੇ ਆਪਣੀ ਸ਼ਿਕਾਇਤ ਲੈ ਕੇ ਜੱਜ ਦੇ ਕੋਲ ਪਹੁੰਚ ਜਾਏ ਕਿ ਮੈਨੂੰ ਆਹ ਤਕਲੀਫ ਆ, ਤਾਂ ਜੱਜ ਦਾ ਫਰਜ਼ ਨਹੀਂ ਬਣਦਾ ਕਿ ਉਹਨੂੰ ਪੁੱਛੇ ਕਿ ਤੂੰ ਤਾਂ ਸੰਵਿਧਾਨ ਨੂੰ ਮੰਨਦਾ ਹੀ ਨਹੀਂ, ਫਿਰ ਕਿਸ ਸੰਵਿਧਾਨ ਦੇ ਤਹਿਤ ਤੂੰ ਇਹ ਐਪਲੀਕੇਸ਼ਨ ਲੈ ਕੇ ਮੇਰੇ ਕੋਲ ਆਇਆ, ਆਪਣੀ ਸ਼ਿਕਾਇਤ ਲੈ ਕੇ ਆਇਆ? ਪਹਿਲਾਂ ਸੰਵਿਧਾਨ ਨੂੰ ਮੰਨ, ਫਿਰ ਤੂੰ ਐਲੀਜੀਬਲ ਹੋਏਗਾ ਕਿ ਸਾਡੇ ਸਾਹਮਣੇ ਆਪਣੇ ਕੇਸ ਨੂੰ ਪ੍ਰੈਜ਼ੈਂਟ ਕਰੇ। ਇਹੀ ਗੱਲ ਆ ਕਿ ਸਾਡੇ ਡੇਰੇਦਾਰ ਨੇ ਜਾਂ ਜਿਹੜੀਆਂ ਮਿਸ਼ਨਰੀ ਧਿਰਾਂ ਨੇ ਸਾਰਾ ਕੁਝ, ਆਪਾਂ ਸਾਂਝੀ ਗੱਲ ਕਰਦੇ ਆ, ਚਲੋ ਮਿਸ਼ਨਰੀ ਧਿਰਾਂ ਰਹਿਤ ਮਰਿਆਦਾ ਨੂੰ ਮੰਨਦੀਆਂ ਨੇ ਤੇ ਜਿਹੜੇ ਡੇਰੇਦਾਰ ਨੇ ਉਹ ਨਹੀਂ ਮੰਨਦੇ, ਲੇਕਿਨ ਜਥੇਦਾਰ ਅਕਾਲ ਤਖਤ ਸਾਹਿਬ ਇਹਨਾਂ ਡੇਰਿਆਂ ਤੇ ਜਾਂਦੇ ਵੀ ਨੇ। ਹੁਣ ਜਦੋਂ ਸ਼ਿਕਾਇਤਾਂ ਹੁੰਦੀਆਂ ਨੇ, ਕੋਈ ਮਸਲਾ ਹੁੰਦਾ ਤਾਂ ਇਹ ਡੇਰੇਦਾਰ ਜਥੇਦਾਰ ਅਕਾਲ ਤਖਤ ਕੋਲ ਵੀ ਜਾਂਦੇ ਨੇ, ਤਾਂ ਕੀ ਜਥੇਦਾਰ ਅਕਾਲ ਤਖਤ ਸਾਹਿਬ ਦਾ ਇੱਕ ਫਰਜ਼ ਨਹੀਂ ਬਣਦਾ ਕਿ ਉਹਨਾਂ ਲੋਕਾਂ ਨੂੰ ਪਹਿਲਾਂ ਕਿਹਾ ਜਾਵੇ ਕਿ ਤੁਸੀਂ ਸਿੱਖ ਰਹਿਤ ਮਰਿਆਦਾ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਮੋਹਰ ਹੇਠਾਂ ਪੰਥ ਨੇ ਪ੍ਰਵਾਨ ਕੀਤੀ ਹੈ ਉਹਨੂੰ ਪਹਿਲਾਂ ਮੰਨੋ, ਫਿਰ ਤੁਸੀਂ ਕੋਈ ਅਕਾਲ ਤਖਤ ਸਾਹਿਬ ਤੇ ਆਪਣੀ ਸ਼ਿਕਾਇਤ ਜਾਂ ਕੋਈ ਗਿਲਵਾ ਸ਼ਿਕਵਾ ਰੱਖਣ ਦੇ ਕਾਬਿਲ ਹੋ ਸਕਦੇ ਹੋ। ਸਰਦਾਰ ਰਜਿੰਦਰ ਸਿੰਘ ਜੀ ਪਹਿਲਾਂ ਤੁਸੀਂ ਜਵਾਬ ਦਿਓ 2-3 ਮਿੰਟ ਦੇ ਵਿੱਚ, ਫਿਰ ਆਪਾਂ ਜੰਮੂ ਜੀ ਤੋਂ ਇਸੇ ਗੱਲ ਦਾ ਜਵਾਬ ਲਵਾਂਗੇ। ਦੇਖੋ ਗੱਲ ਇਹ ਹੈ ਜਸਪਾਲ ਸਿੰਘ ਜੀ ਕਿ ਇਹਦੇ ਗੱਲ ਦੇ ਵਿੱਚ ਕੋਈ ਸ਼ੱਕ ਹੀ ਨਹੀਂ ਕਿ ਜਿਹੜਾ ਕਾਨੂੰਨ ਨੂੰ ਮੰਨਦਾ ਹੀ ਨਹੀਂ ਜੀ ਉਹਨੂੰ ਜੱਜ ਕੋਲ ਜਾਣ ਦਾ ਅਧਿਕਾਰ ਕੋਈ ਨਹੀਂ, ਲੇਕਿਨ ਇਹ ਅਧਿਕਾਰ ਵੀ ਦਿੱਤਾ ਹੋਇਆ ਔਰ ਇਹ ਵੀ ਸਹੀ ਹੈ ਕਿ ਕਾਨੂੰਨ ਨਹੀਂ ਮੰਨਦੇ। ਪੰਥਕ ਲੈਵਲ ਦੇ ਉੱਤੇ ਐਸਾ ਕੋਈ ਸਿਸਟਮ ਨਹੀਂ ਬਣਾਇਆ ਗਿਆ ਕਿ ਕਿੰਨੂੰ ਪੰਥਕ ਜਥੇਬੰਦੀ ਅਸੀਂ ਕਹਿ ਸਕਨੇ ਆ, ਪੰਥਕ ਜਥੇਬੰਦੀ ਦੇ ਤੌਰ ਤੇ ਮਾਨਤਾ ਦੇ ਸਕਨੇ ਆ। ਉਹਦੇ ਵਾਸਤੇ ਘੱਟੋ ਘੱਟ ਜੇ ਇਹੀ ਕੰਡੀਸ਼ਨ ਬਣਾ ਦਿੱਤੀ ਜਾਂਦੀ। ਦੇਖੋ ਇੱਕ ਗੱਲ ਮੈਂ ਬੇਨਤੀ ਕਰਾਂ, ਕਈ ਚੀਜ਼ਾਂ ਦੇ ਵਿੱਚ ਮਤਭੇਦ ਹੋ ਸਕਦੇ ਨੇ ਜੀ। ਭਾਰਤ ਦਾ ਸੰਵਿਧਾਨ, ਉਹਦੇ ਵਿੱਚ ਕਈ ਮੱਦਾਂ ਦੇ ਨਾਲ ਮੈਂ ਅਸਹਿਮਤ ਹੋ ਸਕਣਾ, ਬਿਲਕੁਲ ਉਹ ਅਸਹਿਮਤੀ ਪ੍ਰਗਟ ਕਰਨ ਦਾ ਹੱਕ ਹੈ ਜੀ, ਔਰ ਅਸਹਿਮਤੀਆਂ ਹੋਈਆਂ ਨੇ ਤਾਂ ਹੀ 100 ਤੋਂ ਉੱਤੇ ਅਮੈਂਡਮੈਂਟਸ ਹੋ ਚੁੱਕੀਆਂ ਨੇ ਇੰਡੀਆ ਦੇ ਕਨਸਟੀਟਿਊਸ਼ਨ ਦੇ ਵਿੱਚ। ਇੰਡੀਆ ਦੇ ਕਨਸਟੀਟਿਊਸ਼ਨ ਅਮੈਂਡਮੈਂਟਸ ਕਿਉਂ ਕਰਨੀਆਂ ਪਈਆਂ? ਕਿਉਂਕਿ ਕੁਝ ਚੀਜ਼ਾਂ ਜਿਹੜੀਆਂ ਪ੍ਰੈਕਟੀਕਲ ਠੀਕ ਨਹੀਂ ਸੀ ਜੀ, ਲੇਕਿਨ ਉਹ ਇੱਕ ਸਿਸਟਮ ਦੇ ਨਾਲ ਉਹਨਾਂ ਨੂੰ ਜਿਹੜਾ ਹੈ ਅਮੈਂਡ ਕੀਤਾ ਗਿਆ ਜੀ। ਸਾਡੇ ਦੇ ਇੱਥੇ ਇੱਕ ਤਾਂ ਪਹਿਲੀ ਗੱਲ ਇਹ ਹੀ ਨਹੀਂ ਰਿਵਾਜ ਵੀ ਜੇ ਕੋਈ ਆਵਾਜ਼ ਉੱਠੀ ਹੈ ਤੇ ਉਹਦੇ ਬਾਰੇ ਕੋਈ ਵਿਚਾਰ ਕਰਨੀ ਹੈ। ਫਿਰ ਦੂਸਰਾ, ਇਹ ਕੋਈ ਸਿਸਟਮ ਹੀ ਨਹੀਂ ਕਿ ਕਿਹਨੂੰ ਪੰਥਕ ਜਥੇਬੰਦੀ ਮੰਨਣਾ ਕਿਹਨੂੰ ਨਹੀਂ ਮੰਨਣਾ। ਇਹ ਤਾਂ ਸਹੂਲੀਅਤ ਹੈ ਕਿ ਇਹ ਸਾਡਾ, ਇਹ ਸਾਡੇ ਵੱਲ ਦੀ ਗੱਲ ਕਰਦਾ, ਉਹਦੀ ਹਰ ਗੱਲ ਪ੍ਰਵਾਨ ਹੈ। ਮੈਂ ਹੁਣ ਕੁਝ ਬੰਦਿਆਂ ਦੀ, ਖਾਸ ਤੌਰ ਤੇ ਕਾਲਾ ਅਫਗਾਨਾ ਦੀ ਜਿਸ ਵੇਲੇ ਇਹਨਾਂ ਨੇ ਪੰਚੋ ਛੇਕਿਆ, ਕੁਝ ਬੰਦੇ ਜਿਹੜੇ ਬਿਲਕੁਲ ਗੁਰਮਤ ਸਿਧਾਂਤਾਂ ਤੋਂ ਉਲਟ ਵਾਲੇ ਬੰਦੇ ਨੇ, ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਗੁਰਗੱਦੀ ਨੂੰ ਵੀ ਚੈਲੰਜ ਕਰਨ ਵਾਲੇ ਬੰਦੇ ਨੇ, ਉਹਨਾਂ ਲੋਕਾਂ ਨੇ ਬੈਠ ਕੇ ਕੋਲ ਬੈਠ ਕੇ ਤੇ ਉਹਦੇ ਫੈਸਲੇ ਕਰਾਏ ਵੀ ਪੰਚੋ ਛੇਕਿਆ ਜਾਏ। ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਇਹਦੇ ਵਾਸਤੇ ਕੁਝ ਨੇਮ, ਕੁਝ ਸਿਸਟਮ ਬਣਾਉਣ ਦੀ ਲੋੜ ਹੈ। ਉਹ ਸਿਸਟਮ ਤਾਂ ਹੀ ਬਣ ਸਕੇਗਾ ਜੇ ਜਿਹਨੂੰ ਅਸੀਂ ਜਥੇਦਾਰ ਕਹਿ ਰਹੇ ਹਾਂ ਉਹ ਵੀ ਕੌਮ ਵੱਲੋਂ ਥਾਪਿਆ ਜਾਏਗਾ। ਤੇ ਜੇ ਇੱਕ ਬੰਦੇ ਦੀ ਜੇਬ ਚੋਂ ਨਿਕਲੇਗਾ, ਉਹਦਾ ਅਪਾਇੰਟੀ ਹੋਏਗਾ, ਉਹਦਾ ਮੁਲਾਜ਼ਮ ਹੋਏਗਾ, ਫਿਰ ਤੇ ਉਹਦੇ ਮੁਤਾਬਕ ਹੀ ਕੰਮ ਕਰੇਗਾ, ਫਿਰ ਕੋਈ ਸੰਵਿਧਾਨਿਕ ਸਿਸਟਮ ਨਹੀਂ ਬਣ ਸਕਦਾ ਜੀ। ਇਹ ਗੱਲ ਚੱਲਦਿਆਂ ਅੱਜ 20 ਸਾਲ ਤੋਂ ਉੱਤੇ ਹੋ ਗਏ ਨੇ ਕਿ ਅਕਾਲ ਤਖਤ ਦੇ ਜਥੇਦਾਰ ਦੇ ਇੱਕ ਨੇਮ ਬਣਾਉਣੇ ਚਾਹੀਦੇ ਨੇ ਵੀ ਉਹ ਕਿਵੇਂ ਬਣੇ ਤੇ ਕਿਵੇਂ ਲਾਇਆ ਜਾਵੇ ਤੇ ਕੀ ਉਹਦੀਆਂ ਡਿਊਟੀਆਂ ਹੋਣ ਤੇ ਕੀ ਉਹਦੇ ਰਾਈਟਸ ਹੋਣ। ਅੱਜ ਤੱਕ ਕੁਝ ਵੀ ਨਹੀਂ ਹੋਇਆ। ਸਾਡਾ ਤਾਂ ਕੰਮ ਹੈ ਵੀ ਆਪਣੇ ਹੱਥ 'ਚ ਬਟੇਰਾ ਆਇਆ ਹੋਇਆ, ਆਪਣੇ ਪੈਰ ਥੱਲੇ ਬਟੇਰਾ ਦਬੀ ਰੱਖੋ ਜਿੰਨਾ ਚਿਰ ਦੱਬਿਆ ਜਾਂਦਾ, ਉਹ ਵਾਲਾ ਸਿਸਟਮ ਚੱਲ ਰਿਹਾ। ਇੱਕ ਜਿਹੜੀ ਹੁਣੇ ਮੈਂ ਜ਼ਰੂਰ ਉਹਦੇ ਬਾਰੇ ਗੱਲ ਕਰਨਾ ਚਾਹਾਂਗਾ, ਕੁਝ ਬੰਦੇ ਜਿਸ ਵੇਲੇ ਠੀਕ ਗੱਲ ਕਰਦੇ ਨੇ ਤੇ ਉਹਨੂੰ ਇਹ ਨਹੀਂ ਵੀ ਉਸ ਵੇਲੇ ਕਿਹਾ ਜਾਵੇ ਵੀ ਇਹ ਗਲਤ ਹੈ, ਉਹ ਪਤਾ ਆਉਣ ਤੇ ਜਦੋਂ ਗਲਤ ਗੱਲ ਕਰੇਗਾ ਉਦੋਂ ਹੀ ਪਤਾ ਲੱਗੇਗਾ ਵੀ ਗਲਤ ਗੱਲ ਕਰਦਾ ਹੈ। ਮਿਸ਼ਨਰੀ ਲਹਿਰ ਦੇ ਵਿੱਚ ਵੀ ਕੁਝ ਐਸੇ ਬੰਦੇ ਜਿਹੜੇ ਪਹਿਲਾਂ ਬੜੀਆਂ ਚੰਗੀਆਂ ਗੱਲਾਂ ਕਰਦੇ ਰਹੇ ਜੀ, ਅੱਜ ਉਹ ਬਹੁਤ ਅੱਗੇ ਲੰਘ ਗਏ। ਮੈਂ ਕਹਾਂਗਾ ਗੁਰੂ ਸਾਹਿਬ ਤੋਂ ਵੀ ਅੱਗੇ ਲੰਘ ਗਏ ਨੇ। ਲੇਕਿਨ ਕਿੰਨੇ ਬੰਦੇ ਨੇ ਜਿਹੜੇ ਕਹਿ ਰਹੇ ਨੇ ਕਿ ਗੁਰੂ ਨਹੀਂ ਕਹਿਣਾ ਗੁਰੂ ਨਾਨਕ ਸਾਹਿਬ ਨੂੰ ਜਾਂ ਗੁਰੂ ਸਾਹਿਬਾਨ ਨੂੰ। ਕਿੰਨੇ ਬੰਦੇ ਨੇ ਜਿਹੜੇ ਇੱਕੋ ਓੰਕਾਰ ਵਾਲੀ ਗੱਲ ਜਿਹੜੇ ਕਹਿੰਦੇ ਨੇ ਇੱਕੋ ਇੱਕ ਅੱਧਾ ਬੰਦਾ ਜਾਂ ਉਹਨੂੰ ਫੋਲੋ ਕਰਨ ਵਾਲੇ 2-4 ਬੰਦੇ, ਉਹਦੇ ਵਾਸਤੇ ਪੂਰੇ ਸਿਸਟਮ ਨੂੰ ਚੈਲੰਜ ਕਰਨਾ ਸ਼ੁਰੂ ਕਰ ਦੇਣਾ ਉਹਨਾਂ ਦਾ ਨਾਂ ਲੈ ਕੇ। ਇਹ ਤਾਂ ਮੈਨੂੰ ਸਮਝ ਨਹੀਂ ਲੱਗੀ। ਉਹ ਬੰਦੇ ਜਦੋਂ ਠੀਕ ਗੱਲਾਂ ਕਰਦੇ ਸਨ, ਮੈਂ ਆਪ ਕਹਿੰਦਾ
ਅਸੀਂ ਉਹਦੀ ਪ੍ਰੋੜਤਾ ਕਰਦੇ ਸਾਂ। ਅੱਜ ਉਹ ਗਲਤ ਕਹਿ ਰਹੇ ਨੇ ਤੇ ਅਸੀਂ ਡਟ ਕੇ ਵਿਰੋਧ ਕਰਦੇ ਹਾਂ ਵੀ ਬਿਲਕੁਲ ਗਲਤ ਗੱਲ ਹੋ ਰਹੀ ਹੈ, ਅਸੀਂ ਬਿਲਕੁਲ ਨਹੀਂ ਇਸ ਗੱਲ ਨੂੰ ਮੰਨਦੇ ਔਰ ਆਪਣਾ ਵਿਚਾਰ ਜਿਹੜਾ ਹੈ ਉਹ ਸੰਗਤ ਅੱਗੇ ਰੱਖੀਦਾ ਜਾਂ ਗਲਤ ਗੱਲ ਜਿਹੜੀ ਹੈ ਕੀਤੀ ਜਾ ਰਹੀ ਹੈ। ਲੇਕਿਨ ਇੱਕ ਸਿਸਟਮ ਨੂੰ ਉਹਦੇ ਵਾਸਤੇ ਚੈਲੰਜ ਕਰ ਦੇਣਾ ਕਿ ਇੱਕ ਬੰਦੇ ਨੇ ਆ ਗਲਤ ਗੱਲ ਕਰ ਦਿੱਤੀ ਹੈ ਤੇ ਉਹ ਸਿਸਟਮ ਖਰਾਬ ਹੋ ਗਿਆ, ਤੁਸੀਂ ਉਹਦੇ ਨਾਲ ਕਿਵੇਂ ਕੰਪੇਅਰ ਕਰ ਸਕਦੇ ਹੋ? ਜਿੱਥੇ ਅਸੀਂ ਕਹਿ ਰਹੇ ਹਾਂ ਨਾ ਕਿ ਉਹ ਤਾਂ ਕਦੀ ਗੁਰੂ ਨੂੰ ਚੈਲੰਜ ਨਹੀਂ ਕਰਦੇ, ਉਹ ਗੁਰੂ ਨੂੰ ਚੈਲੰਜ ਨਹੀਂ ਕਰਦੇ, ਗੁਰੂ ਬਣ ਕੇ ਬਹਿ ਜਾਂਦੇ ਨੇ। ਜਦੋਂ ਉਹ ਸਥਾਪਿਤ ਹੋ ਜਾਂਦੇ ਨੇ, ਆ ਬਿਆਸਾ ਵਾਲੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦੇ ਸਨ, ਜਿਸ ਵੇਲੇ ਉਹਨਾਂ ਵੇਖਿਆ ਕਿ ਅਸੀਂ ਆਪ ਹੁਣ ਸਥਾਪਿਤ ਹੋ ਗਏ ਹਾਂ, ਗੁਰੂ ਗ੍ਰੰਥ ਸਾਹਿਬ ਨੂੰ ਪਾਸੇ ਕਰਕੇ ਗੁਰੂ ਬਣ ਕੇ ਬਹਿ ਗਏ। ਆ ਨਿਰੰਕਾਰੀ ਜਿਹੜੇ ਨੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦੇ ਸਨ, ਉਹਨਾਂ ਵੇਖਿਆ ਹੁਣ ਅਸੀਂ ਸਥਾਪਿਤ ਹੋ ਗਏ, ਉਹਨਾਂ ਪਾਸੇ ਕਰ ਦਿੱਤਾ, ਗੁਰੂ ਬਣ ਕੇ ਬਹਿ ਗਏ। ਸਾਰਿਆਂ ਦੀਆਂ ਕਹਾਣੀਆਂ ਇੱਥੋਂ ਨਿਕਲੀਆਂ ਨੇ। ਇੱਕ ਮਿੰਟ ਦੇ ਵਿੱਚ ਗੱਲ ਖਤਮ ਕਰੋ ਸਟੇਜ ਦੇ ਉੱਤੇ ਜਾ ਕੇ ਉਹ ਕਿੰਨੀ ਪ੍ਰਵਾਨ ਨਾ, ਮੇਰੀ ਗੱਲ ਖਤਮ ਹੈ ਜੀ, ਵੀ ਉਹ ਸਟੇਜ ਹੈ ਕਿ ਕਿੰਨੀ ਦੇਰ ਚ ਕਿੰਨੀ ਪ੍ਰਵਾਨਤਾ ਲੈ ਗਿਆ ਜੀ। ਇਹ ਕਹਿਣਾ ਕਿ ਉਹ ਗੁਰੂ ਕਹੀ ਜਾਂਦੇ ਨੇ, ਉਹ ਉਹਨਾਂ ਨੂੰ ਜਿੰਨਾ ਚਿਰ ਉਹਨਾਂ ਨੂੰ ਉਹਨਾਂ ਦੀ ਦੁਕਾਨਦਾਰੀ ਦੀ ਲੋੜ ਹੈ ਉਹਨਾਂ ਚਿਰ ਗੁਰੂ ਗ੍ਰੰਥ ਸਾਹਿਬ ਦੀ ਵਰਤੋਂ ਕਰਨਾ ਚਾਹੁੰਦੇ ਨੇ। ਗੁਰੂ ਗ੍ਰੰਥ ਸਾਹਿਬ ਪ੍ਰਤੀ ਉਹਨਾਂ ਦਾ ਸਤਿਕਾਰ ਕਿੰਨਾ ਹੈ ਉਹ ਵੀ ਜਾਣਦੇ ਨੇ, ਅਸੀਂ ਵੀ ਜਾਣਦੇ ਹਾਂ, ਹਰਦੇਵ ਸਿੰਘ ਜੰਮੂ ਜੀ ਵੀ ਜਾਣਦੇ ਨੇ, ਤੇ ਦੂਜਿਆਂ ਵਿੱਚ ਕਿੰਨਾ ਉਹ ਵੀ ਜਾਣਦੇ ਨੇ। ਲੇਕਿਨ ਇੱਕ ਬੰਦੇ ਜਾਂ ਇੱਕ ਉਹਦੇ 4 ਚੇਲਿਆਂ ਦੇ ਉੱਤੇ ਇੱਕ ਫੈਸਲਾ ਕਰ ਦੇਣਾ ਕਿ ਉਹ ਸਾਰਾ ਹੀ ਸਿਸਟਮ ਗਲਤ ਹੋ ਗਿਆ, ਉਹ ਮੈਨੂੰ ਸਮਝ ਲੱਗੀ। ਹਰਦੇਵ ਜੀ, ਤੁਹਾਡੇ ਕੋਲ ਵੀ ਸਮਾਂ ਆਪਾਂ ਨਾ ਲਿਮਟਿਡ ਆ, ਆਊਟ ਆਫ ਟਾਈਮ ਹੁਣ ਜਾ ਰਹੇ ਆ ਆਪਾਂ, ਤਾਂ ਤੁਹਾਡੇ ਕੋਲ 2 ਸਵਾਲ ਨੇ। ਇੱਕ ਤਾਂ ਰਹਿਤ ਮਰਿਆਦਾ ਬਾਰੇ ਗੱਲ ਸੀ, ਇੱਕ ਸਰਦਾਰ ਰਜਿੰਦਰ ਸਿੰਘ ਦੀ ਟਿੱਪਣੀ ਉੱਪਰ ਜੇ ਤੁਸੀਂ ਕੋਈ ਗੱਲ ਕਰਨੀ ਹੈ ਤਾਂ ਤੁਸੀਂ ਉਹ ਵੀ ਕਹਿ ਸਕਦੇ। ਹਰਦੇਵ ਜੀ ਦੇਖੋ, ਜਿੱਥੋਂ ਤੱਕ ਤੁਸੀਂ ਪਹਿਲੇ ਮੈਂ ਰਜਿੰਦਰ ਸਿੰਘ ਜੀ ਦੀ ਗੱਲ ਦਾ ਜਵਾਬ ਦੇ ਦੇਣਾ, ਰਹਿਤ ਮਰਿਆਦਾ ਦੇ ਬਾਅਦ ਹੀ ਜਾਣਾ ਜੀ, ਕਿ ਜਿੱਥੋਂ ਤੱਕ ਮੈਂ ਮੇਰੇ ਖਿਆਲ ਇਹ ਸ਼ਬਦ ਵਰਤੇ ਨੇ, ਮੈਂ ਇਹ ਗੱਲ ਜ਼ਰੂਰ ਕਹੀ ਹੈ ਕਿ ਕੁਝ ਬੰਦੇ, ਜਿਹੜੇ ਮੈਂ ਮਿਸ਼ਨਰੀ ਕਾਲਜਾਂ ਦੀ ਗੱਲ ਕਰਨਾ ਤੇ ਉਹਦੇ ਵਿੱਚ ਮੈਂ ਗੱਲ ਕਰਨਾ ਕਿ ਕੁਝ ਕਾਲਜ ਜੀ, ਔਰ ਪਿਛਲੇ ਦਿਨਾਂ ਵਿੱਚ ਈਵਨ ਕਿ ਜਿਸ ਬੰਦੇ ਨੇ ਟੀਵੀ ਤੇ ਆ ਕੇ ਆਪਣਾ ਜੂੜਾ ਕੱਟਿਆ ਉਹ ਵੀ ਮਿਸ਼ਨਰੀ ਕਾਲਜ ਦਾ ਪ੍ਰੋਡਕਟ ਸੀਗਾ। ਔਰ ਭਾਈ ਸਾਹਿਬ ਤੇ ਖੁਦ ਇਹ ਸਟੇਜ ਤੇ ਬਾਰ-ਬਾਰ ਆ ਕੇ ਕਹਿ ਰਹੇ ਨੇ ਕਿ ਮੈਂ ਜੋ ਕੁਝ ਅੱਜ ਕਹਿ ਰਿਹਾ ਉਹ ਮਿਸ਼ਨਰੀ ਕਾਲਜ ਹੀ ਕਹਿੰਦੇ ਨੇ, ਮੈਂ ਉਹੀ ਕਹਿ ਰਿਹਾ। ਮਿਸ਼ਨਰੀ ਕਾਲਜਾਂ ਵੱਲੋਂ ਉਹਨਾਂ ਨੇ ਕਹੀ ਹੈ, ਉਹਨਾਂ ਪ੍ਰਚਾਰਕਾਂ ਵੱਲੋਂ ਅਜੇ ਤੱਕ ਜਵਾਬ ਨਹੀਂ ਆਇਆ ਇਸ ਗੱਲ ਦਾ ਕਿ ਬਈ ਇਹ ਗਲਤ ਕਹਿ ਰਹੇ ਨੇ, ਅਸੀਂ ਇਹ ਗੱਲਾਂ ਨਹੀਂ ਕਹਿੰਦੇ, ਅਸੀਂ ਨਾਲੋਂ ਵੱਖਰੇ ਹਾਂ। ਜਦ ਉਹ ਬੰਦਾ ਖੁਦ ਕਹਿ ਰਿਹਾ ਕਿ ਸਿੱਖ ਧਰਮ ਨਹੀਂ ਹੈ, ਔਰ ਇਹਦੇ ਉੱਪਰ ਮਿਸ਼ਨਰੀ ਕਾਲਜ ਦੇ ਇੱਕ ਸਟਾਰ ਪ੍ਰਚਾਰਕ ਦੀ ਪੁਰਾਣੀ ਵੀਡੀਓ ਸਾਹਮਣੇ ਆ ਰਹੀ ਹੈ ਕਿ ਉਹ ਵੀ ਸੇਮ ਗੱਲ ਕਹਿ ਰਿਹਾ ਕਿ ਸਿੱਖ ਧਰਮ ਜਿਹੜਾ ਗੁਰੂ ਨਾਨਕ ਦੇਵ ਜੀ ਨਹੀਂ ਸੀ ਚਲਾਉਣਾ ਚਾਹੁੰਦੇ। ਦੈਨ ਰਜਿੰਦਰ ਸਿੰਘ ਜੀ ਇਸ ਗੱਲ ਨੂੰ ਕਿਸ ਤਰੀਕੇ ਨਾਲ ਦੇਖਦੇ ਮੈਂ ਨਹੀਂ ਸਮਝ ਸਕਦਾ ਕਿ ਉਹਨਾਂ ਦਾ ਇਖਤਿਆਰ ਆਪਣੇ ਅੰਦਾਜ਼ ਨਾਲ ਦੇਖਦੇ ਸਮਝਦੇ ਹੋਣਗੇ। ਲੇਕਿਨ ਮੈਂ ਇਸ ਗੱਲ ਉੱਪਰ ਪੂਰਾ ਕਨਵਿੰਸਡ ਹਾਂ ਕਿ ਕੁਝ ਮਿਸ਼ਨਰੀ ਕਾਲਜ ਔਰ ਕੁਝ ਮਿਸ਼ਨਰੀ ਕਾਲਜ ਦੇ ਪ੍ਰਚਾਰਕਾਂ ਨੇ ਬੇਹੱਦ ਹੀ ਦਗਲੀ ਨੀਤੀ ਨਾਲ ਕੰਮ ਕੀਤਾ। ਔਰ ਇੱਕ ਵਿਸ਼ੇਸ਼ ਪ੍ਰਚਾਰਕ ਨੂੰ ਮੈਂ ਜੰਮੂ ਤ੍ਰਿਕੁਟਾ ਨਗਰ 2 ਦਿਨ ਫਾਲੋ ਕੀਤਾ। 2 ਦਿਨ ਉਹ ਪ੍ਰਚਾਰਕ ਮੈਨੂੰ ਟਰਕਾਉਂਦੇ ਰਹੇ, ਮੈਂ ਤੁਹਾਨੂੰ ਸੜਕ ਤੇ ਮਿਲਦਾ, ਮੈਂ ਤੁਹਾਨੂੰ ਉਸ ਘਰ ਮਿਲਦਾ, ਮੈਂ ਤੁਹਾਨੂੰ ਇਸ ਘਰ ਮਿਲਦਾ, ਮੈਂ ਉਸ ਘਰ ਮਿਲਦਾ। ਫਿਰ ਲਾਸਟ ਵਿੱਚ ਉਹਨਾਂ ਨੇ ਮੈਨੂੰ 5 ਮਿੰਟ ਦਾ ਟਾਈਮ ਦਿੱਤਾ, ਕਹਿੰਦੇ ਮੇਰੇ ਨਾਲ ਸਕਾਰਪੀਓ 'ਚ ਬੈਠ ਕੇ ਗੱਲ ਕਰ ਲਓ, ਮੈਂ ਇੱਥੋਂ ਜਾਣਾ ਜਲਦੀ ਆਪਣੀ ਕਥਾ ਕਰਕੇ। ਤੇ ਮੈਂ ਉਹਨਾਂ ਨੂੰ ਬਾਹਰ ਸੜਕ ਤੇ ਖਲੋ ਕੇ ਇਹੀ ਗੱਲ ਕਹੀ ਸੀ ਕਿ ਤੁਸੀਂ ਇੱਕ ਲਾਈਨ ਡਰਾ ਕਰ ਲਓ, ਤੁਸੀਂ ਦੋਗਲੀਆਂ ਗੱਲਾਂ ਕਰ ਰਹੇ ਹੋ, ਤੁਹਾਨੂੰ ਇੱਕ ਦਿਨ ਲਾਈਨ ਡਰਾ ਕਰਨੀ ਪੈਣੀ ਹੈ, ਵਰਨਾ ਤੁਹਾਡੀਆਂ ਗੱਲਾਂ ਤੁਹਾਡੇ ਹੱਥੋਂ ਆਊਟ ਆਫ ਪ੍ਰਪੋਰਸ਼ਨ ਜਾ ਕੇ ਨਿਕਲ ਜਾਣੀਆਂ। ਇਹ ਸਾਰਾ ਮੇਰਾ ਆਪਣਾ ਐਕਸਪੀਰੀਅੰਸ ਹੈ, ਮੈਂ ਆਪਣੇ ਐਕਸਪੀਰੀਅੰਸ ਦੇ ਉੱਪਰ ਜਾਵਾਂਗਾ ਤੇ ਇਹ ਗੱਲ ਜ਼ਰੂਰ ਕਵਾਂਗਾ ਕਿ ਇਹਨਾਂ ਗੱਲਾਂ ਨੂੰ ਐਕਸਪਲੋਇਟ ਕਰਨ ਵਿੱਚ ਕੁਝ ਮਿਸ਼ਨਰੀ ਕਾਲਜਾਂ ਦੇ ਕੁਝ ਪ੍ਰਚਾਰਕਾਂ ਦਾ ਬਹੁਤ ਵੱਡਾ ਔਰ ਬਹੁਤ ਗੰਦਾ ਰੋਲ ਹੈ। ਮੈਨੂੰ ਕਹਿਣ 'ਚ ਕੋਈ ਹਿਚਕ ਨਹੀਂ। ਸੈਕੰਡ ਗੱਲ ਇਹ ਮਰਿਆਦਾ ਦੀ ਗੱਲ ਦੇ ਵਿੱਚ ਸਭ ਤੋਂ ਪਹਿਲਾਂ ਇਹ ਗੱਲ ਸਟਾਰਟ ਹੋਈ 1991 ਦੇ ਵਿੱਚ। ਮੈਂ 1991 ਚ ਲਾਂਗਾ ਕਿਉਂਕਿ ਪੰਜਾਬ ਮੂਵਮੈਂਟ ਉਸਲੇ ਆਲਮੋਸਟ ਡਾਈ ਡਾਊਨ ਹੋ ਗਈ ਸੀ, ਗਵਰਨਮੈਂਟ ਨੇ ਕੰਟਰੋਲ ਕਰ ਰਹੇ ਸੀ ਉਸਲੇ। ਹੁਣ ਗਵਰਨਮੈਂਟ ਦੇ ਆਪਣੇ ਤਰੀਕੇ ਤੌਰ ਤਰੀਕੇ ਹੁੰਦੇ ਨੇ। ਸਰ ਮਰਿਆਦਾ ਤੇ ਮੈਂ ਮਾਫੀ ਚਾਹੁੰਦਾ, ਮੈਂ ਮਾਫੀ ਚਾਹੁੰਦਾ, ਮਰਿਆਦਾ ਦੇ ਨਾਲ ਜਿਹੜੇ ਜਥੇਦਾਰ ਸਾਹਿਬ ਨੇ ਉਹਨਾਂ ਦੇ ਰੋਲ ਦੇ ਉੱਪਰ ਵੀ ਤੁਸੀਂ ਗੱਲ ਕਰਨੀ। ਉਸੇ ਗੱਲ ਤੇ ਆ ਰਹੇ ਆ, ਆਲ ਟੂਗੇਦਰ ਆ ਰਹੇ ਆ ਜੀ ਜੀ। ਮਰਿਆਦਾ ਦੀ ਗੱਲ ਉੱਪਰ ਸਭ ਤੋਂ ਪਹਿਲੇ ਗੱਲ ਸਟਾਰਟ ਹੋਈ ਕਿ ਮਰਿਆਦਾ ਵਿੱਚ ਲਿਖਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਕਿਸੇ ਦਾ ਪ੍ਰਕਾਸ਼ ਨਹੀਂ ਹੋ ਸਕਦਾ ਦੂਸਰੇ ਗ੍ਰੰਥ ਦਾ। ਗੱਲ ਇੱਥੋਂ ਤੁਰੀ। ਕੁਝ ਲੋਕਾਂ ਨੇ ਤਾਕਤ ਇੱਥੋਂ ਪ੍ਰਾਪਤ ਕੀਤੀ। ਸਾਰਿਆਂ ਦੀ ਮਨਸ਼ਾ ਪੂਰੀ ਨਹੀਂ ਰਹੀ ਹੋਗੀ ਕਿਸੇ ਨੂੰ ਵੀ। ਕੋਈ ਵੀ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ, ਮੈਂ ਵੀ ਅਗਰ ਆਪਣੇ ਆਪ ਨੂੰ ਲਵਾਂ ਤੇ ਮੈਂ ਵੀ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਕਿਸੇ ਹੋਰ ਉਹਨਾਂ ਦੇ ਵਕਾਰ ਦੇ ਤੁਲ ਕਿਸੇ ਹੋਰ ਪੁਸਤਕ ਦੇ ਪ੍ਰਕਾਸ਼ ਨੂੰ ਮੈਂ ਵੀ ਠੀਕ ਨਹੀਂ ਸਮਝਦਾ, ਮੇਰੇ ਕੋਲ ਵੀ ਟੋਲਰੇਟ ਨਹੀਂ ਹੋਏਗਾ। ਠੀਕ ਹੈ, ਲੇਕਿਨ ਤਾਕਤ ਉਥੋਂ ਪ੍ਰਾਪਤ ਕੀਤੀ ਕਿ ਸਿੱਖ ਰਹਿਤ ਮਰਿਆਦਾ ਵਿੱਚ ਲਿਖਿਆ
ਕਿ ਗੁਰੂ ਦੇ ਤੁਲ ਪ੍ਰਕਾਸ਼ ਕਿਸੇ ਪੁਸਤਕ ਦਾ ਨਹੀਂ ਹੋ ਸਕਦਾ। ਉਸ ਤੋਂ ਗੱਲ ਸ਼ੁਰੂ ਕੀਤੀ ਸਿੱਖ ਰਹਿਤ ਮਰਿਆਦਾ ਦੇ ਬੇਸ ਤੇ ਖੁਦ ਹੀ ਸਿੱਖ ਰਹਿਤ ਮਰਿਆਦਾ ਦੀ ਬਾਦੀ ਧਜੀ ਆਉਣ ਆਈ ਹੈ, ਅਮਰ ਦੀ ਬਾਣੀ ਦੀ ਧਜੀ ਆਉਣ ਆਈ ਹੈ। ਤੇ ਫਿਰ ਕੀ, ਫਿਰ ਲੋਕਸ ਸਟੈਂਡੀ ਕੀ ਹੈ ਕਿ ਇੱਕ ਗ੍ਰੰਥ ਦਾ ਤੁਸੀਂ ਵਿਰੋਧ ਕਰਦੇ ਹੋ, ਐਗਜ਼ਾਮਪਲ ਲੈਂਦੇ ਹੋ ਗੁਰੂ ਰਹਿਤ ਮਰਿਆਦਾ ਦੀ, ਤੇ ਰਹਿਤ ਮਰਿਆਦਾ ਦੀ ਦੂਸਰੀ ਮੱਦਾਂ ਦਾ ਤੁਸੀਂ ਆਪ ਹੀ ਜਿਹੜਾ ਉਹਨਾਂ ਨੂੰ ਉਹਨਾਂ ਦੀ ਨਖੇਦੀ ਕਰਦੇ ਹੋ, ਉਹਨਾਂ ਦੀ ਧਜੀ ਆਉਣ ਆਉਂਦੇ ਹੋ ਰਹਿਤ ਮਰਿਆਦਾ ਦੀ। ਤੇ ਫਿਰ ਦੈਨ ਵੇਅਰ ਇਜ਼ ਅ ਕਨਸਟੀਟਿਊਸ਼ਨ। ਸੈਕੰਡ ਗੱਲ ਆ ਗਈ ਜਥੇਦਾਰ ਸਾਹਿਬ ਦਾ ਜਿਹੜਾ ਇੰਸਟੀਟਿਊਸ਼ਨ ਹੈ, ਜਥੇਦਾਰੀ ਦਾ ਇੰਸਟੀਟਿਊਸ਼ਨ, ਇਹ ਕਹਿੰਦੇ ਨੇ ਅੱਜ ਸਭ ਕੁਝ ਕਿਹਾ ਜਾ ਰਿਹਾ, ਫਲਾਣਾ ਗ੍ਰੰਥ ਅੰਗਰੇਜ਼ ਬਣਾ ਗਏ, ਫਲਾਣਾ ਗ੍ਰੰਥ ਅੰਗਰੇਜ਼ ਦੇ ਗਏ, ਸੂਰਜ ਪ੍ਰਕਾਸ਼ ਅੰਗਰੇਜ਼ਾਂ ਦੇ ਕਹਿਣ ਤੇ ਹੋ ਗਿਆ। ਗੁਰੂ ਗ੍ਰੰਥ ਸਾਹਿਬ ਦੀਆਂ ਜਿਹੜੀਆਂ ਕੁਝ ਲੋਕ ਇੱਥੋਂ ਤੱਕ ਕਹਿਣਾ ਸ਼ੁਰੂ ਹੋ ਗਏ ਨੇ ਕਿ ਗੁਰੂ ਗ੍ਰੰਥ ਸਾਹਿਬ ਵੀ ਠੀਕ ਥੋੜੀ ਹੈ, ਇਹ ਤਾਂ ਕੋਈ ਹੋਰ ਹੀ ਸੀ, ਕੋਈ ਹੋਰ ਹੀ ਸਾਡੇ ਗੱਲ ਪਰਚੀਆਂ ਪਾ ਕੇ ਪਾਤਾ। ਜਿਹੜੇ ਲੋਕ ਇਹ ਗੱਲਾਂ ਕਹਿ ਰਹੇ ਨੇ, ਅਗਰ ਜਥੇਦਾਰ ਦਾ ਉਹਦਾ ਅਗਰ ਇਹ ਗੁਰਦੁਆਰਾ ਐਕਟ ਦੇ ਵਿੱਚ ਹੁੰਦਾ ਤੇ ਇਹਨਾਂ ਲੋਕਾਂ ਨੇ ਇਹੀ ਕਹਿਣਾ ਸੀ ਬਈ ਇਹ ਜਥੇਦਾਰ ਦਾ ਉਹਦਾ ਤੇ ਅੰਗਰੇਜ਼ਾਂ ਨੇ ਤਿਆਰ ਕੀਤਾ। ਫਿਰ ਇਹਨਾਂ ਨੇ ਮਿਸਲ ਪੀਰੀਅਡ ਦੇ ਉੱਪਰ ਥੋੜੀ ਜਾਣਾ ਸੀ ਸਰਬੱਤ ਖਾਲਸੇ ਦੇ ਵਾਲੇ ਪਾਸੇ ਕਿ ਉੱਥੇ ਕਿਸੇ ਦਾ ਜਥੇਦਾਰ ਚੁਣਿਆ ਜਾਂਦਾ ਸੀ। ਇਹਨਾਂ ਨੇ ਕਹਿਣਾ ਸੀ ਬਈ ਅੰਗਰੇਜ਼ਾਂ ਕੋਲ ਕੀ ਅਥਾਰਟੀ ਸੀ ਕਿ ਉਹ ਜਥੇਦਾਰ ਦਾ ਉਹਦਾ ਤਿਆਰ ਕਰਦੇ। ਜਥੇਦਾਰ ਅੰਗਰੇਜ਼ਾਂ ਕੋਲ ਕੀ ਅਥਾਰਟੀ ਸੀ ਕਿ ਉਹ ਅਕਾਲ ਤਖਤ ਦਾ ਇੰਸਟੀਟਿਊਸ਼ਨ ਗੁਰਦੁਆਰਾ ਐਕਟ ਵਿੱਚ ਤਿਆਰ ਕਰਦੇ। ਗੁਰਦੁਆਰਾ ਐਕਟ ਦੇ ਵਿੱਚ ਕਮੇਟੀ ਬਣਾਈ ਜਾ ਸਕਦੀ ਸੀ, ਲੇਕਿਨ ਸਿੱਖਾਂ ਦਾ ਗੁਰੂ ਨਹੀਂ ਸੀ ਬਣਾਇਆ ਜਾ ਸਕਦਾ ਕੋਈ। ਜਾਂ ਅਕਾਲ ਤਖਤ ਦਾ ਇੰਸਟੀਟਿਊਸ਼ਨ ਕ੍ਰੀਏਟ ਕਰਨਾ ਐਕਟ ਦਾ ਕੰਮ ਨਹੀਂ ਹੈ। ਅਕਾਲ ਤਖਤ ਦਾ ਇੰਸਟੀਟਿਊਸ਼ਨ is not there by virtue of an government act. ਗਵਰਨਮੈਂਟ ਐਕਟ ਦੇ ਕਾਰਨ ਕਮੇਟੀ ਜ਼ਰੂਰ ਹੈ, ਲੇਕਿਨ ਅਕਾਲ ਤਖਤ ਦਾ ਇੰਸਟੀਟਿਊਸ਼ਨ ਗੁਰੂ ਬਾਏ ਦੀ ਵਰਚੂ ਆਫ ਗੁਰੂ, ਸਿੱਖ ਗੁਰੂ ਸਾਹਿਬ ਦੇ ਵੇਲੇ ਦੇ ਕਾਰਨ ਹੈ। ਉਹਨੂੰ ਕਿਸੇ ਲੀਗਲ ਮੱਦ ਦੇ ਤਹਿਤ ਨਹੀਂ ਕ੍ਰੀਏਟ ਕੀਤਾ ਗਿਆ। ਹੁਣ ਆ ਗਿਆ ਕਿ ਉੱਥੇ ਜਿਹੜਾ ਬੈਠਦਾ ਜਥੇਦਾਰ, ਉਸ ਜਥੇਦਾਰ ਨੂੰ ਸਭ ਦਾ ਰਿਪਰੈਜ਼ੈਂਟੇਟਿਵ ਹੋਣਾ ਪਏਗਾ, ਸਭ ਦੀ ਨੁਮਾਇੰਦਗੀ ਕਰਨੀ ਪਏਗੀ, ਸਾਰਿਆਂ ਦੀ ਐਕਸਪੈਕਟੇਸ਼ਨਸ ਹੈ ਉਹ ਸਭ ਤੋਂ ਵੱਧ ਗੁਰਮਤ ਦੀ ਐਕਸਪੈਕਟੇਸ਼ਨਸ ਦੇ ਮੁਤਾਬਕ ਕੰਮ ਕਰਨਾ ਪਏਗਾ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਲੇਕਿਨ ਸਵਾਲ ਇਹ ਹੁੰਦਾ ਕਿ ਹੁਣ ਉਹਨੂੰ ਚੁਣਨਾ ਕਿਸ ਤਰ੍ਹਾਂ। ਜਾਂ ਤੇ ਇੱਕ ਗਰੁੱਪ ਆਪਣਾ 1 ਲੱਖ ਬੰਦਾ ਇਕੱਠਾ ਕਰਕੇ ਆਪਣਾ ਇੱਕ ਜਥੇਦਾਰ ਚੁਣ ਲੇ, ਉਹਦੇ ਐਵਰੇਜ ਵਿੱਚ ਇੱਕ ਦੂਸਰਾ ਗਰੁੱਪ ਇਕੱਠਾ ਹੈ ਉਹ ਆਪਣਾ ਇੱਕ ਜਥੇਦਾਰ ਚੁਣ ਲੇ, ਜਿਸ ਤਰ੍ਹਾਂ ਹੁਣ ਪਿੱਛੇ ਜੀ ਹੋਇਆ ਕਿ 2-2 ਜਥੇਦਾਰ ਚੁਣੇ ਗਏ। ਆਫਟਰ ਸੋਲੂਸ਼ਨ ਕੀ ਹੈ? 2 ਕਰੋੜ ਬੰਦਾ ਇੱਕ ਗਰਾਊਂਡ 'ਚ ਇਕੱਠਾ ਹੋ ਨਹੀਂ ਸਕਦਾ, ਜਾਂ ਪੰਜਾਬ ਦਾ 1 ਕਰੋੜ ਬੰਦਾ ਤੇ ਗਰਾਊਂਡ 'ਚ ਇਕੱਠਾ ਨਹੀਂ ਹੋ ਸਕਦਾ। ਉਹਦਾ ਹੱਲ ਇਹ ਨਿਕਲਿਆ, ਉਹਦਾ ਹੱਲ ਇਹ ਪ੍ਰੈਕਟਿਸ 'ਚ ਆਇਆ ਕਿ ਇੱਕ ਰਿਪਰੈਜ਼ੈਂਟੇਟਿਵ ਬਾਡੀ ਚੁਣੀ ਜਾਏਗੀ ਜਿਹੜੀ ਕਿ ਸਿੱਖਾਂ ਦੀ ਨੁਮਾਇੰਦਾ ਹੋਏਗੀ। ਜਿਸ ਤਰ੍ਹਾਂ ਹੁਣ ਸਾਡਾ ਕਨਸਟੀਟਿਊਸ਼ਨ ਹੈ, ਸਾਡੇ ਕਨਸਟੀਟਿਊਸ਼ਨ ਰਾਸ਼ਟਰਪਤੀ ਨੂੰ ਕੌਣ ਚੁਣਦਾ? ਰਾਸ਼ਟਰਪਤੀ ਨੂੰ ਇਲੈਕਟੋਰਲ ਕਾਲਜ ਚੁਣਦਾ। ਉਹ ਇਲੈਕਟੋਰਲ ਕਾਲਜ ਜਿਹਨੂੰ ਮੰਨਿਆ ਜਾਂਦਾ ਹੈ। ਗੱਲ ਸ਼ਾਰਟ ਦੇ ਵਿੱਚ ਕਰੋ ਪਲੀਜ਼। ਮੈਂ ਸ਼ਾਰਟ 'ਚ ਕਰ ਲਗਾ, ਖਤਮ ਕਰ ਲਗਾ। ਜਥੇਦਾਰ ਨੂੰ ਇੱਕ ਰਾਸ਼ਟਰਪਤੀ ਨੂੰ ਇੱਕ ਇਲੈਕਟੋਰਲ ਕਾਲਜ ਚੁਣਦਾ ਹੈ ਥਰੂ ਐਮਪੀਸ ਜੀ, ਔਰ ਇੱਕ ਐਮਪੀ ਉਹ ਇੱਕ ਇਲੈਕਟੋਰਲ ਕਾਲਜ ਨੂੰ ਵੱਡੇ ਇਲੈਕਟੋਰਲ ਕਾਲਜ ਦੇ ਵੱਡੇ ਮਤਾਂ ਨੂੰ ਰਿਪਰੈਜ਼ੈਂਟ ਕਰਦਾ ਜੀ। ਤੇ ਜਥੇਦਾਰ ਨੂੰ ਹੁਣ ਚੁਣਨ ਵਾਸਤੇ ਜ਼ਿੰਮੇਵਾਰੀ ਤੇ ਕਮੇਟੀ ਦੀ ਜ਼ਿੰਮੇਵਾਰੀ ਤੇ ਹੈ ਵੀ ਜਥੇਦਾਰ ਨੂੰ ਚੁਣਨਾ, ਵੀ ਜਥੇਦਾਰ ਨੂੰ ਪੁਆਇੰਟ ਕਰਨਾ। ਉਹ ਕਿਉਂ ਪਾਈ ਗਈ ਉਹਨਾਂ ਦੇ ਸਿਰ ਉੱਪਰ? ਕਿਉਂਕਿ ਉਹ ਲੋਕਾਂ ਨੇ ਚੁਣੀ ਜੀ, ਸਾਰੇ ਸਿੱਖਾਂ ਨੇ ਚੁਣੀ। ਅਗਰ ਇਹਦੇ ਵਿੱਚ ਸ਼੍ਰੋਮਣੀ ਕਮੇਟੀ ਅਗਰ ਕਿਸੇ ਪੋਲੀਟੀਕਲ ਪਾਰਟੀ ਦੇ ਕਹਿਣ ਪਰ ਜਥੇਦਾਰ ਚੁਣਦੀ ਹੈ, that is not good। ਉਹ ਲੋਕਾਂ ਦੀ ਐਕਸਪੈਕਟੇਸ਼ਨ ਸੇ ਪੂਰਾ ਨਹੀਂ ਉਤਰ ਸਕਦਾ। ਮੈਂ ਇਸ ਗੱਲ ਪਰ ਐਗਰੀ ਕਰਨਾ, ਲੇਕਿਨ ਕੋਈ ਵੀ ਸਿਸਟਮ ਜਿਹੜੇ ਬਣੇਗਾ ਉਹ ਸਾਰੇ ਸਿੱਖਾਂ ਦੀ ਸਹਿਮਤੀ ਨਾਲ ਬਣੇਗਾ। ਸਰ ਮੈਂ ਮਾਫੀ ਚਾਹੁੰਦਾ, ਟਾਈਮ ਆਪਣਾ ਓਵਰ ਹੋ ਗਿਆ ਜੀ, ਤੇ ਆਪਾਂ ਜਿਹੜਾ ਵਿਸ਼ਾ ਕਾਫੀ ਇੰਟਰਸਟਿੰਗ ਨਿਕਲ ਕੇ ਆ ਗਏ ਨੇ। ਇੱਕ ਤਾਂ ਆਪਾਂ ਰਹਿਤ ਮਰਿਆਦਾ ਦੇ ਉੱਪਰ ਇੱਕ ਵੱਖਰੀ ਡਿਬੇਟ ਕਰਾਂਗੇ। ਕਿਸੇ ਡੇਰੇਦਾਰ ਨੂੰ ਵੀ ਮੈਂ ਕੋਸ਼ਿਸ਼ ਕਰੂੰਗਾ ਕਿ ਜਿਹੜੇ ਰਹਿਤ ਮਰਿਆਦਾ ਨਹੀਂ ਮੰਨਦੇ ਉਹਨਾਂ ਨੂੰ ਵੀ ਆਪਾਂ ਵਿੱਚ ਬਿਠਾਈਏ, ਤਾਂ ਕਿ ਉਹਨਾਂ ਦਾ ਪੱਖ ਵੀ ਇੱਕ ਜਾਣੀਏ, ਤਾਂ ਕਿ ਇੱਕ ਸਾਂਝੀ ਗੱਲ ਉੱਭਰ ਕੇ ਸਾਹਮਣੇ ਆਵੇ ਕਿ ਸਾਨੂੰ ਸਮੱਸਿਆਵਾਂ ਕੀ ਨੇ। ਤਾਂ ਅਸੀਂ ਕੋਸ਼ਿਸ਼ ਕਰਾਂਗੇ ਇੱਕ ਅੱਧੇ ਦਿਨ ਦੇ ਵਿੱਚ ਜੇ ਕੋਈ ਸਹਿਮਤ ਹੋਇਆ ਸਾਡੇ ਨਾਲ ਗੱਲ ਕਰਨ ਲਈ ਤਿਆਰ ਹੋਏ ਤਾਂ ਆਪਾਂ ਬੈਠ ਕੇ ਉਹਨਾਂ ਦੇ ਨਾਲ ਵੀ ਉਹਨਾਂ ਦਾ ਪੱਖ ਵੀ ਲਵਾਂਗੇ। ਸੋ ਮੈਨੂੰ ਲੱਗਦਾ ਕਿ ਹੁਣ ਆਪਾਂ ਨੂੰ ਸਮਾਪਤ ਕਰ ਦੇਣੀ ਚਾਹੀਦੀ, ਕਿਉਂਕਿ ਸਮਾਂ 1 ਘੰਟੇ ਤੋਂ ਵੱਧ ਤਕਰੀਬਨ ਹੋ ਗਿਆ ਆਪਾਂ ਨੂੰ ਗੱਲਬਾਤ ਕਰਦਿਆਂ। ਤੇ ਮੈਂ 1 ਮਿੰਟ ਗੱਲ ਕਰਨਾ ਚਾਹੁੰਦਾ ਜ਼ਰੂਰ ਸਰ। 1 ਮਿੰਟ ਹੀ ਹੈ ਸਿਰਫ ਤੁਹਾਡੇ ਗੱਲ ਕਰਨਾ ਚਾਹੁੰਦਾ ਜੀ। 1 ਮਿੰਟ ਹੀ ਹੈ। ਹਰਦੇਵ ਸਿੰਘ ਜੀ ਨੇ ਆਪਣੇ ਵਿਸ਼ੇ ਤੋਂ ਬਾਹਰ ਜਾ ਕੇ ਬਹੁਤ ਸਾਰਾ ਖਲੇਰਾ ਪਾਤਾ ਜੀ, ਔਰ ਉਹਦੇ ਵਿੱਚ ਹੁਣ ਕਨਕਲੂਡ ਹੋ ਰਿਹਾ। ਇਹ ਜਿਹੜਾ ਜਥੇਦਾਰ ਵਾਲਾ ਇਸ਼ੂ ਹੈ ਇਹ ਤੇ ਅਲੱਗ ਇੱਕ ਡਿਬੇਟ ਕਰਾਓ, ਇਹਨਾਂ ਨੂੰ ਵੀ ਬਿਠਾਓ, ਮੈਨੂੰ ਵੀ ਬਿਠਾਓ। ਜਿਹੜਾ ਸ਼੍ਰੋਮਣੀ ਕਮੇਟੀ ਦਾ ਅਖਤਿਆਰ ਦੇ ਰਹੇ ਨੇ, ਅੱਜ ਸਿਰਫ ਪੰਜਾਬ ਦੇ ਵਿੱਚ ਨਹੀਂ ਸਿੱਖ ਵਸਦੇ, ਦੁਨੀਆ 'ਚ ਵਸਦੇ ਨੇ ਜੀ। ਪੰਜਾਬ ਦੇ ਨੁਮਾਇੰਦੇ ਬਹਿ ਕੇ ਉਹਨੂੰ ਚੁਣ ਲੈਣ, ਉਹਨਾਂ ਨੂੰ ਅਧਿਕਾਰ ਨਹੀਂ ਉਹਦਾ। ਅੱਜ ਦੁਨੀਆ ਕਿਸ ਖੇਤਰ ਤੇ ਪਹੁੰਚ ਗਈ ਹੈ।
ਇੱਕ ਬੰਦੇ ਦੀਆਂ ਗੱਲਾਂ ਲੈ ਕੇ ਇੱਕ ਸਿਸਟਮ ਨੂੰ ਚੈਲੰਜ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਵੀ ਉਹ ਕਹਿੰਦਾ ਜੀ ਪਰਚੀਆਂ ਚੋਂ ਗੁਰੂ ਗ੍ਰੰਥ ਸਾਹਿਬ ਨਿਕਲਿਆ, ਉਹ ਕਵਰ ਹੈ ਜਿਹੜਾ ਇਹ ਕਹਿੰਦਾ, ਔਰ ਜਿਹੜਾ ਉਸ ਗੱਲ ਨੂੰ ਵਰਤ ਰਿਹਾ ਨਾ ਉਹ ਵੀ ਬਿਲਕੁਲ ਗਲਤ ਹੈ। ਉਹਨੂੰ ਸਾਰਿਆਂ ਦੇ ਵਾਸਤੇ ਉਹ ਵਰਤਿਆ ਕਿਵੇਂ ਜਾ ਸਕਦਾ ਹੈ? ਮੈਂ ਇੱਕ ਬੰਦੇ ਦੀ ਕੀਤੀ ਹੋਈ, ਇੱਕ ਬੰਦੇ ਦੇ ਕਸੂਰ ਦੀ ਸਜ਼ਾ ਜਿਹੜੀ ਹੈ ਉਹ ਪੂਰੇ ਸਿਸਟਮ ਨੂੰ ਦੇ ਸਕਦੇ ਹੋ? ਤੁਸੀਂ ਆਪਣੇ ਲਫ਼ਜ਼ਾਂ ਦੇ ਨਾਲ ਜਾਲ ਬੁਣ ਕੇ ਫਟਾਫਟ ਇੱਕ ਬੰਦੇ ਦੀਆਂ ਗੱਲਾਂ ਕਰ ਸਰ ਇਹ ਵਿਸ਼ੇ ਦੇ ਮੈਂ ਜਲਦੀ ਕੋਸ਼ਿਸ਼ ਕਰਾਂਗਾ ਵੀ ਆਪਾਂ ਸ਼੍ਰੋਮਣੀ ਕਮੇਟੀ ਦੇ ਕਿਸੇ ਮੈਂਬਰ ਨੂੰ, ਰਿਸਪੈਕਟਡ ਮੈਂਬਰ ਨੂੰ ਵੀ ਆਪਾਂ ਨਾਲ ਲੈ ਕੇ ਆਈਏ, ਪਰ ਹੁਣ ਆਪਣਾ ਸਮਾਂ ਹੋ ਗਿਆ। ਮੈਂ ਹੁਣ ਇਸ ਤੋਂ ਬਾਅਦ ਡਿਬੇਟ ਆਪਣੀ ਨਹੀਂ ਸਰ, ਹੁਣ ਮੈਂ ਮਾਫੀ ਚਾਹੁੰਦਾ, ਮੈਂ ਮਾਫੀ ਚਾਹੁੰਦਾ ਤੇ ਨਾਲ ਇੱਕ ਗਰੁੱਪ ਵੀ ਕਰ ਸਕਦਾ। ਪਲੀਜ਼ ਸਰ ਮੈਂ ਨਹੀਂ, ਤੁਸੀਂ ਸਾਡੇ ਸਿਸਟਮ ਨੂੰ ਚੈਲੰਜ ਕਰਦੇ ਹੋ। ਸਰ ਪਲੀਜ਼ ਮੈਂ ਮਾਫੀ ਚਾਹੁੰਦਾ, ਇਹ ਡਿਬੇਟ ਆਪਾਂ ਕੱਲ ਨੂੰ ਕਰਾਂਗੇ, ਇੱਥੋਂ ਜਿੱਥੇ ਅੱਜ ਖਤਮ ਕਰ ਰਹੇ ਇੱਥੋਂ ਹੀ ਆਪਾਂ ਸ਼ੁਰੂ ਕਰਾਂਗੇ। ਮੈਂ ਆਪਾਂ ਕੋਸ਼ਿਸ਼ ਕਰਦੇ ਸਰ ਹਰਦੇਵ ਜੀ ਹੁਣ ਹੋਣੀ ਨਹੀਂ ਆ, ਟਾਈਮ ਹੋ ਗਿਆ ਆਪਣਾ ਕਾਫੀ, ਇਸੇ ਵਿਸ਼ੇ ਦੇ ਉੱਪਰ ਆਪਾਂ ਕੱਲ ਨੂੰ ਕਰ ਲਾਂਗੇ। ਮੈਂ ਕੋਸ਼ਿਸ਼ ਕਰੂੰਗਾ ਕੋਈ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਹਿਬ ਨੂੰ ਆਪਾਂ ਲੈ ਕੇ ਆਈਏ ਤਾਂ ਕਿ ਉਹਨਾਂ ਦਾ ਪੱਖ ਵੀ ਇੱਕ ਆਪਾਂ ਲਿਆ ਜਾਏ। ਇਹ ਗੱਲਾਂ ਕਰ ਰਹੇ ਨੇ, ਉਹ ਕਹਿੰਦੇ ਨੇ ਵੀ ਗੁਰੂ ਗ੍ਰੰਥ ਸਾਹਿਬ ਪਰਚੀਆਂ ਚੋਂ ਨਿਕਲੇ, ਇਹ ਉਹ ਅਸੀਂ ਲਾਹਨਤ ਭੇਜਦੇ ਹਾਂ ਐਸੇ ਲੋਕਾਂ ਨੂੰ। ਲੇਕਿਨ ਇਹਦਾ ਮਤਲਬ ਘੱਗਾ ਸਾਹਿਬ ਦੇ ਬਾਰੇ ਤੁਹਾਨੂੰ ਬੋਲਣਾ ਚਾਹੀਦਾ ਸੀ ਨਾ, ਜਦੋਂ ਉਹ ਗੱਲਾਂ ਕਰਦੇ ਰਹੇ, ਜਦੋਂ ਘੱਗਾ ਸਾਹਿਬ ਲਿਖਦੇ ਰਹੇ ਤੁਹਾਨੂੰ ਬੋਲਣਾ ਚਾਹੀਦਾ ਸੀ ਨਾ, ਉਦੋਂ ਤੁਹਾਨੂੰ ਬੋਲਣਾ ਚਾਹੀਦਾ ਸੀ ਜਦੋਂ ਘੱਗਾ ਸਾਹਿਬ ਇਹ ਚੀਜ਼ਾਂ ਆਪਣੀ ਕਿਤਾਬਾਂ ਲਿਖਦੇ ਰਹੇ। ਹਰਦੇਵ ਸਿੰਘ ਜੀ ਬੋਲਦੇ ਆ, ਮੈਂ ਸੁਣਿਆ ਨਹੀਂ, ਮੈਨੂੰ ਗਲਤੀ ਹੋ ਗਈ, ਮੈਂ ਸੁਣਿਆ ਨਹੀਂ ਕਦੇ ਤੁਹਾਨੂੰ। ਤੁਸੀਂ ਨਹੀਂ ਸੁਣਿਆ, ਅਲੱਗ ਗੱਲ ਹੈ, ਬੋਲਦੇ ਆ।